हाँ जी सारिਆਂ ਨੂੰ गुड ਈਵਨਿੰਗ ਜੈਮਸੀ ਦੀ ਅਸੀਂ ਰੱਬ ਦੀ ਆਵਾਜ਼ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਸਵਾਗਤ ਕਰਦੇ ਆ ਮੈਂ ਪਰਮਜੀਤ ਤੁਹਾਡੀ ਆਪਣੀ ਹੋਸਟ ਅੱਜ ਦਾ ਆਪਣੇ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਤੁਹਾਨੂੰ ਵੈਲਕਮ ਕਹਿੰਦੇ ਆ ਅੱਜ ਦੀ ਈਵਨਿੰਗ ਦੇ ਲਈ ਆਓ ਆਪਾਂ ਭੈਣ ਜੀ ਨੂੰ ਮਿਲਦੇ ਆ ਸਾਰਿਆਂ ਜੈਮਸੀ ਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਪਾਂ ਰੱਬ ਦੀ ਆਵਾਜ਼ ਟੀਵੀ ਤੇ ਮੁੜ ਕੇ ਫੇਰ ਇਕੱਠੇ ਹੋਏ ਆ ਆਪਾਂ ਇੱਕ ਵਚਨ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਫਿਰ ਆਪਾਂ ਭੈਣ ਜੀ ਨੂੰ ਕਵਾਂਗੇ ਪ੍ਰਾਰਥਨਾ ਕਰਦੇ ਆ ਆਪਾਂ ਕਹਾਵਤਾਂ ਦੀ ਕਿਤਾਬ ਉਹਦਾ 20 ਚੈਪਟਰ ਤੇ ਉਹਦੀ 27 ਤੋਂ ਲੈ ਕੇ 30 ਤੱਕ ਪੜ੍ਹਦੇ ਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਆਮੇਨ ਆਮੇਨ ਮਨੁੱਖ ਦਾ ਆਤਮਾ ਯਹੋਵਾ ਦਾ ਦੀਵਾ ਹੈ ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ ਦਇਆ ਅਤੇ ਸਚਾਈ ਪਾਤਸ਼ਾਹ ਦੀ ਰੱਖਿਆ ਕਰਦੀਆਂ ਹਨ ਸਗੋਂ ਦਇਆ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ ਜਵਾਨਾਂ ਦੀ ਸੋਭਾ ਤਾਂ ਉਹਨਾਂ ਦਾ ਬਲ ਹੈ ਅਤੇ ਬੁੱਢਿਆਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ ਹਨ ਸੱਟਾਂ ਜਿਹੜੀਆਂ ਘਾਉ ਬਣਾਉਂਦੀਆਂ ਹਨ ਬੁਰਾਈ ਨੂੰ ਸਾਫ਼ ਕਰਦੀਆਂ ਹਨ ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ ਦੇਖੋ ਪਰਮੇਸ਼ਰ ਦਾ ਸਾਨੂੰ ਵਚਨ ਕੀ ਕਹਿੰਦਾ ਮਨੁੱਖ ਦਾ ਆਤਮਾ ਯਹੋਵਾ ਦਾ ਦੀਵਾ ਹੈ ਆਮੇਨ ਜਿਹੜਾ ਸਾਡੇ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ ਆਮੇਨ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਸੱਚਮੁੱਚ ਉਹਨੇ ਆਪਣਾ ਆਤਮਾ ਦਿੱਤਾ ਜਿਹੜਾ ਸਾਡੇ ਅੰਦਰ ਰੱਖਿਆ ਉਹ ਦੀਵਾ ਜਗਾ ਕੇ ਰੱਖਿਆ ਆ ਚਾਨਣ ਦਿੰਦਾ ਆ ਅੱਜ ਆਪਾਂ ਚਾਨਣ 'ਚ ਜਾਣਾ ਆਪਾਂ ਭੈਣ ਨੂੰ ਕਵਾਂਗੇ ਪ੍ਰਾਰਥਨਾ ਕਰਨਗੇ ਆਪਣੇ ਲਈ ਆਮੇਨ ਆਮੇਨ ਹਾਂਜੀ ਅੱਜ ਫਿਰ ਆਪਾਂ ਦੁਬਾਰਾ ਅੱਜ ਦੀ ਈਵਨਿੰਗ ਆਪਾਂ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਜਿੰਦਾ ਰੱਖਿਆ ਮੈਨੂੰ ਤੇ ਤੁਹਾਨੂੰ ਜਿਹੜੇ ਇਸ ਵੇਲੇ ਲਾਈਵ ਰੱਬ ਦੀ ਆਵਾਜ਼ ਟੀਵੀ ਤੇ ਦੇਖ ਰਹੇ ਹੋ ਤੁਹਾਨੂੰ ਵੈਲਕਮ ਕਰਦੇ ਹਾਂ ਅਸੀਂ ਸਾਰਿਆਂ ਨੂੰ ਇਸ ਵੇਲੇ ਫੇਸਬੁੱਕ ਤੇ ਵੀ ਲਾਈਵ ਚੱਲ ਰਿਹਾ ਹੈ ਤੁਸੀਂ YouTube ਤੇ ਵੀ ਦੇਖ ਸਕਦੇ ਆ ਕਈ ਜਗ੍ਹਾ ਤੇ ਪਾਕਿਸਤਾਨ ਦੇ ਵਿੱਚ ਆਪਣੇ ਭਰਾ ਕਹਿੰਦੇ ਸੀ ਕਿ ਟੀਵੀ ਦੇ ਉੱਤੇ ਚੱਲ ਰਿਹਾ ਆ ਤੇ ਤੁਸੀਂ ਉੱਥੇ ਵੀ ਦੇਖਦੇ ਹੋਗੇ ਅਸੀਂ ਤੁਹਾਡਾ ਬਹੁਤ ਜ਼ਿਆਦਾ ਵੈਲਕਮ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਬਹੁਤ ਕੀਮਤੀ ਵਕਤ ਕੱਢ ਕੇ ਤੁਸੀਂ ਦੇਖਦੇ ਆ ਇਹਦੇ ਵਿੱਚੋਂ ਵੀ ਤੁਸੀਂ ਆਸ਼ੀਸ਼ ਤੇ ਬਰਕਤ ਪਾਉਂਦੇ ਆ ਪ੍ਰੇਜ਼ ਗॉड ਪ੍ਰਭੂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਵੇਲੇ ਕਿਉਂਕਿ ਜਿਸ ਮਸੀਹ ਪਿਤਾ ਪਰਮੇਸ਼ਵਰ ਨੇ ਸਾਨੂੰ ਜਿੰਦੇ ਰੱਖਿਆ ਹੋਇਆ ਬਹੁਤ ਸਾਰੇ ਲੋਕ ਇਦਾਂ ਦੇ ਜਿਹੜੇ ਅੱਜ ਦਾ ਦਿਨ ਦੇਖ ਨਹੀਂ ਸਕੇ ਪਰ ਅਸੀਂ ਦੇਖਦੇ ਪਏ ਆ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਸਾਨੂੰ ਹਰ ਸਾਹ ਨਾਲ ਉਹਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਉਹ ਸਾਨੂੰ ਹਰ ਵੇਲੇ ਬਲੈਸਡ ਕਰਦਾ ਆਓ ਆਪਾਂ ਅੱਜ ਦੇ ਦਿਨ ਲਈ ਪ੍ਰਾਰਥਨਾ ਕਰੀਏ ਤੇ ਅੱਗੇ ਨੂੰ ਫਿਰ ਪ੍ਰੋਗਰਾਮ ਨੂੰ ਵਧਦੇ ਹਾਂ ਥੈਂਕ ਯੂ ਫਾਦਰ ਵੀ ਪ੍ਰੇਜ਼ ਯੂ praise you praise you praise you ਸਵਰਗੀ ਪਿਤਾ ਅਸੀਂ ਤੁਹਾਡਾ ਧੰਨਵਾਦ ਸ਼ੁਕਰ ਤੇ ਵਡਿਆਈ ਕਰਦੇ ਅੱਜ ਦੇ ਦਿਨ ਲਈ ਕਿਉਂਕਿ ਪਰਮੇਸ਼ਰ ਤੁਸੀਂ ਅੱਜ ਦਾ ਦਿਨ ਸਾਨੂੰ ਦਿੱਤਾ ਆ ਤੁਹਾਡੀ ਕਿਰਪਾ ਤੇ ਦਇਆ ਸਾਡੇ ਤੇ ਹੋਈ ਹੈ ਤੁਹਾਡੀ ਆਸ਼ੀਸ਼ ਤੇ ਬਰਕਤ ਸਾਡੇ ਕੱਲੇ ਕੱਲੇ ਦੇ ਉੱਪਰ ਆਈ ਆ ਪ੍ਰੇਜ਼ ਗॉड ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਅੱਜ ਮੈਂ ਆਪਣੇ ਆਪ ਨੂੰ ਪਰਮਜੀਤ ਨੂੰ ਤੇ ਭੈਣ ਸ਼ਿੰਦੀ ਨੂੰ ਤੁਹਾਡੇ ਅੱਗੇ ਲੈ ਕੇ ਆਉਣੀ ਆ ਭਰਾ ਜੈਮਲ ਨੂੰ ਤੁਹਾਡੇ ਅੱਗੇ ਲੈ ਕੇ ਆਉਣੀ ਆ ਕਿਉਂਕਿ ਅਸੀਂ ਸਾਰੇ ਜਣੇ ਰਲ ਕੇ ਇਸ ਵੇਲੇ ਤੁਹਾਡੀ ਹਜ਼ੂਰੀ 'ਚ ਤੁਹਾਡੇ ਪ੍ਰੋਗਰਾਮ ਆਪਣੇ ਵਿਚਾਰ ਲੈ ਕੇ ਆਏ ਆ ਪ੍ਰਭੂ ਜੀ ਜਦੋਂ ਅਸੀਂ ਕੋਈ ਵੀ ਬੋਲੀਏ ਮੈਂ ਜਾਂ ਭੈਣ ਕੋਈ ਵੀ ਲਫ਼ਜ਼ ਸਾਡੇ ਅੰਦਰੋਂ ਨਿਕਲੇ ਉਹ ਪਰਮੇਸ਼ਰ ਤੁਹਾਡੀ ਵਡਿਆਈ ਦੇ ਵਾਸਤੇ ਹੋਵੇ ਉਹ ਸਾਡੀ ਆਪਣੇ ਵੱਲੋਂ ਕੋਈ ਨਾ ਹੋਵੇ ਪ੍ਰਭੂ ਜੀ ਸਾਡੇ ਮੂੰਹਾਂ ਦੇ ਉੱਤੇ ਪਹਿਰਾ ਬਿਠਾਉਣਾ ਪ੍ਰਭੂ ਜੀ ਅਸੀਂ ਬਲੈਸਿੰਗ ਦਾ ਕਾਰਨ ਹੋਈਏ ਜਿਹੜੇ ਭੈਣਾਂ ਭਰਾ ਇਸ ਵੇਲੇ ਸਾਨੂੰ ਸੁਣਦੇ ਪਏ ਆ ਉਹਨਾਂ ਦੇ ਲਈ ਅਸੀਂ ਬਲੈਸਿੰਗ ਦਾ ਕਾਰਨ ਹੋਈਏ ਪਰਮੇਸ਼ਰ ਤੁਸੀਂ ਕਿਰਪਾ ਕਰੋ ਦਇਆ ਕਰੋ ਉਹਨਾਂ ਦੇ ਉੱਤੇ ਕੱਲੇ ਕੱਲੇ ਦੇ ਉੱਤੇ ਉਹਨਾਂ ਨੂੰ ਵੀ ਬਲੈਸ ਕਰੋ ਜਿਹੜੇ ਇਸ ਵੇਲੇ ਕਿਸੇ ਵੀ ਘਸਮਾਨ ਵਿੱਚ ਜਾਂ ਪ੍ਰੋਬਲਮ 'ਚ ਫਸੇ ਆ ਅਸੀਂ ਉਹਨਾਂ ਲਈ ਬਲੈਸਿੰਗ ਬੋਲਦੇ ਆ ਤੇ ਉਹਨਾਂ ਲਈ ਹਰ ਇੱਕ ਉਹ ਰਾਸਤਾ ਖੋਲ ਦਿੰਦੇ ਆ ਜਿਹੜਾ ਪਰਮੇਸ਼ਵਰ ਦੇ ਵੱਲੋਂ ਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਆਓ ਤੁਸੀਂ ਰੱਬ ਦੀ ਆਵਾਜ਼ ਟੀਵੀ ਤੇ ਆਪਣੀ ਬਰਕਤ ਤੇ ਆਸ਼ੀਸ਼ ਦਿਓ ਭਰਾ ਦੇ ਉੱਤੇ ਆਪਣੀ ਆਸ਼ੀਸ਼ ਤੇ ਬਰਕਤ ਦਿਓ ਸਾਨੂੰ ਪਰਮੇਸ਼ਵਰ ਜੀ ਅੱਗੇ ਨੂੰ ਇੱਦਾਂ ਚਲਾਓ ਜਿੱਦਾਂ ਤੁਸੀਂ ਚਾਹੁੰਦੇ ਆ ਤੁਹਾਡੀ ਮਰਜ਼ੀ ਦੇ ਅਨੁਸਾਰ ਅਸੀਂ ਚੱਲ ਸਕੀਏ ਯਿਸੂ ਮਸੀਹ ਦੇ ਨਾਂ 'ਚ ਅਸੀਂ ਮੰਗਦੇ ਤੇ ਪਾਉਂਦੇ ਆ ਆਮੀਨ ਆਮੀਨ ਪ੍ਰੇਜ਼ ਗॉड ਹਾਂਜੀ ਭੈਣੋ ਤੇ ਭਰਾਵੋ ਤੁਹਾਨੂੰ ਫਿਰ ਵੈਲਕਮ ਕਰਦੇ ਆ ਗੁੱਡ ਈਵਨਿੰਗ ਕਹਿੰਦੇ ਆ ਬਹੁਤ ਮਿੱਠੀ ਤੁਹਾਨੂੰ ਫਿਰ ਜੈਮਸੀ ਦੀ ਕਹਿੰਦੀ ਆ ਤੁਸੀਂ ਬਹੁਤ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਬਹਿੰਦੇ ਹੋ ਇਹਦੇ ਲਈ ਵੀ ਪਰਮੇਸ਼ਵਰ ਤੁਹਾਨੂੰ ਜ਼ਰੂਰ ਫਲ ਦਿੰਦਾ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਆਉਂਦੇ ਆ ਤੁਸੀਂ ਮੇਰੇ ਲਈ ਨਹੀਂ ਆਏ ਜਾਂ ਭੈਣ ਲਈ ਨਹੀਂ ਆਏ ਜਾਂ ਕਿਸੇ ਹੋਰ ਲਈ ਨਹੀਂ ਆਏ ਤੁਸੀਂ ਪਰਮੇਸ਼ਵਰ ਦੇ ਕਰਕੇ ਆਏ ਆ ਕਿਉਂਕਿ ਤੁਸੀਂ ਪਰਮੇਸ਼ਵਰ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਆ ਪਰਮੇਸ਼ਵਰ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਆ ਇਸ ਕਰਕੇ ਤੁਸੀਂ ਆਪਣਾ ਟਾਈਮ ਕੱਢ ਕੇ ਪਰਮੇਸ਼ਵਰ ਦੇ ਕੋਲ ਆਏ ਆ ਆਓ ਆਪਾਂ ਅੱਜ ਦੇ
ਪ੍ਰੋਗਰਾਮ ਵੱਲ ਨੂੰ ਵੱਧਦੇ ਆ। ਅੱਜ ਦਾ ਪ੍ਰੋਗਰਾਮ ਆਪਣੇ ਵਿਚਾਰ ਦੇ ਵਿੱਚ ਆਪਾਂ ਹੁੰਦੇ ਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਟੂਡੀਓ ਦਾ ਨੰਬਰ ਦੱਸਦੀ ਆ, 012106010964। ਇਹ ਆਪਣਾ ਜਿਹੜਾ ਹੈਗਾ ਆ ਸਟੂਡੀਓ ਦਾ ਨੰਬਰ ਆ। ਤੁਸੀਂ ਇੱਥੇ ਆ ਕੇ ਕੋਈ ਵੀ ਗੱਲ ਕਰਨੀ ਚਾਹੁੰਦੇ ਆ ਜਾਂ ਵਿਚਾਰ ਦੇਣਾ ਚਾਹੁੰਦੇ ਆ ਜਾਂ ਅੱਗੇ ਤੋਂ ਤੁਸੀਂ ਕੁਝ ਸਾਨੂੰ ਦੱਸਣਾ ਚਾਹੁੰਦੇ ਆ ਜਾਂ ਤੁਸੀਂ ਕੁਝ ਸੁਣਨਾ ਚਾਹੁੰਦੇ ਆ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਤੇ ਤੁਸੀਂ ਫੋਨ ਵੀ ਕਰ ਸਕਦੇ ਆ, ਜਿਹੜਾ ਮੈਂ ਸਟੂਡੀਓ ਦਾ ਨੰਬਰ ਦਿੱਤਾ ਆ। ਮੈਂ ਦੁਬਾਰਾ ਫੇਰ ਰਿਪੀਟ ਕਰ ਦਿੰਦੀ ਇੱਕ ਵਾਰੀ, 012106010964। ਇਹ ਸਾਡਾ ਸਟੂਡੀਓ ਦਾ ਨੰਬਰ ਆ। ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਆ। ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ, ਆਪਾਂ ਪ੍ਰਾਰਥਨਾ ਵੀ ਕਰ ਸਕਦੇ ਆ। ਪਰ ਪਰਮੇਸ਼ਵਰ ਨੇ ਆਰਾਮ ਦੇਣਾ, ਕਿਉਂਕਿ ਤੁਹਾਡੀ ਨੇਚਰ ਨੇ ਤੁਹਾਨੂੰ ਠੀਕ ਕਰਨਾ ਆ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਆ, ਆਪਣਾ ਵਿਚਾਰ ਜਿਹੜਾ ਆ, ਉਹ ਆਪਾਂ ਜਿਹੜੀ ਗੱਲਬਾਤ ਅੱਜ ਕਰਨੀ ਆ ਉਹ ਹੈਗੀ ਧੀਰਜ ਤੇ, ਸਹਿਣਸ਼ੀਲਤਾ ਤੇ। ਕਿੰਨਾ ਕੁ ਧੀਰਜ ਆ, ਕਿੰਨੀ ਕੁ ਸਾਡੇ ਕੋਲ ਸਹਿਣਸ਼ੀਲਤਾ, ਕਿੰਨਾ ਕੁ ਪੀਸ, ਸ਼ਾਂਤੀ, ਕਿਉਂਕਿ ਇਹ ਸਾਰੇ ਰਲ ਕੇ ਇੱਕ ਚੀਜ਼ ਬਣਦੀ ਆ। ਜੇ ਅਸੀਂ ਸ਼ਾਂਤੀ ਲੈਣੀ ਆ ਫਿਰ ਵੀ ਸਾਨੂੰ ਧੀਰਜ ਲੈਣਾ ਪੈਣਾ ਆ। ਜੇ ਅਸੀਂ ਧੀਰਜ ਲੈਣਾ ਸਾਨੂੰ ਸ਼ਾਂਤੀ ਲੈਣੀ ਪੈਣੀ ਆ। ਇਹ ਸਾਰੇ ਰਲ ਕੇ ਇੱਕ ਚੀਜ਼ ਬਣਦੀ ਆ ਕਿ ਅਸੀਂ ਕਿੰਨਾ ਕੁ ਧੀਰਜ ਰੱਖਦੇ ਆ, ਕਿੰਨੀ ਕੁ ਸਾਡੇ 'ਚ ਧੀਰਜ ਹੈਗੀ ਆ। ਇਹ ਧੀਰਜ ਕੀ ਹੈਗਾ ਆ, ਕਿੱਥੋਂ ਆਉਂਦਾ ਆ, ਕਿੱਦਾਂ ਆਉਂਦਾ ਆ, ਕਿਹਦੇ ਕੋਲ ਹੁੰਦਾ ਆ? ਕੀ ਇਹ ਸਾਰਿਆਂ ਕੋਲ ਹੈਗਾ ਆ ਕਿ ਸਿਰਫ ਸਰਟਨ ਪੀਪਲ ਆ ਜਿਨ੍ਹਾਂ ਦੇ ਕੋਲ ਹੈਗਾ ਆ? ਕਈ ਵਾਰੀ ਕੀ ਕਰਦੇ ਅਸੀਂ, ਕੋਈ ਚੀਜ਼ ਦੇਖੀ, ਆਹ ਬਹੁਤ ਸੋਹਣੀ ਲੱਗੀ ਆ, ਅਸੀਂ ਦਵਾ ਦਵ ਉਹਨੂੰ ਖਰੀਦ ਲੈਂਦੇ ਆ। ਜਾਂ ਕੀ ਇੱਥੇ ਸਾਡੇ ਕੋਲ ਧੀਰਜ ਨਹੀਂ ਹੈਗਾ, ਬਾਅਦ ਵਿੱਚ ਭਾਵੇਂ ਸਾਨੂੰ ਉਹਦਾ ਨੁਕਸਾਨ ਹੋ ਜਾਵੇ। ਕਈ ਵਾਰੀ ਕੀ ਹੁੰਦਾ, ਸਾਨੂੰ ਕਿਸੇ ਨੇ ਕੁਛ ਗਲਤ ਕਹਿ ਦਿੱਤਾ, ਅਸੀਂ ਇੱਕ ਦੇ 4 ਜਵਾਬ ਦੇ ਦਿੰਦੇ ਆ। ਕੀ ਸੀਗਾ? ਸਾਡੇ ਕੋਲ ਧੀਰਜ ਹੈ ਨਹੀਂ ਸੀ। ਸਾਨੂੰ ਉਹਦੇ ਬਾਰੇ, ਜੇ ਉਸ ਪਰਸਨ ਨੇ ਨਹੀਂ ਸੋਚਿਆ, ਪਰ ਸਾਨੂੰ ਸੋਚਣ ਦੀ ਲੋੜ ਸੀ ਕਿ ਸਾਡੇ ਕੋਲ ਕਿੰਨਾ ਕੁ ਧੀਰਜ ਹੈਗਾ ਆ ਕਿ ਅਸੀਂ ਉਹਦੀਆਂ ਗੱਲਾਂ ਨੂੰ ਸੁਣ ਕੇ ਉਸੇ ਵੇਲੇ ਭਾਵਕ ਹੋ ਕੇ ਉਹਦੇ ਉੱਤੇ ਚੜ੍ਹਾਈ ਕਰ ਦਿੱਤੀ। ਫਿਰ ਕੀ ਹੋਇਆ, ਉਹਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਇਹ ਜਿਹੜੀਆਂ ਗੱਲਾਂ ਆ, ਇਹ ਮੈਂ ਇਸ ਕਰਕੇ ਦੱਸਦੀ ਆ ਕਿ ਸੱਚਮੁੱਚ ਅਸੀਂ ਵੀ ਉੱਥੇ ਹੀ ਆ। ਅਸੀਂ ਵੀ ਲਰਨ ਕਰਦੇ ਆ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਪਰਫੈਕਟ ਆ ਜਾਂ ਭੈਣ ਬਹੁਤ ਪਰਫੈਕਟ ਆ ਜਾਂ ਫਲਾਨਾ ਪਰਫੈਕਟ ਆ, ਨਹੀਂ। ਅਸੀਂ ਡੇ ਬਾਏ ਡੇ ਇਹ ਗੱਲਾਂ ਲਰਨ ਕਰਨੀਆਂ, ਕਿਉਂਕਿ ਪਰਮੇਸ਼ਰ ਦੇ ਬਚਨ ਵਿੱਚ ਇਹੋ ਲਿਖੀਆਂ ਹੋਈਆਂ ਆ। ਪਰਮੇਸ਼ਰ ਸਾਨੂੰ ਇਹ ਗੱਲਾਂ ਸਿਖਾਉਣੀਆਂ ਚਾਹੁੰਦਾ ਆ। ਜਦੋਂ ਅਸੀਂ ਸਾਰੇ ਜਣੇ ਬਾਈਬਲ ਪੜ੍ਹਦੇ ਆ, ਜਦੋਂ ਅਸੀਂ ਦੇਖਦੇ ਆ ਯਿਸੂ ਮਸੀਹ ਕਿੱਦਾਂ ਦਾ ਸੀਗਾ, ਕਿੰਨਾ ਉਹਦੇ ਵਿੱਚ ਧੀਰਜ ਸੀਗਾ। ਉਹਦੇ ਮੂੰਹ ਤੇ ਥੁੱਕਿਆ ਗਿਆ, ਉਹਨੂੰ ਗਾਲੀਆਂ ਨਾਲ ਉਹਦੀ ਦਾੜੀ ਨੂੰ ਨੋਚਿਆ ਗਿਆ, ਉਹਨੇ ਫੇਰ ਵੀ ਕਿਸੇ ਨੂੰ ਉਹਦੀ ਮੁੜ ਕੇ ਦਾੜੀ ਨਹੀਂ ਨੋਚੀ ਹੈਗੀ। ਕੀ ਹੋਇਆ ਸੀ? ਪਤਰਸ ਨੇ ਕੰਨ ਕੱਟ ਦਿੱਤਾ ਸੀਗਾ ਸਿਪਾਹੀ ਦਾ। ਪਰਮੇਸ਼ਵਰ ਨੇ ਕੀ ਕਿਹਾ ਸੀਗਾ ਪਤਰਸ ਨੂੰ ਕਿ ਜੇ ਤੂੰ ਉਹਦਾ ਕੰਨ ਕੱਟਿਆ, ਉਹਦਾ ਉਹੀ ਕੱਟਿਆ ਜਾਣਾ। ਮੁੜ ਕੇ ਉਹਨੇ ਜੋੜ ਦਿੱਤਾ ਸੀ। ਉਹਨੇ ਇਹ ਨਹੀਂ ਸੀ ਕਿਹਾ, ਵਿਰੋਧਤਾ ਨਹੀਂ ਸੀ ਕੀਤੀ। ਕਿਉਂ ਕੀ ਉਹ ਨਹੀਂ ਕੀਤੀ? ਕਿਉਂਕਿ ਉਸ ਕੋਲ ਧੀਰਜ ਸੀ, ਸ਼ਾਂਤੀ ਸੀ। ਇਹ ਸਾਡੇ ਵਿੱਚ ਵੀ ਬਹੁਤ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਆ। ਸਾਡੇ ਵਿੱਚ ਸਬਰ, ਮੇਰੇ ਖਿਆਲ ਬਹੁਤੀ ਵਾਰੀ ਪੰਜਾਬੀ ਦੇ ਅੱਖਰ ਵਿੱਚ ਸਬਰ ਜ਼ਿਆਦਾ ਯੂਜ਼ ਕਰ ਦਿੰਦੇ ਆ। ਦੇਖਦੇ ਇਹਦੇ ਕੋਲ ਕਿੰਨਾ ਕੁ ਸਬਰ ਹੈਗਾ ਆ। ਸੱਚਮੁੱਚ ਸਾਡੇ ਕੋਲ ਸਬਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਸਾਡੇ ਕੋਲ ਸਬਰ ਨਹੀਂਗਾ ਹੈਗਾ ਤੇ ਸਾਡੇ ਕੋਲ ਅਸੀਂ ਅੱਗੇ ਨੂੰ ਵਧ ਨਹੀਂ ਸਕਦੇ। ਬਹੁਤ ਸਾਰੀਆਂ, ਜਿੱਦਾਂ ਹੁਣ ਆਪਣਾ ਇੱਕ ਹੱਥ ਹੈ ਦੀਆਂ 5 ਉਂਗਲਾਂ ਆ, ਇਹਨੂੰ ਜਦੋਂ ਇਕੱਠਾ ਕਰੋ ਤਾਂ ਇੱਕ ਮੁੱਕਾ ਬਣਦਾ ਆ। ਇਸੇ ਹੀ ਤਰ੍ਹਾਂ ਪਰਫੈਕਟ ਪਰਸਨ ਬਣਨ ਦੇ ਲਈ ਸਾਨੂੰ ਇਹ ਧੀਰਜ, ਸਹਿਣਸ਼ੀਲਤਾ, ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਪਰਮੇਸ਼ਵਰ ਨੇ ਦਿੱਤੀਆਂ। ਆਪਾਂ ਹੁਣ ਬਚਨ ਵੱਲ ਨੂੰ ਚੱਲਦੇ ਆ, ਭੈਣ ਜੀ ਤੋਂ ਸੁਣਦੇ ਆ ਕਿ ਪਰਮੇਸ਼ਵਰ ਇਹਦੇ ਬਾਰੇ ਕੀ ਕਹਿੰਦੇ ਆ, ਕੀ ਹੋਣਾ ਚਾਹੀਦਾ ਸਾਡੇ ਕੋਲ। ਹਾਲੇਲੂਇਆ। ਆਪਣਾ ਦੇਖਦੇ ਆ ਆਪਾਂ ਨੂੰ ਵਚਨ ਕੀ ਕਹਿੰਦਾ ਆ। ਇਹ ਜਿਹੜੀ ਧੀਰਜ ਆ, ਇਹ ਇੱਕ ਸਾਨੂੰ ਆਤਮਿਕ ਫਲ ਮਿਲਿਆ ਆ। ਆਮੇਨ। ਪਰ ਇਹ ਹਰੇਕ ਕੋਲ ਨਹੀਂ ਹੈਗਾ। ਆਪਾਂ ਹਜੇ ਜਿੱਦਾਂ ਮਤਲਬ ਉਸ ਫਲ ਦੇ ਵਿੱਚ ਆਪਾਂ ਆਪਣੇ ਆਪ ਨੂੰ, ਮੈਂ ਭੈਣ ਨੇ ਤੇ ਆਪਾਂ ਸਾਰੇ ਨੇ ਆਪਣੇ ਆਪ ਨੂੰ ਪਰਖਣਾ, ਆਪਾਂ ਕਿੱਥੇ ਆ ਇਸ ਧੀਰਜ ਦੇ ਵਿੱਚ। ਆਮੇਨ। ਆਪਾਂ ਦੇਖਦੇ ਹਾਂ ਗਲਾਤੀਆਂ ਦੀ ਕਿਤਾਬ, ਉਹਦਾ 5ਵਾਂ ਚੈਪਟਰ ਤੇ ਉਹਦੀ 22 ਆਇਤ ਪੜ੍ਹਦੇ ਆ, ਜਿਹਦੇ ਵਿੱਚ ਲਿਖਿਆ ਆਤਮਿਕ ਫਲ। ਆਮੇਨ। ਪਰ ਆਤਮਾ ਦਾ ਫਲ ਇਹ ਹੈ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ। ਆਮੇਨ। ਇਹ ਆਤਮਾ ਦਾ ਇੱਕ ਫਲ ਹੈ, ਧੀਰਜ। ਯੈਸ। ਪਰ
ਇਹ ਕਾਫੀ ਲੋਕਾਂ ਕੋਲ ਹੈ ਧੀਰਜ, ਪਰ ਫੇਰ ਵੀ ਕਦੇ ਨਾ ਕਦੇ ਉਹ ਧੀਰਜ ਤੋਂ ਇੱਧਰ ਉੱਧਰ ਹੋ ਜਾਂਦੇ ਆ। ਯੈਸ। ਪਰ ਕਈ ਲੋਕੀ ਇਸ ਧੀਰਜ ਆਤਮਾ ਦੇ ਫਲ ਤੋਂ ਅਧੂਰੇ ਆ ਕਰਕੇ ਉਹਨਾਂ ਦੇ ਕੋਲ ਇਹ ਫਲ, ਕਿਉਂਕਿ ਉਹ ਜਾਣਦੇ ਨਹੀਂ ਕਿ ਇਹ ਆਤਮਿਕ ਫਲ ਆ, ਉਹ ਲੋਕ ਇਸ ਤੋਂ ਦੂਰ ਆ। ਇਸ ਕਰਕੇ ਆਪਾਂ ਆਪਣੇ ਆਪ ਨੂੰ ਦੇਖਣਾ ਕਿ ਇਹ ਸਾਡੇ ਕੋਲ ਫਲ ਪਰਮੇਸ਼ਰ ਨੇ ਸਾਡੇ ਕੋਲ ਹੈਗਾ, ਅਸੀਂ ਉਹਦੇ ਕੋਲ, ਉਹਨੇ ਤਾਂ ਆਪਾਂ ਨੂੰ ਦਿੱਤਾ ਹੋਇਆ ਪਰਮੇਸ਼ਵਰ ਨੇ, ਪਰ ਅਸੀਂ ਰਿਸੀਵ ਕੀਤਾ ਹੋਇਆ, ਅਸੀਂ ਇਸ ਜਗ੍ਹਾ ਤੇ ਹੈਗੇ ਆ। ਅੱਜ ਮੈਂ ਤੇ ਤੁਸੀਂ ਭੈਣ ਨੇ ਆਪਾਂ ਅੱਜ ਇਹ ਦੇਖਣਾ, ਆਪਾਂ ਜਿਹੜਾ ਵਚਨ ਆ ਦੋ ਧਾਰੀ ਤਲਵਾਰ ਆ, ਤੇ ਸਾਨੂੰ ਵੀ ਕੱਟਦਾ ਤੁਹਾਨੂੰ ਵੀ ਕੱਟਦਾ। ਅੱਜ ਮੈਨੂੰ ਕਰਕੇ ਜਦੋਂ ਮੈਂ ਪ੍ਰਾਰਥਨਾ ਕਰਦੀ ਸੀ, ਮੈਨੂੰ ਪਰਮੇਸ਼ਰ ਨੇ ਧੀਰਜ ਬਾਰੇ ਦੱਸਿਆ ਕਰਕੇ ਕਈ ਚੀਜ਼ਾਂ ਦੇ ਵਿੱਚ ਹਜੇ ਮੇਰੇ ਕੋਲ ਵੀ ਧੀਰਜ ਹੈ ਨਹੀਂ ਕਰਕੇ ਅੱਜ ਮੈਂ ਚਾਹੂੰਗੀ ਮੇਰੇ ਭੈਣ ਭਾਈ ਫੋਨ ਆਨਲਾਈਨ ਹੋਣ, ਸਾਨੂੰ ਫੋਨ ਕਰਨ, ਸਾਨੂੰ ਦੱਸਣ ਜੇ ਉਹਨਾਂ ਕੋਲ ਧੀਰਜ ਹੈਗਾ, ਉਹਨਾਂ ਨੇ ਇਹ ਧੀਰਜ ਕਿੱਦਾਂ ਪਾਇਆ, ਤਾਂ ਕਿ ਅਸੀਂ ਵੀ ਉਹਨਾਂ ਕੋਲੋਂ ਸਿੱਖ ਸਕੀਏ। ਤਾਂ ਕਰਕੇ ਆਪਾਂ ਆਪਣੇ ਵਚਨ 'ਚ ਅੱਗੇ ਵੱਧਦੇ ਹਾਂ ਤੇ ਆਪਣੇ ਭੈਣ ਭਾਈਆਂ ਦੀ ਅਸੀਂ ਉਡੀਕ ਵਿੱਚ ਆ। ਅੱਜ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਨਲਾਈਨ ਆ ਕੇ ਸਾਨੂੰ ਆਪੋ ਆਪਣੇ ਵਿਚਾਰ ਦੇਣ। ਆਮੇਨ ਆਮੇਨ। ਹਾਂਜੀ ਭੈਣੋ ਤੇ ਭਰਾਵੋ, ਜਿੱਦਾਂ ਭੈਣ ਜੀ ਨੇ ਕਿਹਾ ਆ, ਪਰ ਮੈਂ ਕਿੱਥੇ ਗੱਲ ਥੋੜੀ ਕਿ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਆ। ਬਹੁਤ ਵਾਰੀ ਅਸੀਂ ਇਦਾਂ ਕਹਿੰਦੇ ਹੁੰਦੇ ਮੇਰੇ ਕੋ ਧੀਰਜ ਹੈਗਾ ਆ, ਫਲਾਨੇ ਕੋ ਹੈ ਨਹੀਂਗਾ। ਪਰ ਪਤਾ ਕੀ ਹੁੰਦਾ ਆ, ਸਾਨੂੰ ਦੂਸਰਾ ਪਰਸਨ ਦੱਸ ਸਕਦਾ ਆ ਤੁਹਾਡੇ ਕੋਲ ਧੀਰਜ ਹੈਗਾ ਕਿ ਨਹੀਂ, ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ। ਪਹਿਚਾਣ ਜਿਹੜੀ ਆ, ਅਸੀਂ ਕਈ ਵਾਰੀ ਸਾਨੂੰ ਹੁੰਦਾ ਆ ਕਿ ਮੇਰੇ ਕੋਲ ਬਹੁਤ ਵਧੀਆ ਚੀਜ਼ਾਂ ਹੈਗੀਆਂ, ਪਰ ਉਹ ਦੂਜਾ ਪਰਸਨ ਜਾਂ ਜਿਹਦੇ ਨਾਲ ਗੱਲ ਕਰਦੇ ਆ ਜਾਂ ਜਿਹੜਾ ਥਰਡ ਪਰਸਨ ਉੱਥੇ ਖੜਾ ਹੋਊਗਾ, ਜਦੋਂ ਦੋ ਜਣਿਆਂ ਨੂੰ ਗੱਲਾਂ ਕਰਦਿਆਂ ਨੂੰ ਸੁਣੂਗਾ, ਉਦੋਂ ਉਹ ਡਿਕਲੇਅਰ ਕਰ ਸਕਦਾ ਹੈ ਕਿ ਇਸ ਪਰਸਨ ਦੇ ਕੋਲ ਕਿੰਨਾ ਕੁ ਧੀਰਜ ਆ, ਕਿੰਨੀ ਕੁ ਸਹਿਣਸ਼ੀਲਤਾ ਹੈਗੀ ਆ, ਕਿੰਨਾ ਕੁ ਸਬਰ ਹੈਗਾ ਆ। ਜਿਹੜਾ ਸਬਰ, ਸਹਿਣਸ਼ੀਲਤਾ, ਧੀਰਜ, ਇਹ ਜਿਹੜਾ ਆ ਇਹ ਸੱਚਮੁੱਚ ਸਾਡੇ ਵਿੱਚ ਸੱਚੀ ਹੋਣਾ ਚਾਹੀਦਾ ਆ ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਆ ਚੁੱਕੇ ਹਾਂ। ਪਰ ਅਸੀਂ ਚਲੋ, ਸਾਨੂੰ ਪਹਿਲਾਂ ਤਾਂ ਇਹਨਾਂ ਚੀਜ਼ਾਂ ਬਾਰੇ, ਜਦੋਂ ਅਸੀਂ ਪਰਮੇਸ਼ਵਰ 'ਚ ਨਹੀਂ ਸੀ, ਸਾਨੂੰ ਸੱਚੀ ਨਹੀਂ ਸੀ ਪਤਾ ਹੁੰਦਾ ਧੀਰਜ ਕਿੱਥੇ ਆ, ਕੀ ਹੁੰਦਾ ਆ ਸਾਡੇ ਕੋਲ। ਅਸੀਂ ਝੱਲਦੇ ਹੀ ਨਹੀਂ ਸੀ ਹੁੰਦੇ ਇੱਕ ਦੂਜੇ ਨੂੰ, ਝੱਟ ਦੇਣੀ, ਜੇ ਇੱਕ ਕਹੀਆਂ ਤਾਂ 10 ਕਹਿ ਕੇ ਸਾਹ ਲੈਂਦੇ ਹੁੰਦੇ ਸੀ। ਪਰ ਪਰਮੇਸ਼ਵਰ ਨੇ ਕੀ ਕਿਹਾ ਸਾਨੂੰ, ਸੁਣਨ ਵਿੱਚ ਕਾਲੇ ਤੇ ਬੋਲਣ ਵਿੱਚ ਧੀਰਜ ਰੱਖੋ। ਅਸੀਂ ਕੀ ਕਰਦੇ ਆ, ਅਸੀਂ ਸੁਣਨ ਵਿੱਚ ਘੱਟ ਹੌਲੀ ਹੋ ਜਾਂਦੇ ਆ, ਧੀਰਜ ਰੱਖ ਲੈਂਦੇ ਆ, ਬੋਲਣ ਦੇ ਵਿੱਚ ਬਹੁਤ ਕਾਲੀ ਹੋ ਜਾਂਦੇ ਆ, ਕਿਉਂਕਿ ਅਸੀਂ ਉਹ ਜਿਹੜਾ ਭਾਰ ਸਿਰ ਤੋਂ ਲਾਉਣਾ ਹੁੰਦਾ ਆ, ਛੇਤੀ ਅਸੀਂ ਉਹਦੇ ਤੋਂ ਫਰੀ ਹੋਣਾ ਹੁੰਦਾ ਆ। ਇਹੋ ਹੀ ਰੀਜ਼ਨ ਆ, ਅਸੀਂ ਇਹ ਗਲਤੀਆਂ ਸਾਰੇ ਜਣੇ ਹੀ ਕਰਦੇ ਆ, ਅਸੀਂ ਵੀ ਤੁਹਾਡੇ ਵਿੱਚ ਹੀ ਆ, ਅਸੀਂ ਵੀ ਸਿੱਖਦੇ ਆ, ਲਰਨ ਕਰਦੇ ਆ ਸਲੋਲੀ। ਪਰ ਜਦੋਂ ਅਸੀਂ ਕਈ ਵਾਰੀ ਇਦਾਂ ਹੁੰਦਾ ਆ, ਕਈ ਵਾਰੀ ਜਦੋਂ ਅਸੀਂ ਗਲਤੀ ਕਰ ਲੈਂਦੇ ਆ, ਫੇਰ ਸਾਨੂੰ ਪਤਾ ਲੱਗਦਾ ਆ ਕਿ ਮੈਨੂੰ ਇੱਥੇ ਇਦਾਂ ਨਹੀਂ ਸੀ ਕਰਨਾ ਚਾਹੀਦਾ। ਅੱਜ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ, ਕਿਸੇ ਨੇ ਮੈਨੂੰ ਕੁਝ ਕਿਹਾ, ਪਰ ਮੈਂ ਕੀ ਕਿਹਾ, ਮੈਂ ਕੀ ਕੀਤਾ, ਮੈਂ ਇੱਕਦਮ ਕਹਿ ਦਿੱਤਾ, ਮੈਂ ਕਿਹਾ ਮੈਨੂੰ ਕਦੇ ਹਰ ਵੇਲੇ ਇਦਾਂ ਕਿਹਾ ਜਾਂਦਾ ਆ। ਪਰ ਫਿਰ ਮੈਂ ਰੀਅਲਾਈਜ਼ ਕੀਤਾ, ਮੈਂ ਕਿਹਾ ਉਸ ਪਰਸਨ ਨੂੰ ਤਾਂ ਪਤਾ ਹੀ ਨਹੀਂ ਉਹ ਕੀ ਕਹਿੰਦਾ ਪਿਆ, ਮੈਨੂੰ ਤਾਂ ਪਤਾ ਆ। ਫਿਰ ਮੈਂ ਕਿਹਾ ਚਲੋ ਮੈਂ ਸੌਰੀ ਆ। ਫਿਰ ਇੱਥੇ ਕੀ ਆ, ਸਾਨੂੰ ਜਿਹੜੇ ਪਰਮੇਸ਼ਵਰ ਨੂੰ ਜਾਣਦੇ ਆ ਉਹਨਾਂ ਦੇ ਵਿੱਚ ਧੀਰਜ ਬਹੁਤ ਹੋਣਾ ਚਾਹੀਦਾ ਹੈ। ਤੇ ਜਿਹੜੇ ਸਾਡੇ 올 ਰਾਉਂਡ ਆ, ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਆ ਕਿ ਤੁਸੀਂ ਆਪਣੇ ਫਰੂਟ ਤੋਂ ਪਛਾਣੇ ਜਾਓਗੇ। ਸੱਚਮੁੱਚ ਜਦੋਂ ਅਸੀਂ ਬਾਕੀ ਲੋਕਾਂ ਦੇ ਵਿੱਚ ਭੈਣਾਂ ਭਰਾਵਾਂ 'ਚ ਜਾਣਾ ਆ, ਅਸੀਂ ਆਪਣੇ ਫਲਾਂ ਤੋਂ ਪਛਾਣੇ ਜਾਣਾ ਆ, ਆਪਣੀ ਬੋਲੀ ਤੋਂ ਪਛਾਣੇ ਜਾਣਾ। ਸਾਡੀ ਬੋਲੀ ਕਿੱਦਾਂ ਦੀ ਆ, ਸਾਡੀ ਬੋਲੀ ਬਹੁਤ ਮਿੱਠੀ ਵਧੀਆ ਹੋਣੀ ਚਾਹੀਦੀ ਆ ਕਿ ਸਾਨੂੰ ਜੇ ਕੋਈ ਕੌੜੇ ਬੋਲ ਵੀ ਬੋਲਦਾ, ਅਸੀਂ ਉਹਨੂੰ ਕੌੜੇ ਨਾ ਬੋਲੀਏ। ਇਸ ਕਰਕੇ ਭੈਣੋ ਤੇ ਭਰਾਵੋ, ਸਾਰੇ ਜਣੇ ਆਪਾਂ ਅੱਗੇ ਨੂੰ ਫੇਰ ਪਰਮੇਸ਼ਰ ਦੇ ਵਚਨ ਵੱਲ ਨੂੰ ਵਧਦੇ ਹਾਂ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਆ, ਮੈਂ ਸਟੂਡੀਓ ਦਾ ਨੰਬਰ ਤੁਹਾਨੂੰ ਇੱਕ ਵਾਰੀ ਦੁਬਾਰਾ ਦੱਸ ਦਿੰਦੀ ਫੇਰ, 012160100964। ਇਹ ਸਾਡਾ ਰੱਬ ਦੀ ਆਵਾਜ਼ ਟੀਵੀ ਦਾ ਸਟੂਡੀਓ ਦਾ ਨੰਬਰ ਆ, ਤੇ ਤੁਸੀਂ ਆਓ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰੋ। ਹਾਂਜੀ ਭੈਣ ਜੀ। ਆਪਾਂ ਹੁਣ ਆਪਣੇ ਵਚਨ ਵੱਲ ਚੱਲਦੇ ਹਾਂ। ਕਲੂਸੀਆ ਦੀ ਕਿਤਾਬ
ਉਹਦਾ ਤੀਜਾ ਅਧਿਆਇ ਤਾਂ ਉਹਦੀ 12ਵੀਂ ਆਇਤ ਪੜ੍ਹਦੇ ਆ। ਹਾਂਜੀ। ਏਦਾਂ ਲਿਖਿਆ, ਮੈਂ ਸੋ ਤੁਸੀਂ ਪਰਮੇਸ਼ਰ ਦੇ ਚੁਣਿਆ ਹੋਇਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਜਿੱਦਾਂ ਭੈਣ ਨੇ ਪਹਿਲਾਂ ਦੱਸਿਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਲਿੰਕ ਹੈਗੀਆਂ ਆ, ਇੱਕ ਦੂਸਰੇ ਨਾਲ ਕਨੈਕਟ ਹੈਗੀਆਂ ਆ ਕਰਕੇ ਜੇ ਸਾਡੇ ਕੋਲ ਦਿਆਲਗੀ ਹੈਗੀ ਆ, ਸੱਚਮੁੱਚ ਮੈਨੂੰ ਲੱਗਦਾ ਧੀਰਜ ਵੀ ਹੌਲੀ ਹੌਲੀ ਆ ਜਾਊਗਾ। ਅਧੀਨਗੀ ਹੈਗੀ ਆ, ਨਰਮਾਈ ਹੈਗੀ ਆ ਕਰਕੇ ਪਰਮੇਸ਼ਰ ਹਕਾਰੀਆਂ ਦਾ ਸਾਹਮਣਾ ਕਰਦਾ ਕਰਕੇ ਉਹਨੇ ਕਿਹਾ, ਫਿਰ ਪਰਮੇਸ਼ਰ ਦਾ ਸਾਨੂੰ ਵਚਨ ਕਿਹਾ ਕੀ ਕਹਿੰਦਾ, ਦੁਆਰਾ ਮੈਂ ਪੜ੍ਹਨ ਲੱਗੀ ਹਾਂ, ਸੋ ਤੁਸੀਂ ਪਰਮੇਸ਼ਰ ਦਾ ਚੁਣਿਆ ਹੋਇਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ। ਮੈਂ ਇਸ ਕਰਕੇ ਕਹਿੰਦੀ ਹਾਂ ਕਰਕੇ ਜਿਹੜੇ ਪਰਮੇਸ਼ਰ ਵਿੱਚ ਆ ਚੁੱਕੇ ਆ ਉਹ ਆਤਮਕ ਫਲ ਮਿਲ ਚੁੱਕਾ ਆ, ਪਰ ਕਈ ਲੋਕੀ ਅਧੂਰੇ ਆ। ਪਰ ਆਪਾਂ ਦੇਖਣਾ ਸੱਚਮੁੱਚ ਅਸੀਂ ਇਹ ਲੈ ਲਿਆ ਫਲ, ਆਤਮਾ ਦਾ ਫਲ ਕਿ ਨਹੀਂ। ਫਿਰ ਰਹਿਮਦਿਲੀ, ਸੱਚਮੁੱਚ ਸਾਨੂੰ ਰਹਿਮਦਿਲੀ ਆਪੇ ਹੀ ਆ ਜਾਣੀ ਆ ਜਦੋਂ ਸਾਨੂੰ ਅਸੀਂ ਸਹਿਜੇ ਜਵਾਬ ਦੇਣਾ। ਅਸੀਂ ਕਹਿਣਾ ਨਹੀਂ ਇਹ ਤਾਂ ਜਾਣਦਾ ਨਹੀਂ, ਅਸੀਂ ਜਾਣਦੇ ਆ, ਅਸੀਂ ਇਹਦੇ ਨਾਲ ਰਹਿਮਦਿਲੀ ਨਾਲ ਵਰਤਣਾ ਆ। ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਸੱਚਮੁੱਚ ਪਰਮੇਸ਼ਰ ਨੇ ਸਭ ਤੋਂ ਵੱਡਾ ਕੀ ਕਿਹਾ, ਧੀਰਜ ਜ਼ਰੂਰ ਸਾਡੇ ਵਿੱਚ ਹੋਣਾ ਚਾਹੀਦਾ। ਮਸੀਹੀ ਦੇ ਵਿੱਚ ਜੇ ਪਰਮੇਸ਼ਵਰ ਦੀ ਅਸੀਂ ਜਿੱਦਾਂ ਕਹਿੰਦੇ ਯਿਸੂ ਮਸੀਹ ਦੀ ਤੁਸੀਂ ਰੀਸ ਕਰੋ, ਉਹ ਇਸ ਦੁਨੀਆ ਤੇ ਰਹੇ ਆ, ਉਹ ਮਨੁੱਖ ਬਣ ਕੇ ਰਹੇ ਆ, ਤੁਹਾਡਾ ਸੁਭਾਅ ਉਹਦੇ ਸੁਭਾਅ ਨਾਲ ਮਿਲਣਾ ਚਾਹੀਦਾ। ਸਾਨੂੰ ਧੀਰਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਆਮੇਨ ਆਮੇਨ, ਪ੍ਰੇਜ਼ ਗॉड। ਹਾਂਜੀ, ਦੇਖੋ ਭੈਣਾਂ ਤੇ ਭਰਾਵੋ, ਜਿੱਦਾਂ ਹੁਣ ਇਹ ਭੈਣ ਨੇ ਦੱਸਿਆ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਵਿੱਚ ਹੋਣੀਆਂ ਚਾਹੀਦੀਆਂ, ਪਰ ਇਹ ਕਿੱਥੋਂ ਆਉਣੀਆਂ ਆ, ਕਿੱਦਾਂ ਆ ਸਕਦੀਆਂ ਆ, ਕਿਸੇ ਨੇ ਸਾਨੂੰ ਆ ਕੇ ਦੇਣੀਆਂ ਆ ਕਿ ਜਾਂ ਭੈਣ ਨੇ ਮੈਨੂੰ, ਮੈਂ ਆਪਣੀ ਐਗਜ਼ਾਮਪਲ ਦਿੰਦੀ, ਭੈਣ ਨੇ ਮੈਨੂੰ ਕਹਿਣੀ ਪੰਮੀ ਆ ਲੈ ਫੜ, ਤੂੰ ਆ ਇੰਨੀਆਂ ਚੀਜ਼ਾਂ ਲੈ ਲਾ। ਨਹੀਂ, ਸਾਨੂੰ, ਮੈਨੂੰ ਤੇ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਆ ਬਚਨ ਦੇ ਵਿੱਚ ਜਾਣ ਲਈ। ਬਚਨ ਦੇ ਰਾਹੀਂ ਸਾਡੇ ਵਿੱਚ ਆਉਣੀਆਂ। ਜਿੱਦਾਂ ਜਿੱਦਾਂ ਅਸੀਂ ਬਚਨ ਪੜ੍ਹਨਾ ਹੈ, ਇਸ ਬਚਨ ਨੇ ਸਾਨੂੰ ਅੰਦਰੋਂ ਕੱਟਣਾ ਆ, ਸਾਡੀ ਰੂਹ ਆਤਮਾ ਨੂੰ ਇਹਨੇ ਕੱਟਣਾ ਆ, ਸਾਡੇ ਸਰੀਰ ਨੂੰ ਨਹੀਂ ਇਹਨੇ ਕੱਟਣਾ। ਇਹਨੇ ਸਾਡੀ ਰੂਹ ਆਤਮਾ ਨੂੰ, ਜਿੱਥੋਂ ਸਾਰਾ ਕੁਝ ਨਿਕਲਦਾ ਆ, ਕਿ ਇੱਕ ਜਗ੍ਹਾ ਬਚਨ 'ਚ ਲਿਖਿਆ ਹੋਇਆ ਪਿਆ ਆ ਕਿ ਜੋ ਤੁਸੀਂ ਖਾਂਦੇ ਆ ਉਹ ਤੁਹਾਨੂੰ ਭ੍ਰਿਸ਼ਟ ਨਹੀਂ ਕਰਦਾ, ਜੋ ਤੁਹਾਡੇ ਅੰਦਰੋਂ ਆਉਂਦਾ ਆ ਜੇ ਉਹ ਨਹੀਂ ਸਹੀ ਉਹ ਤੁਹਾਨੂੰ ਭ੍ਰਿਸ਼ਟ ਕਰਦਾ ਆ। ਸਹੀ ਗੱਲ ਆ। ਜੇ ਅਸੀਂ ਖਾਂਦੇ ਆ ਉਹ ਤਾਂ ਜਿੱਦਾਂ ਬਾਈਬਲ ਦੇ ਅਨੁਸਾਰ ਟੋਇਲਟ ਗਏ, ਉਹ ਨਿਕਲ ਜਾਣਾ, ਸਾਡੇ ਅੰਦਰ ਰਹਿਣਾ ਨਹੀਂ, ਕੱਲ ਨੂੰ ਹੋਰ ਆ ਜਾਣਾ, ਪਰਸੋਂ ਨੂੰ ਹੋਰ ਆ ਜਾਣਾ। ਪਰ ਜਿਹੜਾ ਸਾਡੇ ਅੰਦਰੋਂ ਨਿਕਲਣਾ ਆ, ਜਿਹੜੇ ਅਸੀਂ ਵਰਡਿੰਗ ਕਿਸੇ ਨੂੰ ਕਹਿ ਦੇਣੀ ਆ, ਪਰ ਜਿਹਨੂੰ ਕਹੀ ਹੋਣੀ ਆ ਉਹਦੇ ਦਿਲ ਤੇ ਰੜਕਣੀ ਆ, ਉਹਨੇ ਹਰਟ ਹੋ ਜਾਣਾ ਆ, ਕਿਉਂਕਿ ਸਾਡੇ 'ਚ ਧੀਰਜ ਹੈ ਨੀ ਗਾ। ਅਸੀਂ ਕੀ ਕਰਦੇ ਆ, ਸਬਰ ਨਹੀਂ ਹੈਗਾ, ਧੀਰਜ ਸਾਡੇ 'ਚ, ਧੀਰਜ ਬਹੁਤ ਤਰ੍ਹਾਂ ਨਾਲ ਹੋਣਾ ਚਾਹੀਦਾ ਆ। ਇਹ ਨਹੀਂ ਕਿ ਇਕੱਲਾ ਇੱਕ ਚੀਜ਼ 'ਚ ਧੀਰਜ ਮਤਲਬ ਇਹ ਨਹੀਂ ਕਿ ਬੋਲਣ ਵਿੱਚ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਧੀਰਜ ਹੋਣਾ ਚਾਹੀਦਾ ਆ। ਕੀ ਹੁੰਦਾ, ਕਈ ਵਾਰੀ ਅਸੀਂ ਅੱਗੇ ਜਾ ਕੇ ਹੋਰ ਇਹਦੇ ਤੇ ਵਿਚਾਰ ਕਰਾਂਗੇ, ਬਚਨ ਬੋਲਾਂਗੇ ਕਿ ਕਿਹੜੀ ਕਿਹੜੀ ਚੀਜ਼ 'ਚ ਧੀਰਜ ਦੀ ਜ਼ਰੂਰਤ ਆ, ਕਿੱਥੇ ਕਿੱਥੇ ਸਾਨੂੰ ਧੀਰਜ ਰੱਖਣਾ ਚਾਹੀਦਾ ਆ। ਕੀ ਅਸੀਂ ਅੱਜ ਆਹ ਚੀਜ਼ ਮੰਗੀ ਤੇ ਪਰਮੇਸ਼ਵਰ ਦੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਹੁਣੇ ਹੀ ਹਾਜ਼ਰ ਕਰ ਦੇ? ਨਹੀਂ, ਪਰਮੇਸ਼ਵਰ ਦੀ ਟਾਈਮਿੰਗ ਦੇ ਸਾਨੂੰ ਚੱਲਣਾ ਪੈਣਾ ਆ, ਕਿਉਂਕਿ ਜਿਹੜਾ ਸਾਡਾ ਕਰਤਾ ਆ, ਸਿਰਜਣਹਾਰ ਆ, ਜਿਹਨੇ ਸ੍ਰਿਸ਼ਟੀ ਨੂੰ ਬਣਾਇਆ ਆ, ਸਾਨੂੰ ਉਹਦੇ ਅਨੁਸਾਰ ਚੱਲਣਾ ਪੈਣਾ ਆ, ਨਾ ਕਿ ਮੇਰੀ ਤੇ ਤੁਹਾਡੀ ਮਰਜ਼ੀ ਦੇ ਅਨੁਸਾਰ ਚੱਲਣਾ ਆ। ਅੱਗੇ ਆਪਾਂ ਫਿਰ ਬਚਨ ਵੱਲ ਚੱਲਦੇ ਆ। ਭੈਣ ਜੀ ਉਹਨਾਂ ਤੋਂ ਸੁਣਦੇ ਆ। ਆਪਾਂ ਆਪਣੇ ਫਸਟ ਥਸਲੁਕੀਆ ਇਹਦਾ 5ਵਾਂ ਤੇ ਉਹਦੀ 14 ਆਇਤ ਪੜ੍ਹਦੇ ਆ। ਇਹਦੇ ਵਿੱਚ ਧਿਆਨ ਨਾਲ ਸੁਣਿਆ ਪਰਮੇਸ਼ਰ ਕੀ ਕਹਿੰਦੇ ਆਪਾਂ ਨੂੰ। ਹੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ, ਆਮੇਨ, ਜੋ ਤੁਸੀਂ ਕਸੂਤਿਆਂ ਨੂੰ ਸਮਝਾਓ, ਕੰਮ ਦਿਲਿਆਂ ਨੂੰ ਦਲਾਸਾ ਦਿਓ, ਨਤਾਣਿਆਂ ਨੂੰ ਸੰਭਾਲੋ, ਸਭਨਾਂ ਨਾਲ ਧੀਰਜ ਕਰੋ। ਆਮੇਨ। ਪਰ ਜਿਹੜਾ ਸਾਡੇ ਤੋਂ ਥੋੜਾ ਜਿਹਾ ਆਪੋਜੈਕਟ ਹੋਵੇ, ਅਸੀਂ ਉਹਦੇ ਨਾਲ ਕਦੇ ਧੀਰਜ ਨਹੀਂ ਕਰਦੇ, ਯੈਸ, ਹਨਾ।
ਤੇ ਅਸੀਂ ਉਹਨੂੰ ਸਮਝਾਉਣ ਦੀ ਜੇ ਟਰਾਈ ਇੱਕ ਵਾਰੀ ਕਰ ਵੀ ਲਈ ਤਾਂ ਦੂਜੀ ਵਾਰੀ ਮੈਨੂੰ ਲੱਗਦਾ ਅਸੀਂ ਥੋੜਾ ਵਧੀਆ ਤਰੀਕੇ ਨਾਲ ਨਹੀਂ ਬੋਲਾਂਗੇ। ਫਿਰ ਕਹਿੰਦੇ ਕੰਮ ਦਿਲਿਆਂ ਨੂੰ ਕਹਿਣਾ ਇਹਦਾ ਤਾਂ ਕੰਮ ਹੀ ਇਹ ਆ ਹਨਾ, ਕਰਕੇ ਸਾਡੇ ਕੋਲ ਆਪਣੇ ਕੋਲ ਧੀਰਜ ਨਹੀਂ ਹੋਣਾ ਕਿ ਉਹਨੂੰ ਦਿਲਾਸਾ ਦੇਣ ਲਈ, ਦੋ ਚਾਰ ਚੰਗੀਆਂ ਗੱਲਾਂ ਕਰਨ ਲਈ। ਨਤਾਣਿਆਂ ਨੂੰ ਸੰਭਾਲੋ। ਪਰ ਕਿ ਹੁਣ ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਰਕੇ ਜਦੋਂ ਅਸੀਂ ਆਪਣੇ ਪਿਤਾ ਪਰਮੇਸ਼ਰ ਕੋਲ ਜਾਂਦੇ ਹਾਂ, ਜਦੋਂ ਸਾਡੇ ਪਿਤਾ ਪਰਮੇਸ਼ਵਰ ਸਾਡੇ ਨਾਲ ਹਜ਼ੂਰੀ ਵਿੱਚ ਜਾਂਦੇ ਆ, ਸਾਡੇ ਪਿਤਾ ਪਰਮੇਸ਼ਵਰ ਸਾਡੇ ਯਿਸੂ ਮਸੀਹ ਹੌਲੀ ਸਪਿਰਿਟ ਸਾਡੇ ਨਾਲ ਗੱਲ ਕਰਦੇ ਆ। ਕਈ ਟਾਈਮ ਸਾਨੂੰ ਸਮਝ ਨਹੀਂ ਲੱਗਦੀ, ਫਿਰ ਅਸੀਂ ਦੁਆਰਾ ਪੁੱਛੀਦਾ ਵੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਪਰਮੇਸ਼ਰ ਸਾਨੂੰ ਦੁਆਰਾ ਦੱਸੋ। ਫਿਰ ਅਸੀਂ ਪੁੱਛੀ ਜਾਈਦਾ, ਪਰਮੇਸ਼ਰ ਨੇ ਕਿਹਾ ਤੁਸੀਂ ਆਪਣੇ ਬੱਚਿਆਂ ਨੂੰ 300 ਵਾਰੀ ਜੇ ਤੁਸੀਂ ਦੱਸੋਗੇ, ਮੈਂ ਕਹਿੰਦੇ ਤੁਹਾਨੂੰ 3000 ਵਾਰੀ ਵੀ ਦੱਸ ਸਕਦਾ ਆ। ਪਰ ਕਬਾਲੇ ਬਾਰੀ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਨਹੀਂ ਚਾਹੁੰਦੇ ਹੁੰਦੇ। ਜੇ ਸਾਡੇ ਬੱਚਿਆਂ ਨੇ ਸਾਡੇ ਕੋਲੋਂ ਕੋਈ ਗੱਲ ਪੁੱਛ ਲਈ ਤੇ ਅਸੀਂ ਉਹਨੂੰ ਇੱਕ ਵਾਰੀ ਦੱਸ ਦਿੱਤੀ, ਦੋ ਵਾਰੀ ਦੱਸ ਦਿੱਤੀ, ਤੀਜੀ ਵਾਰੀ ਮੈਨੂੰ ਨਹੀਂ ਲੱਗਦਾ ਸਾਡੇ ਕੋਲ ਬਹੁਤੀ ਪੇਸ਼ੈਂਟ ਹੋਊਗੀ, ਧੀਰਜ ਹੋਊਗਾ ਵੀ ਉਹਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਗੱਲ। ਇਸੇ ਤਰ੍ਹਾਂ ਜੇ ਅਸੀਂ ਕਿਸੇ ਨੂੰ ਵਚਨ ਦੱਸਣ ਚੱਲੇ ਆ ਤੇ ਜਦੋਂ ਅਸੀਂ ਇਹਨੂੰ ਇੱਕ ਵਾਰੀ ਦੱਸਦੇ ਆ, ਦੋ ਵਾਰੀ ਦੱਸਦੇ ਆਪਾਂ, ਤੀਜੀ ਵਾਰੀ ਏਦਾਂ ਕਹਿ ਦਿੱਤਾ ਲੈ ਇਹਨੂੰ ਪਤਾ ਨਹੀਂ ਲੱਗਦਾ, ਇਹਨੂੰ ਸਮਝ ਨਹੀਂ ਲੱਗੀ। ਜਾਂ ਕਿਸੇ ਨਾਲ ਆਪਾਂ ਉੱਦਾਂ ਗੱਲ ਕਰਦੇ ਆ ਜਾਂ ਆਪਾਂ ਸਿਆਣੇ ਨਾਲ ਗੱਲ ਕਰਦੇ ਆ, ਸਪੈਸ਼ਲੀ ਮੇਰੀ ਮਾਮ ਨਾਲ ਮੇਰੇ ਨਾਲ ਏਦਾਂ ਕਦੇ ਕਦੇ ਹੋ ਜਾਂਦੀ ਆ ਵੀ ਜਦੋਂ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਇੱਕ ਗੱਲ ਦੱਸਦੀ ਆ ਮੇਰੇ ਕੋਲ ਬਾਹਲੀ ਵਾਰੀ ਧੀਰਜ ਨਹੀਂ ਹੁੰਦਾ। ਪਰ ਪਰਮੇਸ਼ਰ ਨੇ ਤਾਂ ਸਾਨੂੰ ਉਹ ਆਤਮਾ ਦਿੱਤਾ ਹੋਇਆ ਆ, ਧੀਰਜ ਦਿੱਤਾ ਹੋਇਆ ਆ। ਹੁਣ ਸਾਨੂੰ ਅਸੀਂ ਕਿੱਦਾਂ ਸਾਂਭਣਾ ਆ? ਸੱਚਮੁੱਚ ਜਿੱਥੇ ਸਾਨੂੰ ਹੋਣਾ ਚਾਹੀਦਾ ਉੱਥੇ ਹੈ ਨਹੀਂ। ਪਰਖਣਾ ਸਾਨੂੰ ਚਾਹੀਦਾ ਆ ਆਪਣੇ ਆਪ ਨੂੰ। ਪਰ ਹੁਣ ਪਤਾ ਆ ਕਿ ਅਸੀਂ ਕਿੱਥੇ ਗਲਤ ਆ, ਪਰ ਫਿਰ ਵੀ ਸਾਡੇ ਕੋਲੋਂ ਬਾਰ-ਬਾਰ ਇਹ ਗਲਤੀ ਹੁੰਦੀ ਆ ਤੇ ਸਾਡਾ ਪਿਤਾ ਪਰਮੇਸ਼ਰ ਸਾਨੂੰ ਬਾਰ-ਬਾਰ ਮਾਫ ਕਰਦਾ ਆ। ਪਰ ਫਿਰ ਵੀ ਪਿਤਾ ਪਰਮੇਸ਼ਰ ਨੇ ਸਾਨੂੰ ਕੀ ਕਿਹਾ, ਹੇ ਭਰਾਵੋ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਜੋ ਤੁਸੀਂ ਕਸੂਤਿਆਂ ਨੂੰ ਸਮਝਾਵੋ, ਕੰਮ ਦਿਲਿਆਂ ਨੂੰ ਦਿਲਾਸਾ ਦਿਓ, ਨਤਾਣਿਆਂ ਨੂੰ ਸੰਭਾਲੋ, ਸਭਨਾਂ ਨਾਲ ਧੀਰਜ ਕਰੋ। ਪਰਮੇਸ਼ਰ ਦਾ ਵਚਨ ਸੱਚਮੁੱਚ ਸਾਨੂੰ ਇਹ ਨਹੀਂ ਕਹਿੰਦਾ ਤੁਸੀਂ ਲੜਾਈ ਕਰੋ ਜਾਂ ਕਹਿੰਦੇ ਜਿਗਰਾ ਕਰੋ, ਧੀਰਜ ਕਰੋ। ਸਾਨੂੰ ਬਾਰ-ਬਾਰ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਆ। ਅੱਜ ਮੈਂ ਤੇ ਤੁਸੀਂ ਧੀਰਜ ਕਰਨਾ ਸਿੱਖਣਾ ਸਾਥੇ। ਸੱਚਮੁੱਚ ਕੁਛ ਇਹ ਪਰਮੇਸ਼ਰ ਦਾ ਪਲਾਨ ਆ, ਵਚਨ ਆ, ਇਹ ਸਾਡੇ ਸਾਰਿਆਂ ਲਈ ਆ, ਸਾਂਝਾ ਆ। ਸੀ ਅੱਜ ਕੁਛ ਨਾ ਕੁਛ ਆਪਾਂ ਸਾਰਿਆਂ ਨੇ ਇੱਥੇ ਕਨਫੈਸ ਕਰਨਾ ਕਿ ਅਸੀਂ ਇਹ ਕਰਾਂਗੇ। ਆਮੇਨ ਆਮੇਨ। ਪ੍ਰੇਜ਼ ਗॉड। ਪਰਮੇਸ਼ਵਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਪ੍ਰੇਜ਼ ਗॉड। ਭੈਣ ਜੀ ਉਹਨਾਂ ਨੇ ਜਿੱਦਾਂ ਦੱਸਿਆ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਆ ਪਰਮੇਸ਼ਵਰ ਨੇ ਕੀ ਕਿਹਾ, ਕਿਹੜੇ ਕਿਹੜੇ ਲੋਕਾਂ ਨਾਲ, ਕਿਹਨਾਂ ਦੇ ਨਾਲ, ਕਰਕੇ ਸਾਡੇ ਕੋਲ ਅਸੀਂ ਉਹਨਾਂ ਨਾਲ ਹੀ ਨਹੀਂ ਕਰਦੇ ਹੈਗੇ ਜਿਹੜੇ ਜਿਹੜੇ ਪਰਮੇਸ਼ਵਰ ਨੇ ਕਿਹਾ ਆ। ਕੰਮ ਦਿਲਿਆਂ ਨਾਲ, ਜਿਨ੍ਹਾਂ ਕੰਮ ਦਿਲੇ ਮਤਲਬ ਇਹ ਆ ਕਿ ਜਿਹੜੇ ਕਿਸੇ ਵੀ ਕੰਮ ਦੇ ਨਹੀਂ ਹੈਗੇ, ਜਿਨ੍ਹਾਂ ਦੇ ਕੋਲ ਕੁਛ ਨਹੀਂ ਹੈਗਾ, ਉਹ ਬਾਰ-ਬਾਰ ਤੁਹਾਨੂੰ ਪੁੱਛਦੇ ਆ। ਜਿਹੜੇ ਹੈਗੇ ਕਸੂਤਿਆਂ ਦੇ ਨਾਲ, ਕਸੂਤੇ ਕੀ ਹੈ, ਜਿਨ੍ਹਾਂ ਦੇ ਰਾਹ ਸਿੱਧੇ ਨਹੀਂ ਹੈਗੇ, ਉਹਨਾਂ ਦੇ ਨਾਲ। ਕਿਉਂਕਿ ਜਦੋਂ ਸਾਡੇ ਨਾਲ ਕੋਈ ਗੱਲ ਕਰਦਾ ਅਸੀਂ ਕੀ ਕਹਿੰਦੇ ਆ, ਤੈਨੂੰ ਇੱਕ ਵਾਰ ਦੱਸਿਆ ਪਤਾ ਨਹੀਂ ਲੱਗਾ, ਏਦਾਂ ਨਹੀਂ ਕਹਿਣਾ, ਉਹਨੂੰ ਫੇਰ ਸਮਝਾਉਣਾ ਆ। ਫਿਰ ਕਹਿਣਾ ਪਰਮੇਸ਼ਰ ਤੂੰ ਇੱਥੇ ਕਿਰਪਾ ਕਰ। ਪਰਮੇਸ਼ਵਰ ਤੋਂ ਉਹਦੀ ਕਿਰਪਾ ਉਹਦੇ ਲਈ ਮੰਗਣੀ ਆ, ਨਾ ਕਿ ਅਸੀਂ ਕੀ ਕਰਨਾ ਆ ਉਹਦੇ ਨਾਲ ਔਖੇ ਹੋਣਾ। ਮੈਂ ਇੱਕ ਪਿੱਛੇ ਜਿਹੇ ਕਹਾਵਤ ਪੜ੍ਹਦੀ ਸੀਗੀ, ਕਿਤੇ ਲਿਖਿਆ ਹੋਇਆ ਸੀਗਾ ਕਿ ਜਿਹੜੀ ਇੱਕ ਮਾਂ ਹੁੰਦੀ ਆ, ਜਦੋਂ ਬੱਚਾ ਛੋਟਾ ਹੁੰਦਾ ਆ, ਮੈਂ ਦੇਖਦੀ ਹੁੰਦੀ ਆ, ਮੇਰੇ ਵੀ ਨਾਲ ਵੀ ਇਦਾਂ ਹੋਇਆ ਸੀ, ਸਾਰਿਆਂ ਨਾਲ ਹੋਇਆ ਹੋਣਾ, ਉਹ ਬੱਚਾ ਬਾਰ-ਬਾਰ ਮਾਂ ਨੂੰ ਗੱਲ ਪੁੱਛਦਾ ਹੁੰਦਾ, ਮਾਂ ਦੱਸੀ ਜਾਂਦੀ ਆ। ਮਾਂ ਕੋ ਕਿੰਨਾ ਉਸ ਵੇਲੇ ਹੌਸਲਾ ਹੁੰਦਾ ਆ, ਕਿੰਨੀ ਧੀਰਜ ਹੁੰਦੀ ਕਿ ਉਹ ਆਪਣੇ ਬੱਚੇ ਨੂੰ ਦੱਸਦੀ ਆ ਬਾਰ-ਬਾਰ ਇੱਕ ਗੱਲ। ਪਰ ਫਿਰ ਕੀ ਹੋਇਆ, ਇੱਕ ਦਿਨ ਕੀ ਹੋਇਆ, ਮਾਂ ਬੁੱਢੀ ਹੋ ਗਈ, ਬੱਚਾ ਮੇਰੇ ਵਰਗਾ ਤੁਹਾਡੇ ਵਰਗਾ ਜਿੱਦਾਂ ਹੋ ਗਿਆ, ਤੇ ਮਾਂ ਉਹਨੂੰ ਪੁੱਛਦੀ ਆ ਬਾਰ-ਬਾਰ ਉਹ ਗੱਲ, ਤੇ ਉਹ ਕੀ ਕਹਿੰਦਾ, ਮਾਂ ਤੈਨੂੰ ਇੱਕ ਵਾਰੀ ਸਮਝ ਨਹੀਂ ਆਈ, ਤੈਨੂੰ ਦੱਸ ਦਿੱਤਾ ਆ, ਹੁਣ ਕਿਉਂ ਪੁੱਛੀ ਜਾਨੀ ਬਾਰ-ਬਾਰ। ਉਹ ਕੀ ਮਾਂ ਪਤਾ ਕੀ ਕਹਿੰਦੀ, ਫਿਰ ਕਹਿੰਦੀ ਪੁੱਤ ਜਿੱਦਣ ਤੂੰ ਛੋਟਾ ਸੀ ਤੂੰ ਤਾਂ ਮੈਨੂੰ ਪੁੱਛੀ ਜਾਂਦਾ ਸੀ ਆ ਕੀ ਆ, ਮੈਂ ਤੈਨੂੰ ਚਿੜੀ ਕਹਿੰਦੀ ਹੁੰਦੀ ਸੀ, ਪਰ ਤੂੰ ਫੇਰ ਕੀ ਕੀਤਾ, ਫੇਰ ਪੁੱਛ ਲਿਆ ਸੀ, ਪਰ ਤੂੰ ਮੇਰੇ ਨਾਲ ਧੀਰਜ ਕਿਉਂ ਨਹੀਂ ਕਰਦਾ। ਸੱਚਮੁੱਚ ਅਸੀਂ ਧੀਰਜ ਨਹੀਂ ਕਰਦੇ। ਇਸੇ ਤਰ੍ਹਾਂ
ਪਰਮੇਸ਼ਵਰ ਸਾਡੇ ਨਾਲ ਧੀਰਜ ਕਰਦਾ, ਜਿੱਦਾਂ ਭੈਣ ਜੀ ਹੁਣਾਂ ਨੇ ਦੱਸਿਆ, ਕਿਉਂਕਿ ਪਰਮੇਸ਼ਵਰ ਤੋਂ ਅਸੀਂ ਬਾਰ-ਬਾਰ ਪੁੱਛਦੇ ਹਾਂ, ਅਸੀਂ ਗਲਤੀਆਂ ਕਰਕੇ ਬਾਰ-ਬਾਰ ਪਰਮੇਸ਼ਵਰ ਕੋਲ ਜਾਂਦੇ ਹਾਂ। ਪਰਮੇਸ਼ਵਰ ਸਾਨੂੰ ਗੁੱਸੇ ਨਹੀਂ ਹੁੰਦੇ ਹੈਗੇ, ਪਰ ਉਹ ਸਾਨੂੰ ਮਾਫ ਕਰਦੇ ਆ। ਉਹ ਕੀ ਕਹਿੰਦੇ ਆ, ਮੇਰੀ ਧੀ, ਮੇਰਾ ਪੁੱਤ, ਮੇਰਾ ਬੇਟਾ, ਮੇਰੀ ਬੇਟੀ ਮੇਰੇ ਕੋਲ ਆ ਗਿਆ। ਉਹ ਇਸੇ ਗੱਲ 'ਚ ਬਹੁਤ ਖੁਸ਼ ਹੁੰਦਾ ਆ ਕਿ ਅਸੀਂ ਰੀਅਲਾਈਜ਼ ਕਰ ਲਿਆ ਕਿ ਅਸੀਂ ਗਲਤ ਆ। ਪਰ ਅਸੀਂ ਪਤਾ ਕੀ ਕਰਦੇ, ਜਦੋਂ ਸਾਡੇ ਕੋਲ ਕੋਈ ਆਉਂਦਾ ਆ, ਜੇ ਉਹਨੇ ਗਲਤੀ ਕਰ ਲਈ, ਆ ਗਿਆ ਚੇਤਾ ਤੈਨੂੰ, ਹੁਣ ਪਤਾ ਲੱਗਾ, ਹੁਣ ਹਾਂ ਕੀ ਸਾਡਾ ਧੀਰਜ ਹੈ ਨਹੀਂ ਇੱਥੇ, ਸਾਡੇ ਕੋਲ ਕੀ ਹੈ ਨਹੀਂਗਾ ਇੱਥੇ, ਸਹਿਣਸ਼ੀਲਤਾ ਹੈ ਨਹੀਂ। ਜੇ ਉਹ ਸਾਡੇ ਕੋਲ ਸਹਿਣਸ਼ੀਲਤਾ ਹੈ ਨਹੀਂ ਗੀ ਤੇ ਫਿਰ ਅਸੀਂ ਕਿਸੇ ਕੰਮ ਦੇ ਵੀ ਨਹੀਂ ਗਏ, ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਨਹੀਂ ਕਰ ਸਕਦੇ ਹੈਗੇ। ਪਰਮੇਸ਼ਵਰ ਦੀ ਖੁਸ਼ਖਬਰੀ ਲੈ ਕੇ ਦੂਜਿਆਂ 'ਚ ਨਹੀਂ ਜਾ ਸਕਦੇ, ਕਿਉਂਕਿ ਅਸੀਂ ਆਪਣੇ ਫਰੂਟ ਤੋਂ ਪਛਾਣੇ ਜਾਣਾ ਆ। ਸਾਡਾ ਹੀ ਫਰੂਟ ਜਿਹੜਾ ਆ, ਸਾਡੀ ਬੋਲੀ, ਸਾਡੀ ਬਾਣੀ ਜਿਹੜੀ ਆ, ਮੂੰਹ 'ਚੋਂ ਨਿਕਲਦਾ ਜੋ, ਉਹ ਲੋਕਾਂ 'ਚ, ਭੈਣਾਂ ਭਰਾਵਾਂ ਦੇ ਵਿੱਚ ਜਾਣਾ ਹੈ। ਸਾਨੂੰ ਬਹੁਤ ਸਿੱਖਣ ਦੀ ਲੋੜ ਆ ਸਾਨੂੰ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਸਿੱਖੀ ਆ, ਮੇਰੇ ਕੋਲ ਵੀ ਧੀਰਜ ਹਾਲੇ ਘੱਟ ਆ, ਪਰ ਆਪਾਂ ਅੱਜ ਰਲ ਮਿਲ ਕੇ ਸਾਰਿਆਂ ਨੇ ਪਰਮੇਸ਼ਵਰ ਨਾਲ ਪ੍ਰੋਮਿਸ ਕਰਨਾ ਆ, ਪਰਮੇਸ਼ਵਰ ਦੇ ਅੱਗੇ ਅਰਦਾਸ ਕਰਨੀ, ਜਿੱਦਾਂ ਭੈਣ ਜੀ ਨੇ ਕਿਹਾ ਆ ਕਿ ਪਰਮੇਸ਼ਵਰ ਸਾਨੂੰ ਹੋਰ ਧੀਰਜ ਵਾਲਾ ਆਤਮਾ ਦੇਵੇ, ਕਿਉਂਕਿ ਸਾਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ। ਜੇ ਸਾਡੇ ਕੋਲ ਧੀਰਜ ਹੈ ਤਾਂ ਆਪਾਂ ਤੁਰ ਸਕਦੇ ਹਾਂ। ਕਈ ਵਾਰੀ ਅਸੀਂ ਕਈਆਂ ਚੀਜ਼ਾਂ 'ਚ ਧੀਰਜ ਕਰ ਲੈਂਦੇ ਹਾਂ, ਮੈਂ ਇੱਦਾਂ ਨਹੀਂ ਕਹਿੰਦੀ, ਪਰ ਬਹੁਤੀ ਵਾਰੀ ਅਸੀਂ ਨਹੀਂ ਕਰਦੇ। ਮੈਨੂੰ ਲੱਗਦਾ, ਜਿੱਥੇ ਤੱਕ ਮੈਂ ਆਪਣਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਮੈਂ ਜੇ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੀ ਹਾਂ, ਮੇਰੇ ਕੋਈ ਚਾਹੀਦੀ ਹੈ ਜਾਂ ਮੈਂ ਉਹ 'ਚ ਧੀਰਜ ਰੱਖ ਲੈਂਦੀ ਹਾਂ। ਪਰ ਜੇ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਆ ਇੱਕਦਮ, ਉਹਦੇ 'ਚ ਹੱਲੇ ਮੇਰੇ ਕੋਲੋਂ ਘੱਟ ਧੀਰਜ ਹੁੰਦਾ ਹੈ, ਮੈਨੂੰ ਦਵਾ ਦਾ ਜਵਾਬ ਦੇਣ ਦਾ ਹੁੰਦਾ। ਪਰ ਇਹ ਨਹੀਂ ਗਲਤ ਦਿੰਦੀ, ਪਰ ਕੁਛ ਨਾ ਕੁਛ ਉੱਥੇ ਆਨਸਰ ਹੁੰਦਾ ਆ। ਮੈਂ ਇਹ ਕਹਿੰਦੀ ਹਾਂ, ਤੁਸੀਂ ਮੇਰੇ ਲਈ ਵੀ ਪ੍ਰਾਰਥਨਾ ਕਰਿਓ, ਭੈਣ ਲਈ ਵੀ ਕਰਿਓ, ਕਿ ਅਸੀਂ ਵੀ ਧੀਰਜ ਦੇ ਵਿੱਚ ਹੋਰ ਵੱਧ ਜਾਈਏ। ਇਹ ਵੀ ਇੱਕ ਗਿਫਟ ਆ, ਪਰਮੇਸ਼ਵਰ ਵੱਲੋਂ ਗਿਫਟ ਆ, ਇਹ ਸਾਡੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਾਨੂੰ। ਕਿਉਂਕਿ ਜਦੋਂ ਸਾਨੂੰ ਲੋਕਾਂ ਨੇ ਦੇਖਣਾ, ਬਾਕੀ ਜਿਹੜੇ ਨੌਨ ਬਲੀਵਰ ਆ, ਉਹਨਾਂ ਦੇ ਵਿੱਚ ਵੀ ਧੀਰਜ ਆ ਜਾਣਾ। ਫਿਰ ਉਹਨਾਂ ਨੇ ਵੀ ਧੀਰਜ ਨਾਲ ਚੱਲਣ ਲੱਗ ਪੈਣਾ, ਕਹਿਣਾ ਇਹਦੇ 'ਚ ਇੰਨਾ ਹੈਗਾ, ਇੰਨਾ ਕੁਛ ਹੋਇਆ ਕਿ ਇਹ ਫੇਰ ਧੀਰਜ ਨਾਲ ਚੱਲਦਾ ਆ। ਹਾਂਜੀ, ਆਮੇਨ। ਆਪਾਂ ਹੁਣ ਫਿਰ ਹਾਂਜੀ, ਆਪਾਂ ਹੁਣ ਯਾਕੂਬ ਦੀ ਪੱਤਰੀ ਉਹਦਾ ਪਹਿਲਾ ਅਧਿਆਏ ਤਾਂ ਉਹਦੀ ਆਪਾਂ 19 ਤੇ 20 ਆਇਤ ਪੜ੍ਹਦੇ ਹਾਂ। ਆਮੇਨ। ਇਹ ਤਾਂ ਤੁਸੀਂ ਜਾਣਦੇ ਹੋ, ਹੇ ਪਿਆਰੇ ਭਰਾਵੋ, ਪਰ ਹਰੇਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ, ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੇ ਧਰਮ ਦਾ ਕੰਮ ਨਹੀਂ ਕਰ ਸਕਦਾ। ਹੁਣ ਇੱਥੇ ਇੱਕ ਗੱਲ ਆ ਗਈ, ਅਸੀਂ ਆਪਣੇ ਫਰੂਟ ਤੋਂ ਪਛਾਣੇ ਜਾਣਾ, ਜਿੱਦਾਂ ਭੈਣ ਜੀ ਨੇ ਕਿਹਾ ਸੀ, ਕਰਕੇ ਕਹਿਣਾ ਆਪ ਤਾਂ ਇੰਨਾ ਗੁੱਸੇ ਹੁੰਦੇ ਆ ਤੇ ਇਹ ਕਿੱਦਾਂ ਪਰਮੇਸ਼ਵਰ ਦਾ ਵਚਨ ਲੈ ਕੇ ਜਾਂਦੇ ਆ, ਕਰਕੇ ਜਦੋਂ ਅਸੀਂ ਧੀਰਜ ਨਹੀਂ ਕੀਤਾ, ਗੁੱਸੇ ਦੇ ਵਿੱਚ ਆ ਗਏ, ਪਰਮੇਸ਼ਰ ਦੇ ਕੰਮ ਨਹੀਂ ਹੋਣੇ। ਆਮੇਨ। ਕਰਕੇ ਇੱਥੇ ਲਿਖਿਆ ਆ, ਸੁਣਨ ਵਿੱਚ ਕਾਲਾ, ਪਰ ਕਦੇ ਕਦੇ ਅਸੀਂ ਸੁਣਦੇ ਆਪਣੀਆਂ ਸਾਡੀਆਂ ਸੋਚਾਂ ਹੋਰ ਕਿਤੇ ਚਲੇ ਜਾਂਦੀਆਂ, ਅਸੀਂ ਹੋਰ ਕਿਤੇ ਚਲੇ ਜਾਈਦਾ ਆ। ਹਾਂਜੀ। ਪਰ ਬੋਲਣ ਵਿੱਚ ਧੀਰੇ, ਕਈ ਉਲਟਾ ਜਵਾਬ ਦੇਣਾ, ਫਿਰ ਅਸੀਂ ਆਪਣੀਆਂ ਸੋਚਾਂ ਦੇ ਵਿੱਚ ਡੁੱਬੇ ਹੁੰਨੇ ਆ, ਪਰ ਅਸੀਂ ਫਿਰ ਗਲਤ ਬੋਲ ਦਿੰਨੇ ਆ। ਘੱਟ ਧੀਰਜ ਨਹੀਂ, ਜਿੱਦਾਂ ਲੱਕ ਆਫ ਨੌਲੇਜ, ਜਿੱਦਾਂ ਅਸੀਂ ਘੱਟ ਆਪਣੇ ਗਿਆਨ ਦੀ ਸਾਡੇ ਕੋਲ ਪੂਰਾ ਗਿਆਨ ਨਹੀਂ ਜਦੋਂ ਹੁੰਦਾ, ਕਰਕੇ ਸਾਨੂੰ ਉਸ ਗੱਲ ਦਾ ਗਿਆਨ ਨਹੀਂ ਹੁੰਦਾ, ਜੋ ਕੁਛ ਮੂਹਰੇ ਬੋਲਿਆ ਹੁੰਦਾ ਅਸੀਂ ਫਿਰ ਗਲਤ ਜਵਾਬ ਦਿੰਨੇ ਆ। ਫਿਰ ਅਸੀਂ ਗੁੱਸੇ ਵਿੱਚ ਵੀ ਆਉਂਦੇ ਆ, ਪਰ ਉਹ ਕਹਿੰਦੇ ਗੁੱਸੇ ਵਿੱਚ ਵੀ ਨਹੀਂ ਆਉਣਾ, ਤੁਹਾਡਾ ਗੁੱਸਾ ਵੀ ਧੀਰਾ ਹੋਣਾ ਚਾਹੀਦਾ, ਧੀਰਜ ਨਾਲ ਹੋਣਾ ਚਾਹੀਦਾ, ਆਉਣਾ ਨਹੀਂ ਚਾਹੀਦਾ ਗੁੱਸਾ। ਪਰ ਮੈਂ ਅੱਜ ਇੱਕ ਵੀਡੀਓ ਦੇਖਦੀ ਸੀ, ਵੀਡੀਓ ਦੇ ਵਿੱਚ ਲਿਖਿਆ ਸੀਗਾ ਕਿ ਕ੍ਰੋਧ ਆਉਣਾ ਜ਼ਰੂਰੀ ਆ, ਗੁੱਸਾ ਆਉਣਾ ਜ਼ਰੂਰੀ ਆ, ਪਰ ਉਹਦੇ ਵਿੱਚ ਲਿਖਿਆ ਸੀ ਨੋ, ਪਰ ਇਹ ਆਉਂਦਾ ਹਰੇਕ ਨੂੰ ਆ। ਮੈਂ ਆਪਣੇ ਉਹ ਦੇਖਣ ਲੱਗ ਪਈ, ਦੇਖੋ ਗੁੱਸਾ ਇੱਕ ਚੀਜ਼ ਆ, ਆਉਂਦਾ ਹਰੇਕ ਨੂੰ, ਪਰ ਜਦੋਂ ਆਪਾਂ ਛੋਟਾ ਜਿਹਾ ਬੱਚਾ ਦੇਖੋ, ਬੱਚੇ ਦੇ ਕੋਲ ਕੋਈ ਫੋਨ ਫੜਾ ਦਿੰਦੇ ਆ, ਕਿ ਥੋੜੇ ਜਿਹੇ ਦਿਨਾਂ ਦਾ ਬੱਚਾ ਆ ਤੇ ਉਹਨੂੰ ਫੋਨ ਫੜਾ ਦਿੰਦੇ ਆ, ਤੇ ਜੇ ਉਹਦੇ ਕੋਲ ਫੋਨ ਖੋਲੋ ਜਾਂ ਕੋਈ ਵੀ ਚੀਜ਼ ਉਹਨੂੰ ਫੜਾ ਦਿਓ ਤੇ ਖੋਲੋ, ਤਾਂ ਬੱਚਾ ਵੀ ਲੱਤਾਂ ਬਾਹਾਂ ਆਉਂਦਾ, ਉਹ ਵੀ ਗੁੱਸਾ ਹੋਣ ਲੱਗ ਜਾਂਦਾ। ਉਹ ਕਹਿੰਦਾ ਗੁੱਸਾ ਤੁਹਾਨੂੰ ਬਿਲਕੁਲ ਨਹੀਂ ਆਉਣਾ ਚਾਹੀਦਾ, ਕਰਕੇ ਇਹ ਤੁਹਾਡਾ ਕੰਟਰੋਲ ਆ ਇਹਦੇ ਤੇ। ਮੈਂ ਉਹ ਸਿੱਖਣਾ ਚਾਹੁੰਦੀ ਸੀ ਕਿ ਕਿੱਦਾਂ ਹੋ ਸਕਦਾ ਸਾਡਾ ਕੰਟਰੋਲ ਉਹਦੇ ਤੇ। ਮੈਂ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ। ਕਹਿੰਦੇ ਇਹ
ਕੋਈ ਗੁੱਸਾ ਇਦਾਂ ਦੀ ਚੀਜ਼ ਨਹੀਂ ਹੈਗੀ ਕਿ ਜਦੋਂ ਹੁਣ ਅਸੀਂ ਫੂਡ ਖਾਂਦੇ ਆ, ਸਾਡਾ ਜਿੱਦਾਂ ਭੈਣ ਨੇ ਕਿਹਾ ਸੀਗਾ ਕਿ ਜਿਹੜਾ ਸਾਡੇ ਅੰਦਰ ਜਾਂਦੀ ਆ ਚੀਜ਼, ਉਹ ਵੇਸਟ ਪਾਈਪ ਰਾਹੀਂ ਬਾਹਰ ਜਾਂਦੀ ਆ, ਉਹ ਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ, ਕਰਕੇ ਉਹ ਜਾਣੀ ਆ। ਯੈਸ, ਜਦੋਂ ਆਉਣੀ ਆ ਤੇ ਉਦੋਂ ਖਾਦਾ ਪੀਤਾ ਆ ਤਾਂ ਉਹ ਜਾਣਾ ਆ ਵੇਸਟ ਪਾਈਪ ਵਿੱਚ ਦੀ, ਪਰ ਉਹ ਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ, ਕਰਕੇ ਹਰੇਕ ਭਾਈ ਭੈਣ ਜਾਂਦਾ ਹੀ ਜਾਂਦਾ ਆ। ਪਰ ਕਹਿੰਦੇ ਕੋਈ ਗੁੱਸਾ ਵੀ ਇਹ ਚੀਜ਼ ਆ ਵੀ ਉਹ ਆਉਣਾ ਹੀ ਆਉਣਾ ਆ, ਕਰਕੇ ਕਿੱਦਾਂ ਕਰਕੇ ਕਹਿੰਦੇ ਇੱਕ ਡਾਂਸ ਆ ਤੁਸੀਂ ਕਰਦੇ, ਜੇ ਡਾਂਸ ਤੁਹਾਡਾ ਕਰਨ ਨੂੰ ਜੀ ਕਰਦਾ ਆ ਤਾਂ ਤੁਸੀਂ ਕਰਦੇ ਆ। ਜੇ ਤੁਹਾਡੇ ਮੂਹਰੇ ਪਾਣੀ ਦਾ ਗਲਾਸ ਪਿਆ, ਜੇ ਤੁਹਾਨੂੰ ਪਿਆਸ ਲੱਗੀ ਆ ਤਾਂ ਪੀਂਦੇ ਆ, ਪਰ ਉੱਦਾਂ ਤਾਂ ਨਹੀਂ ਚੱਕ ਕੇ ਪੀਂਦੇ ਹੈਗੇ, ਉਹ ਤੇ ਤੁਸੀਂ ਕੰਟਰੋਲ ਕਰ ਸਕਦੇ ਆ। ਇੱਕ ਡਾਂਸ ਕਰਦੇ ਆ, ਉਹ ਤੇ ਤੁਸੀਂ ਕੰਟਰੋਲ ਕਰ ਸਕਦੇ ਆ। ਇਸ ਤਰ੍ਹਾਂ ਤੁਸੀਂ ਆਪਣੇ ਗੁੱਸੇ ਤੇ ਵੀ ਕੰਟਰੋਲ ਕਰ ਸਕਦੇ ਆ, ਕਿ ਜ਼ਰੂਰੀ ਨਹੀਂ ਹੈਗਾ ਕਿ ਆਉਣਾ ਆ। ਜਿਸ ਤਰ੍ਹਾਂ ਡਾਂਸ ਕਰਨ ਨੂੰ ਭਾਵੇਂ ਤੁਸੀਂ 10 ਘੰਟੇ ਕਹਿੰਦੇ ਕਰ ਲਓ, ਕਰਕੇ ਤੁਹਾਨੂੰ ਕਰਨਾ ਨਹੀਂ ਪੈਣਾ, ਪਰ ਤੁਹਾਡੀ ਚੋਣ ਆ ਤੁਹਾਡੀ। ਇਸ ਤਰ੍ਹਾਂ ਗੁੱਸਾ ਤੁਹਾਨੂੰ ਆਉਣਾ ਨਹੀਂ ਚਾਹੀਦਾ, ਪਰ ਜੇ ਤੁਹਾਨੂੰ ਮੂਹਰੇ ਕਹਿੰਦਾ ਇਹ ਤੁਹਾਡੀ ਚੋਣ ਆ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਣਾ ਆ, ਕਰਕੇ ਇਸ ਤਰ੍ਹਾਂ ਕਰਕੇ ਇੱਥੇ ਵੀ ਇਹੀ ਕਿਹਾ ਹੈ, ਕਿਉਂ ਜੋ ਮਨੁੱਖ ਦਾ ਕਰੋਧ ਪਰਮੇਸ਼ਰ ਦੇ ਧਰਮ ਦਾ ਕੰਮ ਨਹੀਂ ਕਰ ਸਕਦਾ। ਪਰ ਕੀ ਆ, ਜਦੋਂ ਅਸੀਂ ਸੁਣਨ ਦੇ ਵਿੱਚ ਕਾਲੇ ਹੋਵਾਂਗੇ ਤਾਂ ਬੋਲਣ ਵਿੱਚ ਧੀਰੇ ਹੋਵਾਂਗੇ। ਗੁੱਸਾ ਸਾਡੇ ਕੋਲ ਹੋਣਾ ਨਹੀਂ, ਸੱਚਮੁੱਚ ਸਾਡੇ ਕੋਲ ਧੀਰਜ ਪੈਦਾ ਕਰਦਾ। ਧੀਰਜ ਇੱਕ ਇਹ ਚੀਜ਼ ਆ, ਇੱਕ ਸ਼ਕਤੀ ਆ ਧੀਰਜ, ਜਿਹੜੀ ਇਹ ਸ਼ਕਤੀ ਆ, ਇਹਦੇ ਵਿੱਚੋਂ ਸਾਨੂੰ ਇੱਕ ਪਾਵਰ ਮਿਲਦੀ ਆ, ਬਲ ਮਿਲਦਾ ਆ। ਤੇ ਜਿਹੜਾ ਉਹ ਬਾਲ ਆ, ਉਹ ਤੇ ਅਸੀਂ ਨੇਚਰ ਨੂੰ ਵੀ ਵਰਤ ਸਕਦੇ ਆ, ਭਰੋਸੇ ਤੇ ਆਸ ਤੇ ਸਾਰੀਆਂ ਚੀਜ਼ਾਂ ਨੂੰ ਉਹ ਵਰਤ ਸਕਦੇ ਆ ਇੱਕ ਦੂਸਰੇ ਨਾਲ। ਜਿੱਦਾਂ ਆਪਾਂ ਕਹਿੰਦੇ ਆ ਲਿੰਕ ਹੁੰਦਾ, ਇਹ ਏਦਾਂ ਲਿੰਕ ਹੈਗੀ ਆ ਇਹਦੀ। ਪਰ ਪਹਿਲਾਂ ਸਾਨੂੰ ਧੀਰਜ ਕਰਨਾ ਪੈਣਾ, ਧੀਰਜ ਤੋਂ ਸਾਨੂੰ ਬਲ ਹੋਣਾ, ਬਲ ਦੇ ਵਿੱਚੋਂ ਸਾਨੂੰ ਫਿਰ ਇਹ ਚੀਜ਼ਾਂ ਗਾਹਾਂ ਲਿੰਕ ਹੋਣਗੀਆਂ। ਆਮੇਨ ਆਮੇਨ, ਪ੍ਰੇਜ਼ ਗॉड। ਦੇਖੋ ਜਿੱਦਾਂ ਭੈਣ ਜੀ ਨੇ ਹੁਣ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਆ ਕਿ ਸੱਚਮੁੱਚ ਇਹੋ ਹੀ ਕਹਿੰਦੇ ਅਸੀਂ, ਕੰਟਰੋਲ ਸਾਡੇ ਕੋਲ ਹੋਣਾ ਚਾਹੀਦਾ। ਕਿਉਂਕਿ ਜਦੋਂ ਆਪਾਂ ਹੀਟ ਲਾਈ ਹੁੰਦੀ ਆ ਘਰ ਵਿੱਚ, ਸਾਡੇ ਕੋਲ ਕੰਟਰੋਲ ਆ। ਲਾਈਟ ਸਾਹਮਣੇ ਜਗਦੀ ਆ, ਇਹ ਲਾਈਟ ਦਾ ਕੰਟਰੋਲ ਹੁਣ ਸਾਡੇ ਕੋਲ, ਮੇਰੇ ਕੋਲ ਤਾਂ ਭੈਣ ਕੋਲ ਹੈਗਾ, ਅਸੀਂ ਇਹਨੂੰ ਔਨ ਆਫ ਕਰ ਸਕਦੇ ਆ। ਇਸੇ ਹੀ ਤਰ੍ਹਾਂ ਜੋ ਸਾਡੇ ਅੰਦਰੋਂ ਨਿਕਲਣਾ ਆ, ਉਹਦੇ ਤੇ ਸਾਡਾ ਕੰਟਰੋਲ ਹੋਣਾ ਚਾਹੀਦਾ ਆ। ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਿਹਦੇ ਨਾਲ ਮੂਹਰੇ ਗੱਲ ਕਰ ਰਹੇ ਆ। ਜਿੱਦਾਂ ਅੰਦਰ ਜਿਹੜੀ ਚੀਜ਼ ਚੱਲ ਗਈ ਆ, ਇਹ ਨੇਚਰਲ ਆ, ਇਹ ਪਰਮੇਸ਼ਵਰ ਨੇ ਬਣਾਈ ਆ, ਇਹਦੇ ਤੇ ਕਿਸੇ ਦਾ ਕੰਟਰੋਲ ਨਹੀਂ, ਇਹਨੇ ਬਾਹਰ ਆਉਣਾ ਹੀ ਆਉਣਾ ਆ। ਪਰ ਜਿਹੜਾ ਅੰਦਰੋਂ ਬਾਹਰ ਨੂੰ ਆਉਣਾ ਆ, ਸਾਡੇ ਮੂੰਹ ਰਾਹੀਂ ਜਿਹੜਾ ਆਉਣਾ ਆ, ਜਿਹੜਾ ਸਾਡੇ ਦਿਲ 'ਚੋਂ ਆਉਣਾ ਆ, ਸਾਡੀ ਆਤਮਾ 'ਚੋਂ ਆਉਣਾ ਆ, ਉਹਦੇ ਉੱਤੇ ਸਾਡਾ ਕੰਟਰੋਲ ਹੈਗਾ ਆ। ਪਰ ਇਹ ਕੰਟਰੋਲ ਕਰ ਕਿੱਦਾਂ ਸਕਦੇ ਆ? ਕਿ ਈਜ਼ੀ ਆ ਕੰਟਰੋਲ ਕਰਨਾ? ਪਹਿਲਾਂ ਨਹੀਂ ਈਜ਼ੀ ਲੱਗਣਾ, ਕਿਉਂਕਿ ਸਾਨੂੰ ਆਦਤਾਂ, ਪੁੱਠੀਆਂ ਆਦਤਾਂ ਪਈਆਂ। ਜਿੱਦਾਂ ਭੈਣ ਜੀ ਨੇ ਦੱਸਿਆ ਸੀ ਕਿ ਉਹ ਬੱਚਿਆਂ ਨੂੰ ਵੀ ਕਰੋਧ ਆਉਂਦਾ। ਕਿਉਂ ਕਰੋਧ ਆਉਂਦਾ ਆ? ਕਰਕੇ ਸਾਡੇ ਖੂਨ 'ਚ ਪਾਪ ਆਇਆ ਹੋਇਆ ਆ ਪਹਿਲਾਂ ਤੋਂ, ਐਡਮ ਤੇ ਈਵ ਤੋਂ। ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ, ਉਹ ਪਾਪ ਵਾਲਾ ਜਿਹੜਾ ਆ, ਉਹ ਆਤਮਾ ਬੱਚਿਆਂ ਦੇ ਵਿੱਚ ਵੀ ਖੂਨ ਦੇ ਰਾਹੀਂ ਚੱਲੀ ਜਾਂਦੀ ਆ ਹਾਲੇ ਵੀ। ਪਰ ਜਦੋਂ ਅਸੀਂ ਪਰਮੇਸ਼ਵਰ 'ਚ ਆ ਜਾਂਦੇ ਆ, ਉਦੋਂ ਉਹ ਚੱਕਿਆ ਗਿਆ ਸਾਡਾ ਪਾਪ। ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕਰ ਦਿੱਤਾ ਉਸ ਪਾਪ ਦੇ ਉੱਤੋਂ। ਪਰ ਕੀ ਅਸੀਂ ਆਜ਼ਾਦ ਹੋ ਚੁੱਕੇ ਆ ਕਿ ਨਹੀਂ? ਅਸੀਂ ਹਾਲੇ ਉੱਥੇ ਹੀ ਆ, ਕਿਉਂਕਿ ਯਿਸੂ ਮਸੀਹ ਦੇ ਖੂਨ ਦੇ ਰਾਹੀਂ ਅਸੀਂ ਪਵਿੱਤਰ ਕੀਤੇ ਗਏ ਆ। ਯਿਸੂ ਮਸੀਹ ਦੀ ਸਲੀਬ ਦੇ ਉੱਤੇ ਚੜ੍ਹਨ ਦੇ ਨਾਲ ਤੁਹਾਡੇ ਮੇਰੇ ਦੁੱਖ ਤਕਲੀਫ, ਸਾਰੀ ਗਰੀਬੀ ਚੱਕੀ ਗਈ ਆ, ਸ਼ਰਮਿੰਦਗੀ ਸਾਡੀ ਚੱਕੀ ਗਈ ਆ। ਸਾਡੇ ਲਈ ਇੱਕ ਯਿਸੂ ਮਸੀਹ ਦੁਨੀਆ ਤੇ ਆਇਆ, ਜਿਹਨੇ ਸਾਡੀ ਸਾਰੀ ਸ਼ਰਮਿੰਦਗੀ, ਸਾਡੇ ਪਾਪ, ਸਾਡੇ ਦੁੱਖ, ਸਾਡੇ ਤਕਲੀਫ ਚੱਕ ਲਏ ਆ। ਦੁਨੀਆ ਦੇ ਉੱਤੇ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਸਾਡੀ, ਮੇਰੀ ਤੇ ਤੁਹਾਡਾ ਕੁਛ ਦੁੱਖ ਤਕਲੀਫ ਚੱਕ ਸਕੇ। ਦੁਨੀਆ ਤੇ ਅਸੀਂ ਹੋਰ ਕੀ ਜਾਣਾ। ਈਵਨ ਮੈਂ ਖੁਦ ਕਹਿੰਦੀ ਆ, ਭੈਣ ਬੈਠੀ ਆ, ਤੁਸੀਂ ਵੀ ਆ, ਸਾਡੇ ਕੋਨ ਪੇਰੈਂਟਸ ਨਹੀਂ ਚੱਕ ਸਕਦੇ ਕੋਈ ਦੁੱਖ ਤਕਲੀਫ। ਅਸੀਂ ਆਪਣੇ ਬੱਚਿਆਂ ਦੇ ਨਹੀਂ ਚੱਕ ਸਕਦੇ ਹੈਗੇ। ਅਸੀਂ ਉਹਨਾਂ ਨੂੰ ਕਹਿ ਸਕਦੇ ਇੱਦਾਂ ਨਹੀਂ ਇੱਦਾਂ ਕਰ ਲਓ, ਪਰ ਅਸੀਂ ਉਹ ਚੀਜ਼ ਨਹੀਂ ਕਰ ਸਕਦੇ ਜੋ ਯਿਸੂ ਮਸੀਹ ਨੇ ਕਰ ਦਿੱਤੀ ਆ।
ਉਹ ਇੱਕੋ ਹੀ ਸੀ ਜਿਹੜਾ ਕਰ ਗਿਆ, ਤੇ ਕੱਲ ਵੀ ਸੀ ਤੇ ਅੱਜ ਵੀ ਆ। ਉਹ ਅੱਜ ਵੀ ਸਾਡੇ ਪਾਪ ਮਾਫ ਕਰਦਾ ਆ, ਅੱਜ ਵੀ ਸਾਨੂੰ ਚੱਕਦਾ ਆ, ਡਿੱਗਿਆ ਹੋਇਆਂ ਨੂੰ ਚੱਕਦਾ ਆ। ਪਰ ਕੀ ਅਸੀਂ ਉਹਦੀ ਆਵਾਜ਼ ਨੂੰ ਸੁਣਦੇ? ਸਾਨੂੰ ਬਚਨ ਦੇ ਉੱਤੇ ਜਾਣ ਦੀ ਲੋੜ ਆ, ਆਪਣੇ ਪਾਪਾਂ ਦੇ ਵਿੱਚੋਂ ਨਿਕਲਣ ਵਾਸਤੇ ਨਿਕਲਣ ਦੀ ਲੋੜ ਆ। ਕਰਕੇ ਕਈ ਵਾਰੀ ਅਸੀਂ ਕੀ ਕਹਿੰਦੇ ਆ, ਇਹ ਦੁਨੀਆ ਆ, ਸਾਨੂੰ ਦੁਨੀਆ ਦੇ ਵਿੱਚ ਰਹਿਣਾ ਪੈਣਾ। ਹਾਂ, ਦੁਨੀਆ 'ਚ ਰਹਿਣਾ ਪੈਣਾ ਆ, ਪਰ ਪਰਮੇਸ਼ਰ ਦਾ ਬਚਨ ਕੀ ਕਹਿੰਦਾ? ਦੁਨੀਆ ਵਾਲੇ ਨਾ ਬਣੋ, ਤੁਸੀਂ ਮੇਰੇ ਚੁਣੇ ਹੋਏ ਹੋ, ਤੁਸੀਂ ਮੇਰੀ ਖਾਸ ਪਰਜਾ ਹੋ। ਸੱਚਮੁੱਚ ਮੈਂ ਤੇ ਤੁਸੀਂ ਭੈਣੋ ਤੇ ਭਰਾਵੋ ਖਾਸ ਪਰਜਾ ਆ। ਸਾਨੂੰ ਪਰਮੇਸ਼ਵਰ ਨੇ ਚੁਣਿਆ ਹੋਇਆ ਆ। ਸਾਡੇ ਫਰੂਟ, ਸਾਡੇ ਵਿੱਚ ਧੀਰਜ ਹੋਣੀ ਚਾਹੀਦੀ ਆ। ਅਸੀਂ ਕਈ ਵਾਰੀ ਬਹੁਤ ਸੌਖਾ ਆ ਦੂਜੇ ਨੂੰ ਦੋਸ਼ ਦੇ ਦਿੰਦੇ ਆ, ਮੈਂ ਤਾਂ ਠੀਕ ਸੀ, ਉਹਨੇ ਇਦਾਂ ਕਿਹਾ ਕਰਕੇ ਮੈਂ ਇਦਾਂ ਕੀਤਾ ਆ। ਮੈਂ ਖੁਦ ਵੀ ਇਦਾਂ ਹੀ ਕਰਦੀ ਹੈ, ਪਰ ਹੁਣ ਟਰਾਈ ਕਰਦੇ ਅਸੀਂ ਨਹੀਂ ਕਰਨਾ ਹੈਗਾ। ਬਹੁਤ ਜ਼ਿਆਦਾ ਕੋਸ਼ਿਸ਼ ਆ, 10% ਹੈਗਾ, ਕਈ ਵਾਰੀ ਹੋ ਜਾਂਦਾ, ਪਰ ਅਸੀਂ ਉਹ ਵੀ ਕੱਢ ਦੇਣਾ ਬਹੁਤ ਜਲਦੀ। ਮੈਂ ਪਰਮੇਸ਼ਵਰ ਤੋਂ ਮੰਗਦੀ ਹਾਂ, ਮੈਂ ਤੁਹਾਡੇ ਲਈ ਵੀ ਅੱਜ ਐਂਡ ਤੇ ਇਹੋ ਹੀ ਪ੍ਰਾਰਥਨਾ ਕਰੂੰਗੀ, ਸਾਰਿਆਂ ਲਈ, ਮੈਂ ਆਪਣੇ ਲਈ ਵੀ ਕਰੂੰਗੀ। ਆਪਾਂ ਨੂੰ ਰਲ ਕੇ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਆ, ਕਿਉਂਕਿ ਅਸੀਂ ਕੀ ਕਰਦੇ ਆ? ਪਰਮੇਸ਼ਰ ਦੇ ਬਚਨ ਨੂੰ, ਪਰਮੇਸ਼ਰ ਦੀ ਖੁਸ਼ਖਬਰੀ ਨੂੰ ਸਹੀ ਤਰੀਕੇ ਨਾਲ ਵੰਡ ਸਕੀਏ। ਪ੍ਰੇਜ਼ ਗॉड, ਆਮੇਨ। ਹਾਂਜੀ, ਹੁਣ ਆਪਾਂ ਅੱਗੇ ਫੇਰ ਬਚਨ ਵੱਲ ਨੂੰ ਵਧਦੇ ਹਾਂ। ਹੁਣ ਆਪਾਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ, ਉਹਦਾ 5ਵਾਂ ਚੈਪਟਰ ਤੇ ਉਹਦੀ 3 ਤੇ 4 ਆਇਤ ਆਪਾਂ ਦੇਖਦੇ ਹਾਂ। ਆਮੇਨ। ਪ੍ਰੇਜ਼ ਗॉड। ਨਿਰਾ ਇਹੋ ਨਹੀਂ, ਸਗੋਂ ਬਿਪਤਾ ਵਿੱਚ ਵੀ ਅਭਿਮਾਨ ਕਰੀਏ, ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ, ਅਤੇ ਧੀਰਜ ਦ੍ਰਿੜਤਾ, ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ। ਆਮੇਨ, ਆਮੇਨ। ਹੁਣ ਦੇਖੋ, ਸਾਨੂੰ ਜਿਹੜਾ ਧੀਰਜ ਆ ਇਹ ਸਹਿਣ ਸ਼ਕਤੀ ਦਿੰਦਾ। ਹਾਂਜੀ, ਜਿਹੜੀ ਸਹਿਣ ਸ਼ਕਤੀ ਆ ਇੱਕ ਸਾਨੂੰ ਬਲ ਪੈਦਾ ਕਰਦੀ ਆ। ਬਾਈਬਲ ਦੇ ਵਿੱਚ ਸਾਫ਼-ਸਾਫ਼ ਲਿਖਿਆ, ਪਰ ਫਿਰ ਵੀ ਉਹਨਾਂ ਨੇ ਇਦਾਂ ਕਿਹਾ ਕਿ ਬਿਪਤਾ ਵਿੱਚ ਵੀ ਅਭਿਮਾਨ ਕਰੀਏ। ਦੇਖੋ, ਬਿਪਤਾ ਵਿੱਚ ਵੀ ਆਨੰਦ ਕਰੀਏ, ਪਰ ਬਹੁਤ ਔਖਾ ਵਚਨ ਆ। ਪਰ ਕਈ ਲੋਕ ਹੈਗੇ ਆ, ਮੈਂ ਦੇਖੇ ਆ ਕਰਕੇ, ਜਦੋਂ ਤੁਸੀਂ ਦੇਖਦੇ ਆ ਵਚਨ ਦੇ ਵਿੱਚ ਕਾਫੀ ਅੱਗੇ ਆ, ਜਦੋਂ ਕੋਈ ਉਹਨਾਂ ਤੇ ਬਿਪਤਾ ਆਉਂਦੀ ਆ ਤੇ ਉਹ ਹੱਸ ਪੈਂਦੇ ਆ। ਉਹ ਕਹਿੰਦੇ ਇਹਦੇ ਵਿੱਚੋਂ ਵੀ ਕੋਈ ਭਲਾਈ ਨਿਕਲਣੀ ਆ, ਪਰ ਬਾਹਲੇ ਵਾਰੀ ਹੁੰਦੇ ਆ ਰੋਣ ਲੱਗ ਜਾਂਦੇ ਆ। ਪਰ ਮੈਂ ਵੀ ਬਨਫ ਹੋਇਆ, ਮੈਂ ਵੀ ਏਦਾਂ ਦਿਲ ਛੱਡ ਜਾਈਦਾ ਆ ਵੀ ਜੇ ਹੁਣ ਬਿਪਤਾ ਪਤਾ ਨਹੀਂ ਅਸੀਂ ਇਹ ਚੋਂ ਕਿੱਦਾਂ ਨਿਕਲ। ਉਸ ਚੀਜ਼ ਨੂੰ ਸਾਨੂੰ ਦੂਸਰੇ ਪਾਸੇ ਨੂੰ ਲੈਣ ਲਈ ਉਹ 'ਚ ਸਾਨੂੰ ਧੀਰਜ ਰੱਖਣਾ ਚਾਹੀਦਾ। ਧੀਰਜ ਕੀ ਆ? ਫਿਰ ਸਾਨੂੰ ਸਹਿਣ ਸ਼ਕਤੀ ਦਿੰਦਾ ਆ। ਆਮੇਨ। ਤੇ ਜਿਹੜੀ ਸਹਿਣ ਸ਼ਕਤੀ ਆ ਫਿਰ ਸਾਨੂੰ ਬਲ ਦਿੰਦਾ ਆ, ਤੇ ਬਲ ਦੇ ਨਾਲ ਫਿਰ ਸਾਨੂੰ ਆਸ ਰੱਖਦੇ ਆ ਵੀ ਇਹ ਸਾਡੀ ਚੀਜ਼ ਇਸ ਤਰ੍ਹਾਂ ਹੋ ਗਈ ਆ, ਹੁਣ ਇਸ ਤਰ੍ਹਾਂ ਕਰੈਕਟ ਹੋਣ ਵਾਲੀ ਆ। ਆਮੇਨ। ਪਰ ਉਹਨਾਂ ਚਿਰ ਅਸੀਂ ਸੋਚ ਨਹੀਂ ਸਕਦੇ, ਪਰ ਜਦੋਂ ਅਸੀਂ ਬਿਪਤਾ ਤੇ ਅੱਖਾਂ ਲਾ ਲੈਣੀਆਂ, ਫਿਰ ਅਸੀਂ ਸੋਚ ਨਹੀਂ ਸਕਦੇ ਕਿ ਇਹ ਸਾਡੀ ਚੀਜ਼ ਕਿੱਦਾਂ ਠੀਕ ਹੋਣੀ ਆ। ਆਮੇਨ। ਕਿਉਂਕਿ ਜਦ ਪਰਮੇਸ਼ਰ ਦਾ ਸਾਨੂੰ ਵਚਨ ਦੱਸਦਾ, ਜਿਹੜੇ ਪਿਤਾ ਪਰਮੇਸ਼ਰ ਨੂੰ ਪਿਆਰ ਕਰਦੇ ਆ, ਸਭ ਉਹ ਚੀਜ਼ਾਂ ਰਲ ਕੇ ਉਹਨਾਂ ਦੀ ਭਲਾਈ ਕਰਦੀਆਂ। ਆਮੇਨ। ਪਰ ਜਦੋਂ ਅਸੀਂ ਇਹ ਚੀਜ਼ ਤੇ ਕਹਿੰਦੇ ਆ, ਪਰ ਮੂੰਹੋਂ ਕਹਿ ਦਿੰਦੇ ਆ, ਕੀ ਅਸੀਂ ਸੱਚਮੁੱਚ ਉਹਨੂੰ ਦਿਲ 'ਚ ਲੈਂਦੇ ਆ? ਆਮੇਨ। ਪਰ ਕਦੇ-ਕਦੇ ਅਸੀਂ ਮੂੰਹ 'ਚੋਂ ਕਹਿ ਦਿੰਦੇ ਆ, ਪਰ ਦਿਲ 'ਚ ਨਹੀਂ ਲੈਂਦੇ। ਪਰ ਪਰਮੇਸ਼ਰ ਦੇ ਵਚਨ ਤੇ ਦੇਖੋ, ਇਹਨਾਂ ਨੇ ਕਿਹਾ ਅਭਿਮਾਨ ਕਰੀਏ, ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਆ। ਆਮੇਨ। ਤੇ ਅਤੇ ਧੀਰਜ ਦ੍ਰਿੜਤਾ, ਅਤੇ ਦ੍ਰਿੜਤਾ ਆਸ ਪੈਦਾ ਕਰਦੀ ਆ। ਸੱਚਮੁੱਚ ਇੱਕ ਸਾਨੂੰ ਇੱਕ ਸਹਿਣ ਸ਼ਕਤੀ ਮਿਲਦੀ ਆ। ਆਮੇਨ। ਜਿੱਦਾਂ ਚਿਰ ਸਾਡੇ ਕੋਲ ਸਹਿਣ ਸ਼ਕਤੀ ਹੈ ਨੀ ਗੀ, ਫਿਰ ਸਾਡੇ ਕੋਲ ਆਸ ਵੀ ਹੈ ਨੀ ਗੀ। ਆਮੇਨ। ਤੇ ਇੱਕ ਬਲ ਆ ਸਾਡੇ ਕੋਲ। ਇਹ ਸਾਨੂੰ ਉਸ ਟਾਈਮ ਤੇ ਵੀ, ਜਿਸ ਟਾਈਮ ਤੇ ਸਿਚੁਏਸ਼ਨ ਜਿੱਦਾਂ ਦੀ ਵੀ ਮਰਜ਼ੀ ਸਾਡੇ ਰਾਉਂਡ ਆ, ਸਾਨੂੰ ਧੀਰਜ ਦੇ ਨਾਲ ਰਹਿਣਾ ਚਾਹੀਦਾ। ਆਮੇਨ। ਤੇ ਇੱਕ ਇਸ ਤਰ੍ਹਾਂ ਆ, ਜਿੱਦਾਂ ਹੁਣ ਪ੍ਰਾਰਥਨਾ ਕਰਦੇ ਆ ਅਸੀਂ, ਜਦੋਂ ਅਸੀਂ ਪ੍ਰਾਰਥਨਾ ਕਰਦੇ ਆ, ਮੈਂ ਤੇ ਭੈਣ ਨੇ ਕਿਸੇ ਨਾਲ ਕਿਸੇ ਗੱਲ ਲਈ ਰਲ ਕੇ ਪ੍ਰਾਰਥਨਾ ਕੀਤੀ ਆ, ਤੇ ਮੈਂ ਚਾਹੁੰਦੀ ਆ ਕਿ ਉਹ ਮੈਨੂੰ ਚੀਜ਼ ਛੇਤੀ ਮਿਲ ਜਾਵੇ। ਤੇ ਜਦੋਂ ਅਸੀਂ ਚੀਜ਼ ਛੇਤੀ ਮਿਲ ਜਾਵੇ ਤਾਂ ਮੈਂ ਉਹ ਚੀਜ਼ ਤੇ ਅੱਖਾਂ ਛੇਤੀ ਲਾਈਆਂ ਹੋਣੀਆਂ ਆ, ਤੇ ਮੈਨੂੰ ਕੋਈ ਹਿੰਟ ਮਿਲ ਜਾਂਦਾ ਵਿੱਚੋਂ। ਹਾਂਜੀ। ਹਿੰਟ ਉਹ ਸ਼ੈਤਾਨ ਵੱਲੋਂ ਵੀ ਹੋ ਸਕਦਾ ਆ। ਜਦੋਂ ਤੇ ਮੈਂ ਉਹ ਚੀਜ਼ ਕਰ ਲੈਂਦੀ ਆ, ਜਿਸ ਕੰਮ ਲਈ ਮੈਂ ਪ੍ਰਾਰਥਨਾ ਕੀਤੀ ਆ ਭੈਣ ਨਾਲ ਰਲ ਕੇ, ਮੈਨੂੰ ਹਿੰਟ ਮਿਲ ਗਿਆ ਤੇ ਮੈਂ ਉਹ ਕਰ ਲੈਂਦੀ ਆ ਜੀ, ਮੈਨੂੰ ਹਿੰਟ ਮਿਲ ਗਿਆ।
ਆਮੇਨ। ਫਿਰ ਅਸੀਂ ਉਹ ਚੀਜ਼ ਗਲਤ ਹੋ ਜਾਂਦੀ ਆ ਕਰਕੇ ਮੈਂ ਧੀਰਜ ਨਹੀਂ ਕੀਤਾ, ਮੈਂ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਕਰਕੇ ਪਰਮੇਸ਼ਵਰ ਕੀ ਕਹਿੰਦਾ, ਮੈਂ ਤੁਹਾਨੂੰ ਇੱਕ ਵਾਰੀ ਵੀ ਦੱਸ ਸਕਦਾ, 2 ਵਾਰੀ ਵੀ ਦੱਸ ਸਕਦਾ, ਤੁਸੀਂ ਆਪਣੇ ਬੱਚੇ ਨੂੰ 1 ਵਾਰੀ ਦੱਸਦੇ ਆ, 2 ਵਾਰੀ ਦੱਸਦੇ ਆ, 3 ਵਾਰ ਤੁਸੀਂ ਘਬਰਾ ਜਾਂਦੇ ਆ, ਮੈਂ ਤੁਹਾਨੂੰ 3000 ਵਾਰੀ ਵੀ ਦੱਸ ਸਕਦਾ। ਆਮੇਨ। ਕਰਕੇ ਆਪਾਂ ਪਰਮੇਸ਼ਰ ਤੋਂ ਜੇ ਆਪਾਂ ਨੂੰ 1 ਵਾਰੀ ਨਹੀਂ ਕਲੀਅਰ ਹੋਇਆ ਇਹ ਚੀਜ਼ ਮੇਰੇ ਲਈ ਸਹੀ ਆ, ਆਪਾਂ ਦੂਸਰੀ ਵਾਰੀ ਪੁੱਛ ਸਕਦੇ ਆ, ਤੀਸਰੀ ਵਾਰੀ ਪੁੱਛ ਸਕਦੇ ਆ। ਜਿੰਨੇ ਚਿਰ ਆਪਾਂ ਮੇਕ ਸ਼ੋਰ ਨਹੀਂ ਹੁੰਦੇ ਆਪਾਂ ਨੂੰ ਸਟੈਪ ਨਹੀਂ ਚੱਕਣਾ ਚਾਹੀਦਾ। ਪਰ ਅਸੀਂ ਉਹ ਹਿੰਟ ਤੇ ਜਦੋਂ ਸਟੈਪ ਚੱਕ ਲੈਣਾ ਉਹ ਗਲਤ ਹੋ ਜਾਂਦੀ ਆ ਕਰਕੇ ਸ਼ੈਤਾਨ ਤਾਂ ਚਾਹੁੰਦਾ ਹੀ ਹੁੰਦਾ ਵੀ ਇਹਨਾਂ ਦੀ ਇਹ ਪ੍ਰਾਰਥਨਾ ਰੁਕ ਜਾਵੇ। ਤੇ ਫਿਰ ਜਦੋਂ ਗਲਤ ਨੇ ਫਿਰ ਅਸੀਂ ਕੀ ਆ, ਪਰਮੇਸ਼ਰ ਨੂੰ ਬਲੇਮ ਨਾ, ਅਸੀਂ ਤਾਂ ਉਹ ਪ੍ਰਾਰਥਨਾ ਕੀਤੀ ਸੀ, ਇਹ ਤਾਂ ਕੰਮ ਫੇਰ ਰੋਂਗ ਹੋ ਗਿਆ। ਕੀ ਆ, ਅਸੀਂ ਉੱਤੇ ਧੀਰਜ ਨਹੀਂ ਕੀਤਾ, ਅਸੀਂ ਉੱਤੇ ਵੇਟ ਨਹੀਂ ਕੀਤੀ, ਪਰਮੇਸ਼ਰ ਦੇ ਆਨਸਰ ਦੀ ਵੇਟ ਨਹੀਂ ਕੀਤੀ, ਅਸੀਂ ਚੰਗੀ ਤਰ੍ਹਾਂ ਨਹੀਂ ਸੁਣਿਆ, ਅਸੀਂ ਕੰਨ ਨਹੀਂ ਖੁੱਲੇ ਰੱਖੇ, ਫਿਰ ਅਸੀਂ ਕੀ ਕੀਤੀਆਂ, ਆਪਣੀਆਂ ਮਨ ਮਰਜ਼ੀਆਂ ਕਰ ਲਈਆਂ ਤੇ ਉਹਦੇ ਵਿੱਚ ਧੀਰਜ ਨਹੀਂ ਕੀਤਾ ਤੇ ਇਸ ਕਰਕੇ ਹਾਂਜੀ ਗਲਤ ਹੋ ਜਾਂਦੀ। ਹਾਂਜੀ, ਪ੍ਰੇਜ਼ ਗॉड। ਪਰਮੇਸ਼ਰ ਦਾ ਅਸੀਂ ਧੰਨਵਾਦ ਕਰਦੇ ਹਾਂ। ਆਪਾਂ ਫੇਰ ਇੱਕ ਵਾਰੀ ਸਟੂਡੀਓ ਦਾ ਨੰਬਰ ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਜਿਹੜੇ ਵੀ ਭੈਣ ਭਰਾ ਇਸ ਵੇਲੇ ਲਾਈਵ ਦੇਖ ਰਹੇ ਆ, ਆਨਲਾਈਨ ਹੋਏ ਆ, ਮੈਂ ਉਹਨਾਂ ਨੂੰ ਧੰਨਵਾਦ ਕਰਦੀ ਹਾਂ। ਬਹੁਤ ਸਾਰੇ ਭੈਣ ਭਰਾ ਆ, ਪ੍ਰੇਜ਼ ਗॉड। ਪਰਮੇਸ਼ਰ ਤੁਹਾਨੂੰ ਬਹੁਤ ਆਸ਼ੀਸ਼ ਤੇ ਬਰਕਤ ਦੇਵੇ ਤੇ ਬਹੁਤ ਜ਼ਿਆਦਾ ਤੁਹਾਨੂੰ ਵੀ ਧੀਰਜ ਦੇਵੇ। ਤੇ ਆਪਾਂ ਸਟੂਡੀਓ ਦਾ ਨੰਬਰ ਮੈਂ ਬੋਲਦੀ ਹਾਂ, ਇੱਕ ਵਾਰੀ ਦੁਬਾਰਾ ਤੁਸੀਂ ਧਿਆਨ ਨਾਲ ਸੁਣਿਓ, 0121601096 ਇਹ ਸਾਡਾ ਸਟੂਡੀਓ ਦਾ ਨੰਬਰ ਆ। ਤੁਸੀਂ ਆਓ, ਗੱਲ ਕਰੋ, ਜੋ ਵੀ ਤੁਸੀਂ ਕਰਨੀ ਚਾਹੁੰਦੇ ਆਪਣੇ ਵਿਚਾਰ ਸਾਂਝੇ ਕਰੋ। ਜਿੱਦਾਂ ਭੈਣ ਜੀ ਹੁਣਾਂ ਨੇ ਹੁਣ ਦੱਸਿਆ ਕਿ ਅਸੀਂ ਕਿੱਥੇ ਧੀਰਜ ਰੱਖਦੇ ਆ, ਕਿੰਨਾ ਕੁ ਰੱਖਦੇ ਆ। ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਆ, ਅਸੀਂ ਪਤਾ ਕੀ ਕਰਦੇ ਉਸ ਵੇਲੇ, ਉਹਨੂੰ ਫੋਨ ਕਰਕੇ ਦੱਸ, ਉਹਨੂੰ ਫੋਨ ਕਰਕੇ ਦੱਸ, ਆ ਹੋ ਗਿਆ, ਤੂੰ ਮੇਰੇ ਲਈ ਪ੍ਰੇ ਕਰ, ਫਲਾਣੇ ਤੂੰ ਆ। ਪਤਾ ਕੀ ਹੁੰਦਾ ਉਸ ਵੇਲੇ, ਅਸੀਂ ਆਪਣੇ ਮੂੰਹ ਉਸ ਵਰਡ ਨੂੰ, ਉਸ ਗੱਲ ਨੂੰ ਖਿਲਾਰ ਦਿੰਦੇ ਆ, ਉਹਨੂੰ ਅਸੀਂ ਐਕਸੈਪਟ ਕਰੀ ਜਾਂਦੇ, ਇੱਦਾਂ ਹੋ ਗਿਆ। ਕੀ ਹੁੰਦਾ, ਸਾਡੇ ਕੋਲ ਹੌਸਲਾ ਹੈ ਨਹੀਂ। ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਆ, ਪਰਮੇਸ਼ਵਰ ਦੀ ਹਜ਼ੂਰੀ 'ਚ ਚੱਲ ਜਾਣਾ ਚਾਹੀਦਾ ਆ, ਧੀਰਜ ਰੱਖ ਕੇ। ਪਰਮੇਸ਼ਰ ਤੂੰ ਮੇਰਾ ਪਰਮੇਸ਼ਵਰ ਆ, ਤੂੰ ਮੈਨੂੰ ਇਹਦੇ ਵਿੱਚੋਂ ਕੱਢਣ ਦੀ ਸਮਰੱਥਾ ਰੱਖਦਾ ਆ। ਜਦ ਪਰਮੇਸ਼ਵਰ ਨੇ ਤੁਹਾਨੂੰ ਇੱਥੇ ਤੱਕ ਲੈ ਆਂਦਾ, ਮੈਨੂੰ ਇੱਥੇ ਤੱਕ ਲੈ ਆਂਦਾ ਆ, ਸਾਨੂੰ ਇੱਥੇ ਹੌਸਲਾ ਹਿੰਮਤ ਰੱਖਣ ਦੀ ਲੋੜ ਆ ਕਿ ਅਸੀਂ ਪਰਮੇਸ਼ਵਰ ਤੇ ਭਰੋਸਾ ਕਿੰਨਾ ਕੁ ਰੱਖਦੇ ਆ। ਇੱਥੇ ਧੀਰਜ ਤਾਂ ਸਾਡਾ ਪਰਖ ਹੁੰਦਾ, ਨਾਲ ਫੇਰ ਕੀ ਹੁੰਦਾ, ਸਾਡਾ ਭਰੋਸਾ ਵੀ ਪਰਖ ਹੁੰਦਾ ਆ। 2 ਚੀਜ਼ਾਂ ਇੱਥੇ ਆ ਗਈਆਂ। ਹੁਣ ਧਿਆਨ ਨਾਲ ਸੁਣਨ ਵਾਲੀ ਗੱਲ ਆ। ਬਹੁਤ ਵਾਰੀ ਇਦਾਂ ਹੁੰਦਾ ਭੈਣਾਂ ਭਰਾਵਾਂ ਦੇ ਨਾਲ, ਉਹ ਫਲਾਣੇ ਬੰਦੇ ਤੋਂ ਹੁਣ ਮੈਂ ਪ੍ਰੇ ਕਰਾਵਾਂ, ਫਲਾਣੇ ਬੰਦੇ ਨੇ ਕੁਛ ਨਹੀਂ ਕਰਨਾ, ਫਲਾਣੇ ਪਾਸਟਰ ਨੇ ਕੁਛ ਨਹੀਂ ਤੁਹਾਡੇ ਲਈ ਕਰਨਾ, ਜੋ ਕਰਨਾ ਤੁਹਾਡੇ ਲਈ ਯਿਸੂ ਮਸੀਹ ਨੇ ਕਰਨਾ ਹੈ। ਮੈਂ ਅੱਜ ਵੀ ਕਹਿੰਦੀ ਆ, ਮੇਰੇ ਲਈ ਵੀ ਇਦਾਂ ਹੀ ਆ, ਯਿਸੂ ਮਸੀਹ ਨੇ ਕਰਨਾ। ਪਰ ਕਿੱਥੇ ਤੁਸੀਂ ਬੈਠੇ ਆ, ਕਿੰਨਾ ਕੁ ਤੁਹਾਡੇ ਕੋਲ ਸਬਰ ਹੈਗਾ ਕਿ ਯਿਸੂ ਮਸੀਹ ਹੈਗਾ ਆ, ਕੀ ਹੌਸਲਾ ਹੈਗਾ ਵੀ ਯਿਸੂ ਮਸੀਹ ਉੱਥੇ ਹੈਗਾ, ਉਹ ਮੇਰੇ ਲਈ ਕਰ ਦਊਗਾ। ਇੱਥੇ ਕੀ ਹੁੰਦਾ, ਤੁਹਾਡੇ ਕੋਲ ਫਿਰ ਵਿਸ਼ਵਾਸ ਵੀ ਨਹੀਂ ਹੈਗਾ, ਵਿਸ਼ਵਾਸ ਦਾ ਵੀ ਘਾਟਾ ਹੈਗਾ ਆ। ਜੇ ਸਬਰ ਹੈ ਨਹੀਂ ਤੇ ਵਿਸ਼ਵਾਸ ਵੀ ਹੈ ਨਹੀਂਗਾ। ਜਦੋਂ ਸਾਡੇ ਕੋਲ ਸਬਰ ਆ ਜਾਣਾ ਆ, ਧੀਰਜ ਆ ਜਾਣੀ ਆ, ਉਦੋਂ ਸਾਡੇ ਕੋਲ ਵਿਸ਼ਵਾਸ ਵੀ ਹੋਣਾ ਆ। ਫਿਰ ਅਸੀਂ ਕਰ ਸਕਦੇ ਹਾਂ ਕਿ ਸੱਚਮੁੱਚ ਸਾਡੇ ਕੋਲ ਵਿਸ਼ਵਾਸ ਹੈਗਾ ਆ, ਜੇ ਅਸੀਂ ਉੱਥੇ ਗੋਡੇ ਟੇਕ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲਾਂਗੇ, ਨਾ ਕਿ ਸਾਰਿਆਂ ਕੋਲ ਰੌਲਾ ਪਾਵਾਂਗੇ। ਕਈ ਵਾਰੀ, ਬਹੁਤੀ ਵਾਰੀ ਮੈਂ ਭੈਣਾਂ ਤੇ ਭਰਾਵੋ, ਮੈਂ ਬਹੁਤ ਵਾਰੀ ਦਾ ਪੜ੍ਹਿਆ, ਮੈਂ ਇੱਥੇ ਥੋੜਾ ਜਿਹਾ ਸ਼ੇਅਰ ਕਰਨਾ ਚਾਹੁੰਦੀ ਆ। ਕਈ ਵਾਰੀ ਕੀ ਹੁੰਦਾ ਆ, ਮੈਂ ਨਹੀਂ ਕਹਿੰਦੀ ਕਿ ਸਾਰੇ ਮਾੜੇ ਆ, ਭਾਵੇਂ ਭੈਣ ਭਰਾ ਕਈ ਮਸੀਹੀ ਆ, ਉਹ ਵੀ ਕਈ ਵਾਰੀ ਤੁਹਾਡਾ ਮਜ਼ਾਕ ਉਡਾ ਲੈਂਦੇ ਆ। ਸਾਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ, ਅਸੀਂ ਕਿਹਦੇ ਕੋਲ ਕਰਦੇ ਆ। ਸਾਨੂੰ ਆਪਣੇ ਆਪ ਰੌਲਾ ਨਹੀਂ ਪਾਉਣਾ ਚਾਹੀਦਾ ਹੈਗਾ, ਸਾਨੂੰ ਪਰਮੇਸ਼ਵਰ ਦੇ ਕੋਲ ਹੀ ਜਾਣਾ ਚਾਹੀਦਾ ਆ। ਹਾਂ, ਮੈਂ ਕਹਿੰਦੀ ਰਲ ਕੇ ਪ੍ਰਾਰਥਨਾ ਕਰਨੀ ਚਾਹੀਦੀ ਆ, ਪਰਮੇਸ਼ਵਰ ਸੁਣਦਾ ਆ ਸਾਡੀ ਆਵਾਜ਼ ਨੂੰ, ਪਰ ਇੱਥੇ ਸੋਚਣ ਕੇ ਸਾਨੂੰ ਗੱਲ ਕਰਨੀ ਚਾਹੀਦੀ ਹੈ, ਧੀਰਜ ਰੱਖਣਾ ਚਾਹੀਦਾ। ਪਹਿਲਾਂ ਪਰਮੇਸ਼ਵਰ, ਸਾਰਿਆਂ ਤੋਂ ਪਹਿਲਾਂ ਭੈਣਾਂ ਭਰਾਵਾਂ ਚੋਂ ਪਾਸਟਰ ਜੀ ਕੋਲ ਵੀ ਪ੍ਰਾਰਥਨਾ ਕਰਨੀ ਚਾਹੀਦੀ ਆ। ਮੇਰਾ ਖਿਆਲ ਜਿੱਥੇ ਤੱਕ ਹੈ, ਸਾਨੂੰ ਸਭ ਤੋਂ ਪਹਿਲਾਂ ਪਰਮੇਸ਼ਵਰ ਕੋਲ ਜਾਣਾ ਚਾਹੀਦਾ। ਪਰਮੇਸ਼ਵਰ, ਮੇਰੇ ਤੇ ਆਹ ਮੁਸੀਬਤ ਆਈ ਆ, ਮੈਨੂੰ ਦੱਸ ਮੈਂ ਕੀ ਕਰਾਂ, ਹੁਣ ਮੇਰੇ ਨਾਲ ਗੱਲ ਕਰ। ਸੱਚਮੁੱਚ ਪਰਮੇਸ਼ਵਰ, ਜਿੱਦਾਂ ਭੈਣ ਨੇ ਅੱਗੇ ਦੱਸਿਆ ਆ ਕਿ ਪਰਮੇਸ਼ਵਰ ਜਦੋਂ ਜਾਂਦੇ ਉਹ ਸਾਨੂੰ ਬਾਰ-ਬਾਰ ਦੱਸਦੇ ਆ
ਇਦਾਂ ਹੀ ਹੁਣ ਪਰਮੇਸ਼ਵਰ ਸਾਨੂੰ ਇੱਥੇ ਵੀ ਇੱਦਾਂ ਦੱਸਦੇ ਆ, ਸਾਨੂੰ ਬਹੁਤ ਹਿੰਮਤ ਤੇ ਹੌਸਲਾ ਰੱਖਣ ਦੀ ਲੋੜ ਆ। ਇਹਦੇ ਵਿੱਚੋਂ ਹੀ ਕਿੰਨੀਆਂ ਗੱਲਾਂ, ਜਿੱਦਾਂ ਭੈਣ ਨੇ ਦੱਸਿਆ, ਸਹਿਣਸ਼ੀਲਤਾ ਵੀ ਇੱਥੋਂ ਹੀ ਨਿਕਲਦੀ ਆ ਜੇ ਸਾਡੇ ਕੋਲ ਸਬਰ ਹੈਗਾ ਆ। ਕਿੰਨਾ ਕੁ ਸਬਰ ਆ, ਅੱਗੇ ਆਪਾਂ ਵੱਧਦੇ ਆ, ਕਿਹਦੇ ਕਿਹਦੇ ਕੋਲ ਸਬਰ ਸੀਗਾ, ਕਿੰਨਾ ਕੁ ਸਬਰ ਹੈਗਾ ਸੀਗਾ, ਕਿੱਥੋਂ ਆਇਆ ਸੀ ਸਬਰ ਉਹਨਾਂ ਦੇ ਕੋਲ। ਆਓ ਆਪਾਂ ਬਚਨ ਵੱਲ ਚੱਲਦੇ ਹਾਂ। ਜਦੋਂ ਆਪਾਂ ਅਯੂਬ ਦੀ ਕਿਤਾਬ ਦੇਖਦੇ ਆ, ਜਦੋਂ ਆਪਾਂ ਅਯੂਬ ਦੀ ਸਟੋਰੀ ਦੇਖਦੇ ਆ, ਹਾਂਜੀ, ਦੇਖੋ ਉਹਦੇ ਨਾਲ ਕਿੰਨਾ ਕੁਛ ਹੋ ਗਿਆ ਸੀਗਾ, ਤੇ ਮਤਲਬ ਕਿ ਸੋਗ ਦੇ ਵਿੱਚ ਸੀਗਾ ਉਸ ਟਾਈਮ ਤੇ, ਕਿਉਂਕਿ ਉਹਦਾ ਸਾਰਾ ਕੁਝ ਗੁਆਚ ਚੁੱਕਾ ਸੀ। ਫਿਰ ਵੀ ਉਹਨੇ ਧੀਰਜ ਦੇ ਨਾਲ ਪਰਮੇਸ਼ਰ ਦੀ ਉਸਤਤ ਕੀਤੀ, ਉਹਦੀ ਵਡਿਆਈ ਕੀਤੀ। ਹਜੇ ਕਿ ਉਹਦੀ ਵਾਈਫ ਨੇ ਵੀ ਕਹਿ ਦਿੱਤਾ ਸੀਗਾ ਕਿ ਤੇਰਾ ਪਰਮੇਸ਼ਰ ਕੀ ਕਰਦਾ ਆ, ਪਰ ਉਹਨੇ ਪਰਮੇਸ਼ਰ ਦੇ ਵਿਰੁੱਧ ਨਹੀਂ ਉਹ ਖੜਾ ਹੋਇਆ, ਕਰਕੇ ਪਰਮੇਸ਼ਰ ਸੱਚਮੁੱਚ ਮਾੜਾ ਨਹੀਂ ਸੀ ਕੀਤਾ। ਆਪਾਂ ਨੂੰ ਬਾਈਬਲ ਦੱਸਦੀ ਆ, ਅਯੂਬ ਦੀ ਆਪਾਂ ਸਟੋਰੀ ਪੜ੍ਹਦੇ ਆ, ਜਦੋਂ ਪਰਮੇਸ਼ਰ ਨੇ ਨਹੀਂ ਸੀ ਕੀਤਾ, ਪਰ ਫਿਰ ਵੀ ਉਹਨੇ ਧੀਰਜ ਦੇ ਨਾਲ ਇੰਤਜ਼ਾਰ ਕੀਤਾ। ਉਹ ਠੀਕ ਵੀ ਹੋ ਗਿਆ ਤੇ ਉਹਨੂੰ ਡਬਲ ਬਲੈਸਿੰਗ ਮਿਲੀ। ਆਮੇਨ। ਪਰ ਜਦੋਂ ਨਹੀਂ ਹੋਣੀ, ਹੁਣ ਆਪਾਂ ਦੇਖਦੇ ਆ, ਜਦੋਂ ਇਦਾਂ ਦੀ ਸਾਰਾ ਕੁਝ ਜਿਹਦਾ ਗੁਆਚ ਗਿਆ, ਲੋਕੀ ਆਏ ਹੋਣੇ ਆ, ਉਹਨੂੰ ਕਿੱਦਾਂ ਦੀਆਂ ਗੱਲਾਂ ਉਹਦੇ ਯਾਰ ਦੋਸਤ ਕਹਿੰਦੇ ਹੋਣੇ ਆ, ਉਹਨਾਂ ਦੇ ਰਿਸ਼ਤੇਦਾਰ ਉਹਨੂੰ ਕਹਿੰਦੇ ਹੋਣੇ ਆ। ਉਸ ਟਾਈਮ ਤੇ ਧੀਰਜ ਕਰਨਾ ਕਾਫੀ ਔਖਾ ਸੀ। ਆਮੇਨ। ਪਰ ਔਖੇ ਟਾਈਮ ਦੇ ਵਿੱਚ ਵੀ ਉਹਨੇ ਬਹੁਤ ਵੱਡਾ ਧੀਰਜ ਕੀਤਾ ਕਿ ਪਰਮੇਸ਼ਵਰ ਦੇ ਨਾਲ ਉਹ ਜੁੜਿਆ ਰਿਹਾ। ਤੇ ਇਸੇ ਤਰ੍ਹਾਂ ਜਿਹਦਾ ਯਹੂਨਾ ਬਪਤਿਸਮਾ ਦੇਣ ਵਾਲਾ, ਉਹ 20 ਸਾਲ ਕੱਲਾ ਰਿਹਾ। ਉਹ ਨਵੀਆਂ ਦੇ ਵਿੱਚੋਂ, ਜਿੱਦਾਂ ਯਿਸੂ ਮਸੀਹ ਦੇ ਰਾਹੀਂ ਜਦੋਂ ਆਪਾਂ ਦੇਖਦੇ ਹਾਂ, ਨਵੀਆਂ ਦੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਨਵੀ ਉਹ ਹੋਇਆ ਆ। ਆਮੇਨ। ਤੇ ਉਹਨੇ 20 ਸਾਲ ਕੱਲਾ ਰਿਹਾ, ਉਹਨੇ ਧੀਰਜ ਦੇ ਨਾਲ ਰਿਹਾ। ਕਰਕੇ ਕੀ ਸੀਗਾ, ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਸੀ ਤੇ ਉਹਦੀ ਹਜ਼ੂਰੀ ਵਿੱਚ ਜਾਂਦਾ ਸੀ। ਯੈਸ, ਹਨਾ। ਤੇ ਕਰਕੇ ਜਦੋਂ, ਤਾਂ ਹੀ ਪਰਮੇਸ਼ਰ ਕਹਿੰਦਾ ਕ੍ਰੋਧ ਇੱਕ ਮਤਲਬ ਡੈਵਲ ਆ, ਬਹੁਤ ਨੁਕਸਾਨ ਕਰਦਾ। ਬਿਪਤਾ ਆਉਂਦੀ ਆ, ਕ੍ਰੋਧ ਰਾਹੀਂ ਆ ਜਾਂਦੀ ਆ। ਫਿਰ ਜਿਹੜਾ ਪਿਆਰ ਆ, ਉਹ ਕਿਸ ਤਰ੍ਹਾਂ ਯਾਕੂਬ ਨੇ ਰਖੇਲ ਦੇ ਨਾਲ ਕੀਤਾ, ਕਰਕੇ ਉਹਨੇ ਫਿਰ ਕਿੱਦਾਂ ਰਖੇਲ ਨੂੰ ਪਾਇਆ, ਆਪਾਂ ਉਹਦੀ ਹੁਣ ਦੇਖਦੇ ਆ। ਉਤਪਤੀ ਕਿਤਾਬ ਉਹਦਾ 29 ਦੀ 20 ਪੜ੍ਹਦੇ ਆ। ਤੂੰ ਮੇਰੇ ਨਾਲ ਰਹੋ, ਯਾਕੂਬ ਨੇ ਰਖੇਲ ਲਈ 7 ਵਰੇ ਟਹਿਲ ਕੀਤੀ ਅਤੇ ਉਹਦੀਆਂ ਅੱਖਾਂ ਵਿੱਚ ਉਹਦੇ ਪ੍ਰੇਮ ਦੇ ਕਾਰਨ ਉਹ ਥੋੜੇ ਦਿਨਾਂ ਦੇ ਬਰਾਬਰ ਸੀ। ਆਮੇਨ। ਹੁਣ ਜਦੋਂ ਸੋਚਿਆ ਜਾਵੇ, ਜਦੋਂ ਉਹਨੇ ਇਹ ਵਚਨ ਲਿਖਿਆ ਗਿਆ, ਪਰ ਫਿਰ ਵੀ 7 ਵਰੇ ਉਹਨੇ ਟਹਿਲ ਕੀਤੀ, ਕਰਕੇ ਉਹ ਉਹਨੂੰ ਪਿਆਰ ਕਰਦਾ ਸੀ। ਕੀ ਸੀ ਉਹਦੇ ਵਿੱਚ? ਧੀਰਜ ਪੈਦਾ, ਜਿਹੜਾ ਪਿਆਰ ਸੀ ਨਾ, ਉਹ ਧੀਰਜ ਪੈਦਾ ਕਰਦਾ ਸੀ। ਫਿਰ ਵੀ ਉਹਨੇ 7 ਵਜੇ ਜਦੋਂ ਟਹਿਲ ਕੀਤੀ, ਉਹਦਾ ਵਿਆਹ ਲਿਆ ਨਾ ਹੋ ਗਿਆ। ਫਿਰ ਕਿਹਾ ਮੈਂ ਰਖੇਲ ਨੂੰ ਪਾਉਣਾ ਆ, ਕਰਕੇ ਮੈਂ ਉਹਨੂੰ ਪਿਆਰ ਕਰਦਾ, ਕਰਕੇ ਪਿਆਰ ਧੀਰਜ ਪੈਦਾ ਕਰਦਾ। ਫਿਰ ਉਹਨੇ 7 ਵਰੇ ਫੇਰ ਟਹਿਲ ਕੀਤੀ, ਫਿਰ ਉਹਦਾ ਰਖੇਲ ਨਾਲ ਸ਼ਾਦੀ ਹੋਈ। ਕੀ ਆਪਾਂ ਇੱਥੋਂ ਕੀ ਸਿੱਖਦੇ ਆ? ਜਿਹੜੀ ਚੀਜ਼ ਨੂੰ ਉਹਨੇ ਹਾਸਲ ਕਰਨਾ ਸੀ, ਜਿਹੜੀ ਚੀਜ਼ ਲਈ ਉਹਨੇ ਧੀਰਜ ਕੀਤਾ ਸੀ, ਉਹਨੂੰ ਮਿਲ ਗਈ। ਏਦਾਂ ਨਹੀਂ ਉਹ ਵਾਂਝਾ ਨਹੀਂ ਰਿਹਾ। ਪਰ ਜੇ ਅਸੀਂ ਵੀ ਧੀਰਜ ਦੇ ਵਿੱਚ ਰਵਾਂਗੇ, ਜਿਹੜੀ ਚੀਜ਼ ਲਈ ਅਸੀਂ ਉਡੀਕਦੇ ਆ, ਜਿਹੜੀ ਬਲੈਸਿੰਗ ਲਈ ਅਸੀਂ ਉਡੀਕਦੇ ਆ, ਕੁਛ ਵੀ ਹੋ ਸਕਦਾ ਆ। ਘਰ ਵੀ ਹੋ ਸਕਦੇ ਆ, ਗੱਡੀਆਂ ਵੀ ਹੋ ਸਕਦੀਆਂ, ਕਰਕੇ ਪਰਮੇਸ਼ਰ ਦਾ ਰਾਜ ਵੀ ਸਾਡੇ ਲਈ ਹੋ ਸਕਦਾ, ਸਾਨੂੰ ਜ਼ਰੂਰ ਮਿਲੂਗਾ। ਪਰ ਜੇ ਅਸੀਂ ਧੀਰਜ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹੇ, ਸਭ ਤੋਂ ਪਹਿਲਾਂ ਕੀ ਅਸੀਂ ਉਹਦੇ ਰਾਜ ਨੂੰ ਭਾਲਾਂਗੇ, ਤਾਂ ਬਾਕੀ ਚੀਜ਼ਾਂ ਸਾਨੂੰ ਮਿਲਣਗੀਆਂ। ਆਮੇਨ, ਆਮੇਨ, ਆਮੇਨ। ਪ੍ਰੇਜ਼ ਗॉड, ਪ੍ਰੇਜ਼ ਗॉड। ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਹਾਂ। ਜਦੋਂ ਸਿਸਟਰ ਜੀ ਨੇ ਦੱਸਿਆ ਆ, ਸੱਚਮੁੱਚ ਇਸੇ ਹੀ ਤਰ੍ਹਾਂ ਹੋਇਆ ਸੀਗਾ। ਜੋਬ ਦੇ ਕੋਲੋਂ ਸਾਰਾ ਕੁਝ, ਈਵਨ ਉਹਦੇ ਬੱਚੇ ਵੀ ਗਵਾਚ ਗਏ ਸੀਗੇ, ਉਹਦਾ ਘਰ ਬਾਹਰ ਚਲ ਗਿਆ ਸੀ, ਉਹਦਾ ਸਰੀਰ ਗਲ ਗਿਆ ਸੀ, ਸਾਰਾ ਫੜਿਆ ਪਿਆ ਸੀ ਫੋੜਿਆਂ ਨਾਲ। ਪਰ ਫਿਰ ਵੀ ਕੀ ਸੀ ਉਹਦੇ ਕੋਲ? ਸਬਰ ਸੀ, ਹੌਸਲਾ ਸੀ, ਧੀਰਜ ਸੀ, ਉਹਦਾ ਵਿਸ਼ਵਾਸ ਸੀ ਪਰਮੇਸ਼ਵਰ ਦੇ ਉੱਤੇ, ਧੀਰਜ ਸੀ। ਕੱਲਾ ਵਿਸ਼ਵਾਸ ਨਾਲ ਵੀ ਨਹੀਂ ਹੁੰਦਾ। ਅਸੀਂ ਕਈ ਵਾਰ ਆ ਵਿਸ਼ਵਾਸ ਕੱਲਾ ਉਹ ਵੀ ਨਹੀਂ ਹੁੰਦਾ, ਪਿਆਰ ਸੀ। ਇਹ ਜਿਹੜੇ ਗਿਫਟ ਆ, ਸਿਸਟਰ ਜੀ ਨੇ ਸਭ ਤੋਂ ਪਹਿਲਾਂ ਆਪਣੀ ਪੜ੍ਹੀ ਸੀਗੀ, ਇਹੋ ਆਪਣੇ ਗਲਾਤੀਆਂ 5:22 ਆਤਮਾ ਦੇ ਫਲਾਂ ਦੇ ਵਿੱਚ ਇਹੋ ਸਾਰਾ ਕੁਝ ਆਇਆ ਸੀਗਾ। ਇਹ ਸਾਰੇ ਜਣੇ ਤੁਸੀਂ ਪੜ੍ਹ ਕੇ ਦੁਬਾਰਾ ਦੇਖਿਓ, ਆਪਣੇ ਆਪਣੇ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਵਿੱਚ ਕੀ ਨੇ। ਤੇ ਮੈਂ ਸਿਸਟਰ ਜੀ ਨੂੰ ਕਹਿੰਦੀ ਇੱਕ ਵਾਰੀ ਫਿਰ ਉਹ ਆਪਣੇ ਲਈ ਦੁਬਾਰਾ ਪੜ੍ਹ ਦੇਣਗੇ, ਕਿ ਆਪਾਂ ਫਿਰ ਇਹਨੂੰ ਕੀ ਕਰਦੇ ਆ,
ਰੀਫਰੈਸ਼ ਕਰ ਲੈਂਦੇ ਆ ਕਿ ਸੱਚਮੁੱਚ ਪਰਮੇਸ਼ਵਰ ਨੇ ਸਾਨੂੰ ਕਿਹੜੇ ਕਿਹੜੇ ਗਿਫਟ ਦਿੱਤੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਵਿੱਚ ਰਲ ਕੇ ਇਕੱਠੀਆਂ ਹੋਣੀਆਂ ਚਾਹੀਦੀਆਂ ਆ। ਇੱਕ ਵੀ ਘੱਟ ਆ ਫਿਰ ਕੀ ਹੋਣਾ ਆ, ਸਾਡੇ ਜਿਹੜਾ ਫਲ ਆ, ਜਿਹੜੀ ਅਸੀਂ ਸਬਜ਼ੀ ਬੀਜੀ ਹੋਈ ਆ, ਉਹ ਕੀ ਹੋਣਾ, ਉਹ ਉਗਣੀ ਨਹੀਂ ਹੈਗੀ। ਕੀ ਹੋਣਾ, ਸਾਡੇ 'ਚ ਕੀ ਬੀਜਿਆ ਹੋਇਆ ਆ, ਪਰਮੇਸ਼ਵਰ ਦਾ ਆਤਮਾ। ਉਹਨੇ ਕੀ ਹੋਣਾ, ਉਹਨੇ ਗਰੋ ਨਹੀਂ ਹੋਣਾ ਹੈਗਾ, ਕਿਉਂਕਿ ਉਹਨੂੰ ਇੱਕ ਜਿਹੜੀ ਦਵਾਈ ਆ ਉਹ ਘੱਟ ਮਿਲਦੀ ਆ। ਆਪਾਂ ਭੈਣ ਕੋਲੋਂ ਸੁਣਦੇ ਪਏ। ਹਾਂਜੀ, ਆਪਾਂ ਗਲਾਤੀਆਂ ਦੀ ਕਿਤਾਬ ਉਹਦਾ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ 5ਵਾਂ ਚੈਪਟਰ ਉਹਦੀ 22 ਆਇਤ ਆਪਾਂ ਪੜ੍ਹਦੇ ਹਾਂ। ਪਰ ਆਤਮਾ ਦਾ ਇਹ ਫਲ ਹੈ, ਆਤਮਾ ਦਾ ਫਲ ਇਹ ਹੈ ਪ੍ਰੇਮ, ਆਨੰਦਤ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ। ਆਮੇਨ। ਦੇਖੋ ਕਿੰਨੀਆਂ ਚੀਜ਼ਾਂ ਆ, ਉਹ 7-8 ਚੀਜ਼ਾਂ ਹੈਗੀਆਂ ਆ। 7 ਚੀਜ਼ਾਂ ਆ ਪਰਮੇਸ਼ਰ ਹਾਂਜੀ। ਇਹ ਜਿਹੜੇ ਫਲ ਆ ਇਹ ਕਿਹੜੇ ਆ, ਇਹ ਆਤਮਾ ਦੇ ਫਲ ਆ ਜਿਹੜੇ ਸਾਡੇ, ਮੇਰੇ ਤਾਂ ਤੁਹਾਡੇ ਅੰਦਰੋਂ ਨਿਕਲਣੇ ਆ। ਤੇ ਇਹਦੇ ਨਾਲ ਕੀ ਹੋਣਾ, ਅਸੀਂ ਜਿਹੜਾ ਸਾਡੇ ਅੰਦਰ ਮੰਦਰ ਬਣਾਇਆ ਆ, ਜਿਹੜਾ ਆਤਮਾ ਦਾ, ਜਿਹੜਾ ਸਾਡੇ ਵਿੱਚ ਰਹਿੰਦਾ ਆ, ਉਹਨੇ ਗਰੋ ਅਪ ਹੋਣਾ ਆ। ਸਾਡੇ ਅੰਦਰ ਗਰੋ ਅਪ ਹੋਣਾ ਆ, ਮੈਂ ਤੇ ਤੁਸੀਂ ਗਰੋ ਅਪ ਹੋਣਾ ਆ। ਫੇਰ ਕੀ ਹੋਣਾ ਆ, ਅਸੀਂ ਉਹ ਜਿਹੜਾ ਬੂਟਾ ਸਾਡੇ ਅੰਦਰ ਉੱਗਿਆ ਆ, ਉਹ ਬੂਟੇ ਨੂੰ ਫਿਰ ਅਸੀਂ ਇਹਦੇ ਹੋਰ ਜਾ ਕੇ ਲਾਉਣੇ, ਬੀਜਨੇ ਆ। ਫੇਰ ਹੀ ਅਸੀਂ ਬੀਜ ਸਕਦੇ ਆ ਜੇ ਸਾਡੇ ਅੰਦਰ ਉਹ ਸਹੀ ਤਰ੍ਹਾਂ ਨਾਲ ਗਰੋ ਹੋਇਆ ਆ। ਜਿੱਦਾਂ ਹੁਣ ਆਪਾਂ ਕਲੂਸੀਆ ਦੀ 3 ਦੀ 12 ਪੜ੍ਹੀ ਸੀ। ਹਾਂਜੀ, ਇਹ ਤਾਂ ਆਤਮਿਕ ਫਲ ਸੀਗੇ ਜਿਹੜੇ ਆਪਾਂ ਪੜ੍ਹ ਕੇ ਹਟਿਆ, ਪਰ ਜਿਹੜੇ ਪਵਿੱਤਰ ਜੀਵਨ ਦੇ ਫਲ ਆ, ਹਾਂਜੀ, ਇਹ ਹੈਗੇ ਆ ਸੋ ਤੁਸੀਂ ਪਰਮੇਸ਼ਰ ਦੇ ਚੁਣਿਆ ਹੋਇਆ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪੈਣ ਲਓ। ਇਹ ਸਾਨੂੰ ਪਵਿੱਤਰ ਜੀਵਨ ਰਹਿਣ ਲਈ ਇਸ ਦੁਨੀਆ ਤੇ ਵੀ ਇਹ ਜ਼ਰੂਰੀ ਆ ਸਾਡੇ ਲਈ। ਜਿੱਦਾਂ ਹੁਣ ਭੈਣ ਜੀ ਨੇ ਪੜ੍ਹਿਆ ਆ, ਇਹ ਚੀਜ਼ਾਂ ਸਾਡੇ ਵਿੱਚ ਹੋਣੀਆਂ ਚਾਹੀਦੀਆਂ ਆ। ਸਾਡੇ ਅੰਦਰ ਜਿਹੜਾ ਰਹਿੰਦਾ ਆ ਉਹਦੇ ਫਲ, ਜਿੱਦਾਂ ਪਰਮੇਸ਼ਰ ਦਾ ਬਚਨ ਕੀ ਕਹਿੰਦਾ ਆ, ਮੈਂ ਅੰਗੂਰ ਦੀ ਜੜ੍ਹ ਆ, ਤੁਸੀਂ ਮੇਰੀਆਂ ਟਹਿਣੀਆਂ ਆ। ਇਸੇ ਹੀ ਤਰ੍ਹਾਂ ਸਾਡੇ ਅੰਦਰ ਜਿਹੜਾ ਆ ਉਹ ਅੰਗੂਰ ਦਾ ਬੂਟਾ ਆ, ਜਿਹੜੀਆਂ ਟਹਿਣੀਆਂ ਆ ਉਹ ਜਿਹੜੀਆਂ ਅਸੀਂ ਆ, ਜਿਹੜੀਆਂ ਸਾਡੇ ਅੰਦਰ ਚੀਜ਼ਾਂ ਨਿਕਲਣੀਆਂ ਆ, ਉਹ ਟਹਿਣੀਆਂ ਜਾ ਕੇ ਕਿਸੇ ਹੋਰ ਦੇ ਘਰ, ਤੁਹਾਨੂੰ ਪਤਾ ਹੀ ਆ ਜਦੋਂ ਕੋਈ ਫਲ ਫਰੂਟ ਲਾਉਂਦੇ ਆ, ਜਾਂ ਉਹਦੀ ਕੀ ਹੁੰਦਾ, ਸੀਡ ਤੋਂ ਲਾਉਂਦੇ ਹੁੰਦੇ ਆ, ਤੇ ਜਾਂ ਕੀ ਹੁੰਦਾ, ਉਹਦੀ ਟਹਿਣੀ ਕੱਟ ਕੇ ਉਹ ਗੱਡਦੇ ਹੁੰਦੇ ਆ, ਉਹ ਲੱਗਦਾ ਹੁੰਦਾ। ਇਹ ਤੁਸੀਂ ਤੇ ਮੈਂ ਇੱਕ ਬੀ ਆ, ਇਹਨੇ ਅੱਗੇ ਜਾ ਕੇ ਵਧਣਾ ਆ, ਇਹਨੇ ਬੀਜਿਆ ਜਾਣਾ ਆ, ਇਹਨੇ ਗਰੋ ਅਪ ਹੋਣਾ ਆ, ਇਹਨੂੰ ਹੀ ਫਲ ਲੱਗਣਾ ਆ। ਫਲ ਤਾਂ ਹੀ ਲੱਗੂਗਾ ਜਿਹੜਾ ਸਾਡੇ ਵਿੱਚ ਰਹਿੰਦਾ ਆ, ਅਸੀਂ ਉਹਨੂੰ ਮੌਕਾ ਦੇਵਾਂਗੇ ਗਰੋ ਹੋਣ ਦਾ। ਕਿਉਂਕਿ ਪਰਮੇਸ਼ਵਰ ਦੇ ਆਤਮਾ ਸਾਡੇ ਵਿੱਚ ਰਹਿੰਦਾ ਆ, ਉਹ ਬਚਨ ਨੂੰ ਮੰਗਦਾ ਆ, ਉਹ ਸਾਡੇ ਸਰੀਰ ਵਿੱਚ ਰਹਿੰਦਾ ਆ, ਤੁਹਾਡੇ ਤੇ ਮੇਰੇ 'ਚ ਰਹਿੰਦਾ, ਉਹ ਪਵਿੱਤਰ ਹੋਣਾ ਮੰਗਦਾ ਆ। ਤੁਹਾਡੇ ਤਾਂ ਮੇਰਾ ਪਵਿੱਤਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਪਵਿੱਤਰ ਮਤਲਬ ਇਹ ਆ ਕਿ ਸਾਡੇ 'ਚੋਂ ਫਰੂਟ ਜਿਹੜੇ ਅੱਜ ਅਸੀਂ ਪੜ੍ਹ ਰਹੇ ਆ ਉਹ ਬਹੁਤ ਜ਼ਰੂਰੀ ਆ। ਇੱਕ ਹੁੰਦੇ ਕਹਿ ਦੇਈਦਾ ਅਸੀਂ, ਉਹ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਆ। ਪਤਾ ਪਰਖਿਆ ਉਦੋਂ ਜਾਂਦਾ ਆ ਕਦੋਂ ਸਾਨੂੰ ਕੋਈ ਗੱਲ ਹੁੰਦੀ ਆ। ਸਾਨੂੰ ਅੱਜ ਦੇ ਤੁਹਾਨੂੰ ਤੇ ਮੈਨੂੰ ਭੈਣੋ ਤੇ ਭਰਾਵੋ ਪਰਖਣ ਦੀ ਲੋੜ ਆ। ਅਸੀਂ ਦੂਜਾ ਨਾ ਸਾਨੂੰ ਕੋਈ ਪਰਖੇ, ਅਸੀਂ ਖੁਦ ਪਰਖ ਸਕਦੇ ਆ। ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਦੱਸਦਾ ਆ ਕਿ ਇਸ ਦੇ ਵਿੱਚ ਕਈ ਲੋਕੀ ਇਸ ਫਲ ਦੇ ਵਿੱਚ ਹੈਗੇ ਆ, ਆਮੇਨ, ਪਰ ਬਹੁਤ ਲੋਕੀ ਆ ਜਿਹੜੇ ਅਧੂਰੇ ਆ। ਆਮੇਨ। ਇਸ ਦੁਨੀਆ ਦੇ ਵਿੱਚ ਬਹੁਤ ਲੋਕੀ ਇਸ ਫਲ ਤੋਂ ਹਜੇ ਅਧੂਰੇ ਆ। ਆਮੇਨ, ਆਮੇਨ। ਪ੍ਰੇਜ਼ ਗॉड। ਪ੍ਰਭੂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਬਹੁਤ ਵਧੀਆ ਬਚਨ ਦਿੰਦਾ ਆ ਸਾਡੇ ਜੀਵਨ ਨੂੰ ਵਧੀਆ ਬਣਾਉਣ ਦੇ ਲਈ, ਚੱਲਣ ਦੇ ਲਈ। ਮੈਂ ਇੱਕ ਗੱਲ ਇੱਥੇ ਭੈਣੋ ਤੇ ਭਰਾਵੋ ਤੁਹਾਨੂੰ ਕਹਿਣਾ ਚਾਹੁੰਦੀ ਆ, ਆਪਣੇ ਜਿਹੜਾ ਨਵਾਂ ਨਿਯਮ ਹੈ ਉਹਦੇ ਵਿੱਚ 4 ਗੋਸਪਲ ਆ, ਪਰ ਅਸਲ ਦੇ ਵਿੱਚ 5 ਗੋਸਪਲ ਆ। 5ਵਾਂ ਗੋਸਪਲ ਕੌਣ ਆ? ਤੁਸੀਂ ਤੇ ਮੈਂ। ਕਿਉਂਕਿ ਉਹ ਤਾਂ ਜਿਹੜੇ ਪਹਿਲਾਂ ਪਰਮੇਸ਼ਵਰ ਦੇ ਟਾਈਮ 'ਚ ਅਸੀਂ ਲਿਖ ਕੇ ਚਲੇ ਗਏ, ਪਰ ਅੱਜ ਦੀ ਗੋਸਪਲ ਜਿਹੜੀ ਪਬਲਿਕ ਨੇ ਦੇਖਣੀ ਆ, ਜਿਹੜੀ ਵਿਸ਼ਵਾਸੀਆਂ ਨੇ ਦੇਖਣੀ, ਦੁਨੀਆ ਨੇ ਦੇਖਣੀ ਆ, ਉਹਨੇ ਤੁਹਾਨੂੰ ਤੇ ਮੈਨੂੰ ਦੇਖਣਾ ਆ। ਉਹਨਾਂ ਨੇ ਬਾਈਬਲ ਨਹੀਂ ਪੜ੍ਹਨੀ ਹੈਗੀ ਪਹਿਲਾਂ,
ਬਾਈਬਲ ਤਾਂ ਮਗਰੋਂ ਹੀ ਪੜੂਗੇ ਜਦੋਂ ਅਸੀਂ ਸਾਨੂੰ ਉਹ ਦੇਖ ਲਊਗੇ ਸਾਡੇ ਵਿੱਚ ਕੀ ਹੈਗਾ ਆ, ਅਸੀਂ ਕਿੱਥੇ ਆ, ਕਿੱਥੇ ਸਟੈਂਡ ਕਰਦੇ ਆ, ਕੀ ਸਾਡੇ ਵਿੱਚ ਜਿੰਨੇ ਫਲ ਪੜੇ ਆ ਭੈਣ ਨੇ ਕੀ ਉਹ ਹੈਗੇ ਆ। ਜੇ ਉਹ ਸਾਡੇ 'ਚ ਹੈਗੇ ਆ ਤੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੇ ਕਹਿਣਾ ਕਿ ਇਹਦੇ ਵਿੱਚ ਕਿੱਥੋਂ ਆਇਆ। ਫਿਰ ਉਹਨਾਂ ਨੇ ਜਿਹੜੇ ਪਹਿਲੇ ਗੋਸਪਲ ਆ 4 ਉਹਨਾਂ ਨੇ ਪੜ੍ਹਨਾ, ਫਿਰ ਪਹਿਲਾਂ ਉਹਨਾਂ ਨੇ 5ਵੇਂ ਗੋਸਪਲ ਨੂੰ ਪੜ੍ਹਨਾ ਆ। 5ਵਾਂ ਗੋਸਪਲ ਤੁਸੀਂ ਤੇ ਮੈਂ ਆ। ਸਾਨੂੰ ਆਪਣਾ ਜਿਹੜਾ ਸਹੀ ਤਰੀਕਾ ਕਰਨ ਦੀ ਲੋੜ ਆ। ਸੌਰੀ, ਆਪਾਂ ਬਚਨ ਵੱਲ ਫੇਰ ਚੱਲਦੇ ਆ, ਭੈਣ ਜੀ ਤੋਂ ਸੁਣਦੇ ਆ, ਉਸ ਤੋਂ ਬਾਅਦ ਆਪਾਂ ਪ੍ਰਾਰਥਨਾ ਕਰਦੇ ਆ। ਤੇ ਹਾਂਜੀ, ਜ਼ਬੂਰਾਂ ਦੀ ਪੋਥੀ ਆਮੇਨ, ਉਹਦਾ 27 ਜ਼ਬੂਰ ਆਪਾਂ ਉਹਦੀ 13 ਆਇਤ ਪੜ੍ਹਦੇ ਆ। ਆਮੇਨ। ਪਰ ਮੈਨੂੰ ਜਿਉਂਦਿਆਂ ਦੀ ਧਰਤੀ ਉੱਤੇ ਯਹੋਵਾ ਦੀ ਭਲਾਈ ਵੇਖਣ ਦਾ ਵਿਸ਼ਵਾਸ ਹੈ। ਆਮੇਨ। ਦੇਖੋ, ਯਹੋਵਾ ਦੀ ਭਲਾਈ ਦੇਖਣ ਦਾ ਸਾਨੂੰ ਆਮੇਨ ਇੰਤਜ਼ਾਰ ਹੈ। ਪਰ ਕਿੱਦਾਂ ਦੇਖਾਂਗੇ? ਜੇ ਸਾਡੇ ਕੋਲ ਕੁਝ ਹੋਊਗਾ, ਜੇ ਅਸੀਂ ਘਰ ਵਿੱਚ ਸ਼ਾਂਤੀ ਧੀਰਜ ਨਾਲ ਹੋਵਾਂਗੇ, ਫੈਮਲੀਆਂ 'ਚ ਧੀਰਜ ਨਾਲ ਹੋਵਾਂਗੇ, ਕੰਮਾਂ ਤੇ ਧੀਰਜ ਨਾਲ ਹੋਵਾਂਗੇ, ਫਿਰ ਹੀ ਅਸੀਂ ਭਲਾਈ ਦੇਖਾਂਗੇ। ਨਹੀਂ ਤਾਂ ਫਿਰ ਅਸੀਂ ਗੁੱਸੇ ਦੇ ਵਿੱਚ ਨਾ, ਉਹ ਵੀ ਗੁੱਸੇ ਹੋਏ ਰਹਿਣਗੇ, ਅਸੀਂ ਵੀ ਰਹੇਵਾਂਗੇ ਤੇ ਉਹ ਵੀ ਫਿਰ ਮਤਲਬ ਕਿ ਇਧਰਲੀ ਉਧਰਲੀਆਂ ਗੱਲਾਂ ਕਰਨਗੇ ਤੇ ਅਸੀਂ ਵੀ 2-4 ਜਵਾਬ ਦੇਈ ਚੱਲਾਂਗੇ। ਇਸ ਕਰਕੇ ਸਾਨੂੰ, ਜੇ ਅਸੀਂ ਇੱਥੇ ਭਲਾਈ ਦੇਖਣੀ ਆ ਕਰਕੇ ਤੇ ਲਿਖਿਆ ਆ, ਪਰ ਮੈਨੂੰ ਜਿਉਂਦਿਆਂ ਦੀ ਧਰਤੀ, ਜਿਉਂਦਿਆਂ ਦੀ ਧਰਤੀ ਕੀ ਆ? ਅੱਜ ਜਿੱਥੇ ਅਸੀਂ ਹੁਣ ਹੈਗੇ ਆ, ਅਸੀਂ ਇੱਥੇ ਹੀ ਭਲਾਈ ਦੇਖਾਂਗੇ। ਸਾਡੇ ਪਰਮੇਸ਼ਰ ਨੇ ਭਲਾਈ ਸਾਡੇ ਤੇ ਹੀ ਕਰਨੀ ਆ ਕਰਕੇ ਅਸੀਂ ਉਹਦੇ ਬੇਟੇ ਬੇਟੀਆਂ ਆ। ਪ੍ਰੇਜ਼ ਗॉड। ਆਮੇਨ, ਆਮੇਨ। ਥੈਂਕ ਯੂ ਫਾਦਰ। ਆਪਾਂ ਲਾਸਟ ਬਚਨ ਵੱਲ ਨੂੰ ਵੱਧਦੇ ਆ। ਹਾਂਜੀ, ਬਹੁਤ ਇਬਰਾਨੀਆਂ ਦੀ ਕਿਤਾਬ ਪ੍ਰਾਰਥਨਾਈਆਂ ਆ, ਪਰ ਆਪਣੇ ਮੈਸੇਜ ਆਇਆ, ਆਪਾਂ ਜ਼ਰੂਰ ਪ੍ਰਾਰਥਨਾ ਵੱਲ ਨੂੰ ਵੀ ਚੱਲਦੇ ਆ। ਹਾਂਜੀ, ਤੇ ਆਪਾਂ ਪਹਿਲਾਂ ਸੁਣ ਲੈਨੇ ਭੈਣ ਜੀ ਕੀ ਕਹਿੰਦੇ ਆ ਲਾਸਟ ਵਚਨ ਪੜ੍ਹਦੇ ਆ ਆਪਾਂ। ਹਾਂਜੀ, ਇਬਰਾਨੀਆਂ ਦੀ ਕਿਤਾਬ, ਹਾਂਜੀ, ਉਹਦਾ 10 ਚੈਪਟਰ ਤੇ ਉਹਦੀ 36 ਆਇਤ ਪੜ੍ਹਦੇ ਆ। ਹਾਂਜੀ, ਸਾਡੇ ਲਈ ਪਰਮੇਸ਼ਰ ਦਾ ਇੱਕ ਮੈਸੇਜ ਆ ਇਹ। ਪ੍ਰੇਜ਼ ਗॉड। ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ। ਸਾਨੂੰ ਬਚਨ ਦੇਖੋ ਹੁਣ ਦੱਸਦਾ ਆ, ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਆਮੇਨ। ਪ੍ਰੇਜ਼ ਦ ਲੋਰਡ। ਕਰਕੇ ਕੀ ਪਰਮੇਸ਼ਰ ਨੇ ਵਾਅਦਾ? ਸਾਨੂੰ ਭਲਾਈ ਦਿਖਾਉਣ ਦਾ ਇਸ ਧਰਤੀ ਉੱਤੇ। ਆਮੇਨ। ਤਾਂ ਹੀ ਉਹਦਾ ਅਸੀਂ ਵਾਅਦਾ ਲਵਾਂਗੇ ਮੇਰੇ ਪਿਤਾ ਪਰਮੇਸ਼ਵਰ ਦਾ, ਜੇ ਅਸੀਂ ਧੀਰਜ ਕਰਾਂਗੇ ਤੇ ਅਸੀਂ ਧੀਰਜ ਦਾ ਸਪਿਰਿਟ ਸਾਡੇ ਵਿੱਚ ਹੋਊਗਾ ਤਾਂ ਜਿਹੜੇ ਪਿਤਾ ਪਰਮੇਸ਼ਰ ਨੇ ਜਿਸ ਕੰਮ ਲਈ ਭੇਜਿਆ ਸੀ ਉਹ ਕਰਾਂਗੇ। ਆਮੇਨ, ਆਮੇਨ, ਆਮੇਨ। ਦੇਖੋ ਪਰਮੇਸ਼ਰ ਨੇ ਕੀ ਕਿਹਾ? ਲੋੜ ਹੈ। ਇਹ ਨਹੀਂ ਕਿਹਾ ਕਿ ਉਹ ਫਲਾਨੇ ਨੂੰ ਲੋੜ ਆ ਜਾਂ ਧਮਕਾਨੇ ਨੂੰ ਲੋੜ ਆ, ਤੁਹਾਨੂੰ ਤੇ ਮੈਨੂੰ। ਇਹਦੇ ਵਿੱਚ ਤੁਹਾਨੂੰ, ਜਦੋਂ ਪਰਮੇਸ਼ਰ ਨੇ ਤੁਹਾਨੂੰ ਕਿਹਾ ਆ, ਇਹਦੇ ਵਿੱਚ ਮੈਂ ਤੇ ਤੁਸੀਂ ਸਾਰੇ ਜਣੇ ਆਉਂਦੇ ਆ, ਨਾ ਕਿ ਉਹ ਪਰਮਜੀਤ ਪੜ੍ਹਦੀ ਆ ਜਾਂ ਭੈਣ ਪੜ੍ਹਦੀ ਇਹਦੇ ਲਈ ਆ ਜਾਂ ਤੁਸੀਂ ਸੁਣਦੇ ਆ ਤੁਹਾਡੇ ਲਈ ਆ। ਕਿਉਂਕਿ ਬਚਨ 'ਚ ਲਿਖਿਆ ਹੋਇਆ ਕਿ ਇਹ ਬਚਨ ਜਿਹੜਾ 2 ਧਾਰੀ ਤਲਵਾਰ ਵਾਂਗੂ ਕੱਟਦਾ ਆ। ਇਹ ਸੱਚਮੁੱਚ ਜਿਸ ਵੇਲੇ ਮੈਂ ਜਾਂ ਭੈਣ ਬੋਲਦੀ ਆ, ਇਹ ਮੈਨੂੰ ਵੀ ਇੱਧਰ ਨੂੰ ਕੱਟ ਰਿਹਾ ਤੇ ਦੂਜੇ ਪਾਸੇ ਤੁਹਾਨੂੰ ਕੱਟ ਰਿਹਾ ਆ। ਇਸ ਕਰਕੇ ਸਾਨੂੰ ਲੋੜ ਆ, ਇਹ ਕਿਸੇ ਹੋਰ ਨੂੰ ਲੋੜ ਨਹੀਂ ਹੈਗੀ, ਮੈਨੂੰ ਭੈਣ ਨੂੰ ਤੇ ਤੁਹਾਨੂੰ ਇਸ ਦੀ ਲੋੜ ਆ। ਆਪਾਂ ਸਾਰੇ ਜਣੇ ਇੱਕ ਦੂਜੇ ਲਈ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਸੱਚਮੁੱਚ ਸਾਨੂੰ ਧੀਰਜ ਵਾਲਾ ਆਤਮਾ ਜਿਹੜਾ ਗਿਫਟ ਆ ਇਹ ਸਾਡੇ ਕੋਲ ਆ ਜਾਵੇ, ਕਿ ਅਸੀਂ ਫਿਰ ਗੁੱਡ ਐਗਜ਼ਾਮਪਲ ਬਣ ਜਾਈਏ ਪ੍ਰਭੂ ਦੇ ਬਚਨ ਨੂੰ ਵੰਡਣ ਵਿੱਚ। ਪ੍ਰਭੂ ਦੀ ਖੁਸ਼ਖਬਰੀ ਅਸੀਂ ਭੈਣਾਂ ਭਰਾਵਾਂ ਨੂੰ ਦੇਖ ਕੇ ਅਸੀਂ ਸਹੀ ਗੋਸਪਲ ਬਣ ਜਾਈਏ, ਸਹੀ ਲੋਕਾਂ ਨੂੰ ਦੱਸ ਸਕੀਏ ਕਿ ਸਾਡੇ 'ਚ ਕੀ ਆ। ਜਦੋਂ ਸਾਨੂੰ ਉਹਨਾਂ ਨੇ ਦੇਖਣਾ, ਉਹਨਾਂ ਨੇ ਬਾਈਬਲ ਨੂੰ ਫੇਰ ਦੇਖਣਾ। ਮੈਂ ਅੱਗੇ ਵੀ ਕਿਹਾ, ਮੈਂ ਹੁਣ ਵੀ ਕਹਿੰਦੀ ਆ, ਸੱਚਮੁੱਚ ਇਦਾਂ ਹੀ ਹੋਣਾ ਆ। ਉਹਨੇ ਬਾਈਬਲ ਫੇਰ ਦੇਖਣੀ ਆ। ਜੇ ਹੁਣ ਅਸੀਂ ਸਿੱਧੀ ਕਿਸੇ ਨੂੰ ਕਹੀਏ ਆ ਫਲਾਣੇ ਤੂੰ ਬਾਈਬਲ ਪੜ੍ਹੀ, ਕਦੀ ਨਹੀਂ ਪੜ੍ਹਨੀ ਉਹਨੇ ਕਰਕੇ ਉਹਨਾਂ ਨੇ ਕਹਿਣਾ ਇਹਨੂੰ ਨਹੀਂ ਅਸੀਂ ਜਾਣਨਾ, ਕਿਉਂਕਿ ਉਹਨਾਂ ਨੇ ਪਤਾ ਹੀ ਨਹੀਂ ਉਹਦੇ ਵਿੱਚ ਕੀ ਆ। ਜਿੰਨਾ ਚਿਰ ਉਹ ਚਿੰਨ੍ਹ ਤੇ ਚਮਤਕਾਰ ਨਹੀਂ ਦੇਖਦੇ, ਚਿੰਨ੍ਹ ਤੇ ਚਮਤਕਾਰ ਜੇ ਤੁਹਾਡੇ 'ਚ ਤਾਂ ਮੇਰੇ 'ਚ ਵਧੀਆ ਗੁਣ ਆ, ਉਹ ਚਿੰਨ੍ਹ ਤਾਂ ਚਮਤਕਾਰ ਹੀ ਆ। ਅਗਲੇ ਨੇ ਕਹਿਣਾ ਇਹ ਅੱਗੇ ਤਾਂ ਇਦਾਂ ਦੀ ਹੁੰਦੀ ਸੀ, ਹੁਣ ਇਹ ਕਿੱਦਾਂ ਬਦਲ ਗਈ ਆ, ਹੁਣ ਤਾਂ ਇਹ ਬਹੁਤ ਚੰਗੀ ਹੋ ਗਈ ਆ। ਇਹੋ ਕੀ ਹੋਣਾ? ਪਰਮੇਸ਼ਵਰ ਦੇ ਲਈ ਵਡਿਆਈ ਹੋਣੀ ਆ। ਫੇ ਪਰਮੇਸ਼ਵਰ ਨੇ ਖੁਸ਼ ਹੋਣਾ ਆ। ਮੈਨੂੰ ਤੇ ਤੁਹਾਨੂੰ ਫੇ ਹੋਰ ਬਰਕਤਾਂ ਮਿਲਣੀਆਂ ਸਾਨੂੰ ਪਰਮੇਸ਼ਵਰ ਦੇ ਕੋਲੋਂ, ਜਦੋਂ ਅਸੀਂ ਪਰਮੇਸ਼ਵਰ ਦੇ ਨਾਂ ਨੂੰ ਵੰਡਦੇ ਆ। ਆਓ ਆਪਾਂ ਹੁਣ ਸਮਾਪਤੀ ਕਰਦੇ ਆ। ਇਹ ਬਚਨ ਨੂੰ ਆਪਾਂ ਅਗਲੀ ਵੀਕ ਵੀ ਮੇਰਾ ਖਿਆਲ ਚੱਲਦਾ ਰੱਖਾਂਗੇ, ਹਨਾ? ਤਾਂ ਵੀ
ਆਪਾਂ ਕੰਟੀਨਿਊ ਹਾਂਜੀ, ਕਰਾਂਗੇ ਇਸ ਤਾਂ ਕੁਐਸਚਨ ਨੂੰ ਆਪਾਂ ਤਾਂ next ਆਪਾਂ ਹੁਣ ਚੱਲਦੇ ਹਾਂ, ਜਿਹੜੀਆਂ ਪ੍ਰਾਰਥਨਾ ਆਈਆਂ ਆ ਪਹਿਲਾਂ ਉਹਨਾਂ ਨੂੰ ਕਰਦੇ ਹਾਂ ਕਿ ਨਾਂ ਜਿੰਨੇ ਕੁ ਮੈਨੂੰ ਦੱਸਦੇ ਇਸ ਵੇਲੇ ਮੈਂ ਉਹ ਜ਼ਰੂਰ ਪੜੂੰਗੀ। ਰਣਜੀਤ ਸਿੰਘ ਤੇ ਮਨਿੰਦਰਪ੍ਰੀਤ ਬੈਂਸ, ਆਪਣੇ ਨਰਿੰਦਰ ਕੌਰ, ਸਮਰਜੀਤ ਸਿੱਧੂ, ਸੋਨੀਆ ਕੌਰ, ਰਣਜੀਤ ਸਿੰਘ। ਮੇਰੇ ਕੋਲ ਇਸ ਵੇਲੇ ਇੰਨੇ ਕੀ ਆ, ਬਾਕੀ ਜਿਹੜੇ ਮੈਂ ਨਹੀਂ ਪੜ੍ਹ ਸਕਦੀ ਹੈਗੀ, ਮੈਂ ਉਹ ਨਹੀਂ ਦਿਖੇ ਹੈਗੇ, ਹੋ ਸਕਦਾ ਪਹਿਲਾਂ ਲੰਘ ਗਏ, ਤਾਂ ਇੰਨੇ ਕੀ ਮੇਰੇ ਕੋਲ ਬਾਰ-ਬਾਰ ਇੰਨੇ ਕੀ ਦਿਖਾਈ ਦਿੰਦੇ ਆ। ਪਰ ਮੈਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਭਰਾ ਰਣਜੀਤ ਸਿੰਘ ਨੇ ਕਿਹਾ ਆ ਕਿ ਮੇਰੀ ਮੰਮੀ ਨੇ ਪ੍ਰਾਰਥਨਾ ਕਰਨੀ ਆ, ਤੇ ਮਨਿੰਦਰਜੀਤ ਨੇ ਕਿਹਾ ਕਿ ਸਾਰਿਆਂ ਵਾਸਤੇ ਪ੍ਰਾਰਥਨਾ ਕਰਨੀ ਆ। ਆਓ ਆਪਾਂ ਰਲ ਕੇ ਪ੍ਰਾਰਥਨਾ ਕਰਦੇ ਹਾਂ ਇਸ ਵੇਲੇ, ਤੇ ਇਹਦੇ ਨਾਲ ਹੀ ਆਪਾਂ ਬਾਅਦ ਚ ਸਮਾਪਤੀ ਦੀ ਕਰਦੇ ਹਾਂ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਤੇ ਬਰਕਤ ਜ਼ਰੂਰ ਦੇਗਾ। Thank you, Father. We praise you, praise you, praise you. Hallelujah, hallelujah, hallelujah. ਪਰਮੇਸ਼ਵਰ ਤੁਹਾਡੀ ਹਜ਼ੂਰੀ ਭਰਪੂਰੀ ਕਿਰਪਾ ਤੇ ਦਇਆ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ। ਪ੍ਰਭੂ ਜੀ, ਰੱਬ ਦੀ ਆਵਾਜ਼ ਟੀਵੀ ਦਾ ਇਸ ਵੇਲੇ ਜੋ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਇਸ ਪ੍ਰੋਗਰਾਮ ਲਈ ਮੈਂ ਬਲੈਸਿੰਗ ਬੋਲਦੀ ਹਾਂ। ਪ੍ਰਭੂ ਜੀ, ਜਿਹੜੇ ਇਸ ਵੇਲੇ ਭੈਣਾਂ ਤੇ ਭਰਾ ਦੇਖ ਰਹੇ ਆ ਲਾਈਵ, ਪ੍ਰਭੂ ਜੀ ਅਸੀਂ ਉਹਨਾਂ ਦੇ ਉੱਤੇ ਬਲੈਸਿੰਗ ਬੋਲਦੇ ਹਾਂ। ਪ੍ਰਭੂ ਜੀ, ਉਹਨਾਂ ਦੀ ਹਰ ਇੱਕ ਜਿੱਦਾਂ ਧੀਰਜ ਤੇ ਬਚਨ ਬੋਲਿਆ ਗਿਆ, ਪਰਮੇਸ਼ਰ ਉਹਨਾਂ 'ਚ ਇਕੱਲੇ ਇਕੱਲੇ 'ਚ ਧੀਰਜ ਆ ਜਾਵੇ। ਮੇਰੇ ਤੇ ਭੈਣ ਵਿੱਚ ਵੀ ਧੀਰਜ ਆ ਜਾਵੇ। ਅਸੀਂ ਤੁਹਾਡੇ ਖੁਸ਼ਖਬਰੀ ਨੂੰ ਹੋਰ ਅੱਗੇ ਲਿਜਾਣ ਵਾਲੇ ਹੋ ਸਕੀਏ। ਪ੍ਰਭੂ, ਅਸੀਂ ਰੂਹਾਂ ਨੂੰ ਬਚਾਉਣ ਵਾਲੇ ਹੋ ਜਾਈਏ। ਪ੍ਰਭੂ, ਅਸੀਂ ਜਿਹੜੇ ਇੱਕ ਗੋਸਪਲ ਨਵਾਂ ਆ, ਅਸੀਂ ਉਹ ਬਣ ਕੇ ਪਿਛਲੇ ਗੋਸਪਲ ਵੀ ਤੁਹਾਡੇ ਰਿਵੀਲ ਕਰ ਦਈਏ ਉਹਨਾਂ ਭੈਣਾਂ ਭਰਾਵਾਂ ਤੇ ਜਿਨ੍ਹਾਂ ਨੂੰ ਤੁਹਾਡੇ ਬਾਰੇ ਜਾਣਕਾਰੀ ਨਹੀਂ। ਪ੍ਰਭੂ, ਅਸੀਂ ਭਰਾ ਨੇ ਲਿਖਿਆ ਕਿ ਮੇਰੀ ਮੰਮੀ ਲਈ ਪ੍ਰਾਰਥਨਾ ਕਰਨੀ। ਪਰਮੇਸ਼ਵਰ, ਤੁਸੀਂ ਉਹਨਾਂ ਦੀ ਮੰਮੀ ਨੂੰ, ਮੈਨੂੰ ਨਹੀਂ ਪਤਾ ਕਿ ਕਿਸ ਚੀਜ਼ ਲਈ ਪ੍ਰਾਰਥਨਾ ਚਾਹੀਦੀ ਆ, ਪਰ ਯਿਸੂ ਮਸੀਹ ਤੁਸੀਂ ਜਾਣਦੇ ਆ ਜਿਹੜੀ ਚੀਜ਼ ਲਈ ਪ੍ਰਾਰਥਨਾ ਚਾਹੀਦੀ ਆ। ਪਰਮੇਸ਼ਰ, ਤੁਸੀਂ ਉਹਨਾਂ ਦੇ ਕਿਰਪਾ ਦਇਆ ਕਰੋ। ਜੇ ਉਹ ਬਿਮਾਰ ਆ ਤਾਂ ਉਹਨਾਂ ਨੂੰ ਬਿਮਾਰੀ ਛੱਡ ਕੇ ਚਲ ਜਾਵੇ। ਜੇ ਕੋਈ ਹੋਰ ਉਹਨਾਂ ਦੇ ਰੀਜ਼ਨ ਆ ਤੇ ਉਹ ਉਹਨਾਂ ਦੇ ਵਿੱਚੋਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਐਸੇ ਵੇਲੇ ਉਹਨਾਂ ਨੂੰ ਛੱਡ ਕੇ ਜਾਂਦਾ ਰਵੇ ਤੇ ਉਹ ਫ੍ਰੀ ਹੋ ਜਾਣ ਤੇ ਉਹ ਸਹੀ ਤਰੀਕੇ ਨਾਲ ਰਹਿ ਸਕਣ। ਯਿਸੂ ਮਸੀਹ ਦੇ ਨਾਂ 'ਚ ਮੰਗਦੇ ਅਸੀਂ। ਪ੍ਰਭੂ ਜੀ, ਆਪਣੇ ਬੇਟੀ ਮਨਿੰਦਰ ਨੂੰ ਵੀ ਤੁਹਾਡੇ ਹੱਥਾਂ 'ਚ ਲੈ ਕੇ ਆਉਂਦੇ ਆ। ਪਰਮੇਸ਼ਰ, ਤੁਸੀਂ ਉਹਨਾਂ ਦੇ ਵੀ ਕਿਰਪਾ ਕਰੋ। ਉਹਨਾਂ ਨੇ ਕਿਹਾ ਸਾਰਿਆਂ ਲਈ ਪ੍ਰਾਰਥਨਾ ਕਰਨੀ। ਪਰਮੇਸ਼ਰ, ਉਹ ਤੇ ਉਹਨਾਂ ਦਾ ਘਰਾਣਾ ਬਚਾਇਆ ਜਾਵੇ, ਕਿਉਂਕਿ ਤੁਸੀਂ ਕਿਹਾ ਆ ਤੂੰ ਬਾਅਦ 'ਚ ਤੇਰੇ ਨਾਲ ਤੇਰਾ ਘਰਾਣਾ ਬਚਾਇਆ ਜਾਊਗਾ। ਸੱਚਮੁੱਚ ਪਰਮੇਸ਼ਰ, ਉਹਨਾਂ ਦੇ ਮੰਮੀ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਫਾਦਰ, ਹੋਰ ਰਿਸ਼ਤੇਦਾਰ ਜਿੰਨੇ ਆਲੇ ਦੁਆਲੇ ਆਂਢ ਗੁਆਂਢ ਰਹਿੰਦੇ, ਪ੍ਰਭੂ ਜੀ ਮੈਂ ਅੱਜ ਉਹਨਾਂ ਦੇ ਉੱਤੇ ਬਲੈਸਿੰਗ ਬੋਲਦੀ ਆ ਕਿ ਉਹ ਸਾਰੇ ਦਾ ਸਾਰਾ ਉਹਨਾਂ ਦਾ ਘਰਾਣਾ, ਆਲੇ ਦੁਆਲੇ ਘਰ, ਆਂਢ ਗੁਆਂਢ ਵੀ ਯਿਸੂ ਮਸੀਹ ਦੇ ਨਾਂ 'ਚ ਬਚਾਏ ਜਾਣ। ਪ੍ਰਭੂ ਜੀ, ਉੱਥੇ ਵੀ ਤੁਹਾਡੇ ਨਾਮ ਦੀ ਬਤਾਰੀ ਆ ਜੇ ਉੱਥੇ ਜਿਹੜੇ ਮੁਸੀਬਤ 'ਚ ਰਹਿੰਦੇ ਆ ਉਹ ਸਾਰੇ ਫ੍ਰੀ ਹੋ ਸਕਣ। ਯਿਸੂ ਮਸੀਹ ਦੇ ਨਾਂ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੀ ਰਾਜਧਾਨੀ ਨੂੰ ਉਹ ਜਾਣ ਲੈਣ, ਤੁਹਾਡੇ ਰਾਜ ਵਿੱਚ ਉਹ ਆ ਜਾਣ। ਪ੍ਰਭੂ ਜੀ, ਮੈਂ ਅੱਜ ਬਲੈਸਿੰਗ ਬੋਲਦੀ ਆ, ਮੈਂ ਉੱਥੇ ਰਿਲੀਜ਼ ਕਰ ਦਿੰਦੀ ਆ ਬਲੈਸਿੰਗਸ ਜਿਹੜੀਆਂ ਯਿਸੂ ਤੇਰੇ ਨਾਂ ਦੀਆਂ, ਉਹਨਾਂ ਦੇ ਉੱਤੇ ਬਰਕਤ ਬੋਲ ਦਿੰਦੀ ਆ। ਪ੍ਰਭੂ ਜੀ, ਕੱਲੇ ਕੱਲੇ ਨੂੰ ਤੁਸੀਂ ਛੂਣਾ ਆਪਣੇ ਰੂਹ ਆਤਮਾ ਦੇ ਰਾਹੀਂ। ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ। ਪ੍ਰਭੂ ਜੀ, ਭਰਾ ਜੈਮਲ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਆ। ਰੱਬ ਦੀ ਆਵਾਜ਼ ਟੀਵੀ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਆ। ਪ੍ਰਭੂ, ਤੁਸੀਂ ਦਇਆ ਤੇ ਕਿਰਪਾ ਕਰਨੀ ਇਹਨਾਂ ਦੇ ਉੱਤੇ, ਤੇ ਅੱਗੇ ਤੋਂ ਜਿੱਦਾਂ ਤੁਸੀਂ ਚਾਹੁੰਦੇ ਉਸ ਤਰੀਕੇ ਨਾਲ ਚੱਲ ਸਕੇ। ਪ੍ਰਭੂ ਜੀ, ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਆ। ਪਰਮੇਸ਼ਰ, ਅੱਗੇ ਤੋਂ ਸਾਨੂੰ ਮੱਤ ਤੇ ਬੁੱਧ ਆਪਣੀ ਤੁਸੀਂ ਦੇਣੀ, ਜਿੱਦਾਂ ਤੁਸੀਂ ਚਾਹੁੰਦੇ ਅਸੀਂ ਤੁਹਾਡਾ ਬਚਨ ਲੈ ਕੇ ਆਈਏ ਤੇ ਤੁਹਾਡੇ ਬਚਨ ਨੂੰ ਅੱਗੇ ਵਧਾਈਏ। ਜਿੱਦਾਂ ਤੁਸੀਂ ਡਿਲੀਵਰ ਕਰਨਾ ਚਾਹੁੰਦੇ, ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ, ਅਸੀਂ ਉੱਦਾਂ ਹੀ ਸਿਖਾ ਸਕੀਏ। ਯਿਸੂ ਮਸੀਹ ਦੇ ਨਾਂ ਦੇ ਵਿੱਚ ਅਸੀਂ ਮੰਗਦੇ ਤੇ ਪਾਉਨੇ ਪਿਤਾ ਪਰਮੇਸ਼ਰ। ਆਮੇਨ, ਆਮੇਨ, ਆਮੇਨ। ਪ੍ਰੇਜ਼ ਕਰ। ਥੈਂਕ ਯੂ ਜੀਸਸ। ਹਾਂਜੀ, ਅੱਗੇ ਮੀਟਿੰਗ ਇੱਕ ਹੋਰ ਚੱਲਦੀ ਪਈ ਹੈ ਵੈਸੇ ਇਸ ਵੇਲੇ ਰੱਬ ਦੀ ਆਵਾਜ਼ ਟੀਵੀ ਤੇ, ਤੁਸੀਂ ਕੰਟੀਨਿਊ ਉਹਨੂੰ ਦੇਖ ਸਕਦੇ ਆ। ਆਓ ਹੁਣ ਮੈਂ ਤੇ ਭੈਣ ਸਮਾਪਤੀ ਕਰਦੇ ਆ, ਆਪਾਂ ਅਗਲੇ ਹਫਤੇ ਫੇਰ ਮਿਲਾਂਗੇ। ਸਾਰਿਆਂ ਨੂੰ ਜੈ ਮਸੀਹ ਦੀ। ਆਮੇਨ। 1 go। सबसे पहले तो जितने अजीज मित्रगण जो यूके में हैं, हमारी तरफ से सलाम, जय मसीह की, प्रेज द लॉर्ड। आप सबको मैं ख़ास तौर पर दावत देना चाहता हूँ, इनवाइट करना चाहता हूँ कि मैं 30 तारीख को बर्मिंघम में हूँ और बड़ा अच्छी एक टीम वहाँ पर तैयारी कर रही है। पास्टर जॉन, पास्टर जयमल,
पास्टर करमजीत और उनके साथ बड़ी अच्छी टीम है जो ऑर्गेनाइज कर रही है, और बड़ी अच्छी प्रार्थना की मंडली जो बैकअप करके इंटरसीड कर रही है। मैं इसलिए चाहा कि आने से पहले आप सबको मैं निजी तौर पर इनविटेशन दे सकूं, इनवाइट कर सकूं, कह सकूं अपनी तरफ से कि हमारी कलीसिया बैथलहेम पंजाबी चर्च यूएसए न्यूयॉर्क से आप सबको सलाम भेज रही है। वो आपके लिए दुआएं कर रहे हैं, और वो सब उम्मीद कर रहे हैं कि इन मीटिंग्स में और इन खास सभाओं में, और जो 30 तारीख की खास सभा है उसमें आप बर्मिंघम में आशीषित हों, ब्लेस्ड हों, खुदा उन्हें आपको बहुत बरकत दे, आशीष दे। और मैं बिलीव करता हूँ कि गॉड इज गोइंग टू डू समथिंग फ्रेश एंड न्यू इन योर लाइफ। यू विल बी नेवर बी द सेम अगेन। Once you be in the very presence of God, God changes a fraction of a moment is good enough for God to change your life. तो मेरी दुआ है कि इन दिनों में जैसे जून 30 तारीख को मैं आपके उधर होता हूँ तो खुदा आपको बड़ी बरकत दे, आशीष दे, and you will have the encounter with God. You will experience the love of God and grace and mercy of God, and the Holy Spirit will change you in and through. May the Lord bless you. I look forward to seeing you soon, June 30th in Birmingham. God bless you.